ਸਵਾਗਤ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਤੇ ਇਸ ਪ੍ਰੋਗਰਾਮ ਨੂੰ ਤੁਸੀਂ ਦੇਸ਼ ਦੁਨੀਆ ਦੇ ਵਿੱਚ ਬੈਠੇ ਦੇਖਦੇ ਹੋ ਤੇ 24 ਘੰਟੇ ਬਾਅਦ ਇਸੇ ਵਕਤ ਦੇ ਉੱਪਰ ਜਿਸ ਮੌਕੇ 'ਤੇ ਤੁਸੀਂ ਦੇਖਦੇ ਹੋ ਉਦੋਂ ਅਸੀਂ ਹਾਜ਼ਰ ਹੋਈਦਾ। ਇਹ ਸਮਾਂ ਵਕਤ ਇਸ ਕਰਕੇ ਨਹੀਂ ਦੱਸ ਪਾਉਂਦੇ ਕਿਉਂਕਿ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਅਲੱਗ-ਅਲੱਗ ਸਮੇਂ ਦੇ ਉੱਪਰ ਤੁਸੀਂ ਇਹਨੂੰ ਦੇਖਦੇ ਹੋ। ਪੰਜਾਬ ਵਾਲੇ ਪਾਸੇ ਸਵਖਤਾ ਹੁੰਦਾ ਤੇ ਜੇ ਇੱਧਰ ਕੈਨੇਡਾ ਦੀ ਗੱਲ ਕਰਾਂ ਤਾਂ ਇੱਧਰ ਰਾਤ ਪਈ ਹੁੰਦੀ ਆ। ਇਹ ਕੈਨੇਡਾ ਦੇ ਵਿੱਚ ਵੀ ਕਿਤੇ ਜੇ ਸ਼ਾਮਾਂ ਜੀਆਂ ਹੁੰਦੀਆਂ ਨੇ ਤੇ ਕਿਤੇ ਰਾਤ ਹੁੰਦੀ, ਸੋ ਇੰਨਾ ਫਰਕ ਹੈਗਾ। ਨਾਲ ਆਪਣੇ ਪਰਮਵੀਰ ਬਾਠ ਹੋਰੀ ਤੇ ਕੀ ਹਾਲ ਨੇ ਬਾਠ ਸਾਹਿਬ? ਚੜ੍ਹਦੀ ਕਲਾ ਸੰਧਾਲੀਆ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਸੁਣਾਓ ਕੀ ਹਾਲ ਚਾਲ ਨੇ? ਸਤਿ ਸ਼੍ਰੀ ਅਕਾਲ ਮਹਾਰਾਜ। ਬਸ ਹਾਲ ਚਾਲ ਬੜੇ ਵਧੀਆ ਚੱਲੀ ਜਾਂਦੇ ਨੇ ਤੇ ਗੱਲ ਉਹੋ ਹੀ ਹੋਈ ਕਿ ਜਿੱਦਾਂ ਤੁਸੀਂ ਕਿਹਾ ਕਿ ਪਹਿਲਾਂ ਗਰਮੀ ਪਈ ਤੇ ਫਿਰ ਅਚਾਨਕ ਹਨੇਰੀ ਝੱਖੜ ਤੇ ਗੜੇ ਪਵਾਏ, ਉਸੇ ਤਰ੍ਹਾਂ ਇੱਥੇ ਰੌਲਾ ਰੱਪਾ ਜਿਹਾ ਪੈ ਗਿਆ। ਲੈ ਵੀ ਗਰਮੀ ਆ ਗਈ, ਬਰਫ਼ ਖੁਰ ਗਈ ਆਹ ਅੱਜ ਫੇਰ ਪੈ ਗਈ। ਇਹ ਦੇਖੋ ਸੰਧਾਲੀਆ ਸਾਹਿਬ, ਬਾਬੇ ਦੀ ਕਿਰਪਾ ਜੀ ਕਿ ਜਾਂਦੇ ਜਾਂਦੇ ਹੁਣ ਕਈ ਵਾਰੀ ਤਾਂ 2 ਦਿਨਾਂ ਦੇ ਵਿੱਚ ਹੀ ਬੀਬੀਆਂ ਕਹਿਣ ਲੱਗ ਪੈਂਦੀਆਂ ਹੁੰਦੀਆਂ ਇੰਨੀ ਗਰਮੀ 2 ਦਿਨਾਂ ਦੇ ਵਿੱਚ ਹੀ ਹੋ ਗਈ, ਇਹ ਆਉਣ ਵਾਲੇ 4-5 ਮਹੀਨੇ ਕੱਢਣੇ ਕਿੱਦਾਂ ਆ? ਫਿਰ ਬਾਬਾ ਕਹਿੰਦਾ ਕੋਈ ਗੱਲ ਨਹੀਂ, ਤੁਹਾਨੂੰ ਦੂਜਾ ਰੰਗ ਦਿਖਾ ਦਿੰਦੇ ਆ। ਕਿਉਂਕਿ ਸਾਡੀ ਆਮ ਬੰਦੇ ਦੀ ਤਾਂ ਇਹ ਆਦਤ ਹੈ ਨਾ ਕਿ ਅਸੀਂ ਜੇ ਬਰਫ਼ ਪੈ ਗਈ, ਠੰਡ ਹੋ ਗਈ ਤਾਂ ਅਸੀਂ ਠੰਡ ਤੋਂ ਤੰਗ, ਜੇ ਗਰਮੀ ਹੋ ਗਈ ਤਾਂ ਅਸੀਂ ਗਰਮੀ ਤੋਂ ਤੰਗ, ਤਾਂ ਜੇ ਮੀਂਹ ਪਈ ਜਾਂਦਾ ਤੇ ਐਂ ਲੱਗਦਾ ਹੁੰਦਾ 2 ਦਿਨਾਂ ਦੇ ਵਿੱਚ ਹੀ ਕਿ ਬਾਬਾ ਹੁਣ ਬੰਦ ਕਰ ਦੇ। ਇਸ ਕਰਕੇ ਬਾਬੇ ਨੇ ਆਪਣੇ ਰੰਗ ਜਿਹੜੇ ਉਹ ਦਿਖਾਉਣੇ ਆ। ਕੋਈ ਗੱਲ ਨਹੀਂ, ਹੁਣ ਜਾਂਦੀ ਜਾਂਦੀ ਬਰਫ਼ ਆ, ਇੱਕ ਅੱਧੇ ਅੱਜ ਬਾਹਰ ਜਾ ਕੇ ਟੇਢੇ ਜਿਹਾ ਹੋ ਕੇ ਜੇਬਾਂ ਦੇ ਵਿੱਚ ਹੱਥ ਪਾ ਕੇ ਫੋਟੋ ਫਾਟੋ ਖਿਚਾ ਕੇ ਲਾਓ ਸੋਸ਼ਲ ਮੀਡੀਆ ਦੇ ਉੱਤੇ। ਇਹ ਕੁਛ ਹੀ ਆ ਜੀ ਹੁਣ ਤਾਂ। ਮੁੜ ਕੇ ਥੱਲੇ ਟਿੱਪਣੀ ਕਰਨ ਵਾਲਾ ਬਿਮਾਰ ਨਾ ਹੋ ਜਿਓ ਭਾਜੀ, ਥੋੜਾ ਧਿਆਨ ਰੱਖੋ ਜੀ। ਨਹੀਂ, ਹੁਣ ਉਮਰ ਦੇ ਲਿਹਾਜ਼ ਨਾਲ ਏਦਾਂ ਨਹੀਂ ਚੰਗਾ ਲੱਗਦਾ ਹੁੰਦਾ। ਹੁਣ ਠੰਡ ਜਾਂਦੀ ਜਾਂ ਆਉਂਦੀ ਲੱਗਣੀ ਆ, ਤੁਸੀਂ ਨਹੀਂ ਏਦਾਂ ਕਰੀਦੇ, ਨਿਆਣਿਆਂ ਦੇ ਕੰਮ ਹੁੰਦੇ ਆ। ਨਹੀਂ ਚਲੋ ਵਧੀਆ ਗੱਲ ਆ। ਇੱਕ ਬੇਨਤੀ ਹੋਰ ਕਰਨੀ ਹੈ ਕਿ ਹੋ ਸਕਦਾ ਆਉਣ ਵਾਲੇ ਕੁਝ ਦਿਨ ਚੱਲਦੇ ਪ੍ਰੋਗਰਾਮ ਦੇ ਵਿੱਚ ਕਿਸੇ ਨਿੱਕੇ ਨਿਆਣੇ ਦੀ ਆਵਾਜ਼ ਆਵੇ, ਬਾਹਰੋਂ ਗੱਡੀਆਂ ਦਾ ਹੌਰਨ ਸੁਣੇ, ਪਿੱਛੇ ਮੇਰੇ ਪਿਛਲੇ ਪਾਸੇ ਕਿਤੇ ਸਵਿਚ ਨਜ਼ਰ ਆਉਣ, ਕੋਈ ਅਲਮਾਰੀ ਨਜ਼ਰ ਆਵੇ, ਕੋਈ ਕੰਧ ਦੇ ਉੱਤੇ ਰੰਗ ਲਿੱਥਾ ਹੋਵੇ, ਸਟਿੱਕਰ ਲੱਗਾ ਹੋਵੇ। ਇਹ ਹੁਣ ਥੋੜੇ ਦਿਨ ਝੱਲਣਾ ਪੈਣਾ ਜੀ ਕੰਮ ਇੱਦਾਂ ਹੀ, ਕਿਉਂਕਿ ਕਦੇ ਕਿਤੇ ਰੁਕਣਾ ਕਦੇ ਕਿਤੇ ਰੁਕਣਾ ਹੋ ਸਕਦਾ। ਥੋੜ੍ਹੀ ਜਿਹੀ ਕਿਤੇ ਨਾ ਕਿਤੇ ਆਵਾਜ਼ ਦੀ ਵੀ ਪ੍ਰੋਬਲਮ ਆ ਜਾਵੇ, ਪਰ ਘਬਰਾਉਣਾ ਨਹੀਂ, ਆਪਾਂ ਤਾਂ ਕੰਟੈਂਟ ਦੇ ਉੱਤੇ ਧਿਆਨ ਦੇਣਾ ਜੀ। ਨਹੀਂ ਬਿਲਕੁਲ ਠੀਕ ਆ। ਦੇਖੋ ਤੁਸੀਂ ਇਸ ਵਕਤ ਧਰਤੀ ਦੇ ਕਿਸੇ ਹੋਰ ਪਾਸੇ ਬੈਠੇ ਆ, ਮੈਂ ਧਰਤੀ ਦੇ ਕਿਸੇ ਹੋਰ ਪਾਸੇ ਆ, ਅਤੇ ਸ਼ੁਰੂ 'ਚ ਮੈਨੂੰ ਲੱਗਦਾ ਵੀ ਘਟਨਾਵਾਂ ਜਿਹੜੀਆਂ ਕੁਛ ਘਟੀਆਂ ਨੇ ਹੈ ਤਾਂ ਉਹ ਆਪਣੇ ਭਾਈਚਾਰੇ ਨਾਲ ਹੀ ਸੰਬੰਧਿਤ, ਕਿਉਂਕਿ ਉੱਥੇ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਭਾਈਚਾਰਾ ਰਹਿੰਦਾ। ਅਮਰੀਕਾ ਦੇ ਸੈਕਰਾਮੈਂਟੋ ਏਰੀਏ ਦੀ ਗੱਲ ਕਰਦਾ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਘਰ ਦੇ ਵਿੱਚ ਕਹਿੰਦੇ ਆ ਕਿ ਵੀ ਨਗਰ ਕੀਰਤਨ ਦੇ ਮੌਕੇ ਦੇ ਉੱਪਰ ਜਿਹੜੀ ਉਹ ਗੋਲੀ ਚੱਲੀ, ਉਹਦਾ ਕਰਕੇ ਹਰੇਕ ਦਾ ਧਿਆਨ ਲੱਗਿਆ ਵੀ ਉਹ ਕੀ ਗੱਲ ਹੋ ਗਈ ਜੀ, ਇੱਦਾਂ ਕਿੱਦਾਂ ਜੀ। ਕਿਉਂਕਿ ਜਦੋਂ ਖਬਰ ਆਉਂਦੀ ਉਸ ਤੋਂ ਬਾਅਦ ਫਿਰ ਉਹਦੇ ਕਈ ਨਾਲ ਅਫਵਾਹਾਂ ਵਾਲੇ ਰੂਪ ਵੀ ਸਾਹਮਣੇ ਆ ਜਾਂਦੇ। ਕੁਛ ਦਾ ਕਹਿਣਾ ਸੀ ਜੀ ਇਹ ਤਾਂ ਜੀ ਹਮਲਾ ਕਰ ਦਿੱਤਾ, ਕੁਛ ਦਾ ਕਹਿਣਾ ਸੀ ਜੀ ਇਹ ਤਾਂ ਜੀ ਕੋਈ ਬਾਹਰੋਂ ਨਸਲੀ ਹਮਲਾ ਹੋ ਗਿਆ ਜੀ। ਅਤੇ ਬਾਅਦ ਦੇ ਵਿੱਚ ਜਿੰਨੀਆਂ ਗੱਲਾਂ ਹੁਣ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਉਹ ਸ਼ਾਇਦ ਇੱਕ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ, ਕਿਉਂਕਿ ਅੰਦਰ ਦਰਬਾਰ ਦੇ ਵਿੱਚ ਦੀ ਘਟਨਾ ਨਹੀਂ ਹੈ, ਉਹ ਬਾਹਰ ਦੀ ਘਟਨਾ, ਹਾਲਾਂਕਿ ਹੈ ਉਸੇ ਹਦੂਦ ਦੀ ਘਟਨਾ, ਪਰ ਜੋ ਹੁਣ ਤੱਕ ਦੀ ਖਬਰਸਾਰ ਸਾਹਮਣੇ ਆਉਂਦੀ ਉਹ ਤਾਂ ਇਹੋ ਹੀ ਕਹਿੰਦੇ ਆ ਵੀ ਸ਼ਾਇਦ ਕੋਈ ਨਿੱਜੀ ਝਗੜਾ ਸੀਗਾ ਜਿਸ ਝਗੜੇ ਦੇ ਵਿੱਚ ਇਹ ਗੋਲੀ ਚੱਲੀ ਆ। ਦੇਖੋ ਸੰਧਾਲੀਆ ਸਾਹਿਬ, ਇੱਕ ਗੱਲ ਬਹੁਤ ਚੰਗੇ ਤਰੀਕੇ ਸਾਨੂੰ ਵਿਚਾਰਨੀ ਪਊਗੀ। ਜਿਹੜਾ ਵੀ ਬੰਦਾ ਗੁਰੂ ਘਰ ਦੇ ਵਿੱਚ ਆਸਥਾ ਰੱਖਦਾ, ਜੇ ਬਾਹਰਲੇ ਬੰਦੇ ਗੁਰੂ ਘਰ ਦੇ ਨੇੜੇ ਆ ਕੇ ਆਪਸ ਵਿੱਚ ਲੜਦੇ ਆ ਤਾਂ ਸਮਝ ਆਉਂਦੀ ਆ ਕਿ ਭਾਈ ਉਹਨਾਂ ਨੂੰ ਇੰਪੋਰਟੈਂਸ, ਉਹਨਾਂ ਨੂੰ ਮਹੱਤਤਾ ਦਾ ਨਹੀਂ ਪਤਾ। ਤਾਂ ਜਿਸ ਬੰਦੇ ਦਾ ਧਰਮ ਸਿੱਖ ਹੈ ਜਾਂ ਉਹਨੂੰ ਸਿੱਖ ਧਰਮ ਦੇ ਬਾਬਤ ਪਤਾ ਹੈ ਜਾਂ ਉਹ ਗੁਰੂ ਘਰ ਦੇ ਵਿੱਚ ਕਦੇ ਮੱਥਾ ਟੇਕਦਾ, ਇਹ ਗੱਲ ਸਮਝ ਤੋਂ ਪਰੇ ਹੈ ਕਿ ਅਸੀਂ ਜੇ ਨਿੱਜੀ ਤੌਰ ਦੇ ਉੱਤੇ ਵੀ ਕੋਈ ਝਗੜਾ ਸੀ, ਜੇ ਕੋਈ ਹੋਰ ਵੀ ਝਗੜਾ ਸੀ, ਕਿਸੇ ਵੀ ਬੰਦੇ ਦੀ ਹਿੰਮਤ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਤਮਸਤਕ ਹੁੰਦਾ, ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਬਾਣੀ ਜਿਹੜੀ ਹੈ ਉਹਨੂੰ ਪੜ੍ਹਦਾ, ਉਹਨੂੰ ਵਿਚਾਰਦਾ, ਉਹਦੀ ਹਿੰਮਤ ਵੀ ਕਿਵੇਂ ਪੈ ਸਕਦੀ, ਉਹ ਸੋਚ ਵੀ ਕਿਵੇਂ ਸਕਦਾ ਕਿ ਉਹ ਗੁਰੂ ਘਰ ਦੇ ਅੰਦਰ ਜਾਂ ਗੁਰੂ ਘਰ ਦੇ ਬਾਹਰ ਜਾਂ ਗੁਰੂ ਘਰ ਦੇ ਨੇੜੇ ਜਾਂ ਗੁਰੂ ਘਰ ਦੇ ਕਿਸੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਆਇਆ ਕਿਸੇ ਦੂਸਰੇ ਦੇ ਨਾਲ ਕਿਸੇ ਵੀ ਮਸਲੇ ਦੇ ਉੱਤੇ ਝਗੜ ਪਵੇ, ਯਾਨੀ ਕੋਈ ਵੀ ਕਾਰਨ ਹੋਵੇ, ਕੋਈ ਵੀ, ਜੇ ਤੁਸੀਂ ਆਸਥਾ ਰੱਖਦੇ ਹੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਜੇ ਤੁਹਾਨੂੰ ਪੰਜਾਬੀ ਭਾਸ਼ਾ ਆਉਂਦੀ ਹੈ, ਜੇ ਤੁਹਾਨੂੰ ਇਸ ਧਰਮ ਦਾ ਤੱਤਸਾਰ ਨਿਚੋੜ ਪਤਾ ਹੈ, ਇਹਦਾ ਮਤਲਬ ਹੈ ਕਿ ਅਸੀਂ ਗੁਰੂ ਘਰ ਦੇ ਵਿੱਚ ਆਏ ਹਾਂ ਅਤੇ ਉੱਥੇ ਉਹ ਤਾਂ ਹੁੰਦਾ ਕਿ ਭਾਈ ਨਿੱਜ ਛੱਡ ਦਿਓ, ਸਮਰਪਣ ਕਰ ਦਿਓ ਆਪਣਾ, ਉਧਰਲੇ ਪਾਸੇ ਨੂੰ ਲੱਗ ਜਾਓ। ਅਤੇ ਅਸੀਂ ਜੇ ਉੱਥੇ ਵੀ ਨਿੱਜ ਨਹੀਂ ਛੱਡਦੇ, ਅਸੀਂ ਗੋਲੀਆਂ ਚਲਾਉਂਦੇ ਇੱਕ ਦੂਸਰੇ ਦੇ ਉੱਤੇ, ਸਾਨੂੰ ਨਹੀਂ ਪਤਾ ਕਿ ਕਸੂਰ ਕਿਹਦਾ ਹੈ, ਕਿਉਂਕਿ ਉਹ ਤਾਂ ਅਦਾਲਤ ਨੇ ਤੈਅ ਕਰਨਾ,
ਉਹ ਤਾਂ ਜਦੋਂ ਜਾਂਚ ਪੜਤਾਲ ਹੋਊਗੀ। ਪਹਿਲੀ ਗੱਲ ਕਿ ਭਾਈ ਜਾਨਾਂ ਬਚਣ, ਸਰੀਰਕ ਤੌਰ ਦੇ ਉੱਤੇ ਤੰਦਰੁਸਤੀ ਹੋਵੇ ਉਹਨਾਂ ਦੀ, ਜਿਹੜੇ ਇਸ ਝਗੜੇ ਦੇ ਵਿੱਚ ਜ਼ਖਮੀ ਹੋਏ ਨੇ, ਦੋਸ਼ੀ ਬੰਦੇ ਨੂੰ ਸਜ਼ਾ ਹੋਵੇ। ਪਰ ਤੁਸੀਂ ਇਹ ਦੇਖੋ ਕਿ ਮਿੰਟਾਂ ਸਕਿੰਟਾਂ ਦੇ ਵਿੱਚ ਨੈਸ਼ਨਲ ਇੰਟਰਨੈਸ਼ਨਲ ਮੀਡੀਆ ਉੱਥੇ ਅੱਪੜ ਗਿਆ। ਪੁਲਿਸ ਵਾਲਿਆਂ ਨੇ ਥਾਂ ਉਹ ਘੇਰੇ 'ਚ ਲੈ ਲਿਆ, ਕੈਮਰੇ ਗੱਡ ਲਏ ਉਹਨਾਂ ਨੇ ਸਾਰਿਆਂ ਨੇ। ਤੇ ਜਿੱਥੇ ਦੁਨੀਆ ਭਰ ਦੇ ਵਿੱਚ ਸਾਡੀਆਂ ਖਬਰਾਂ ਅੱਜ ਤੱਕ ਜਾਂਦੀਆਂ ਕੀ ਸੀ, ਮੈਂ ਇਸ ਗੱਲੋਂ ਚਿੰਤਤ ਹਾਂ ਕਿ ਜੀ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਭੁਚਾਲ ਆਇਆ, ਕਿਸੇ ਕੋਨੇ ਦੇ ਵਿੱਚ ਹੜ੍ਹ ਆਇਆ, ਦੁਨੀਆ ਦੇ ਕਿਸੇ ਕੋਨੇ 'ਚ ਕੋਈ ਕੁਦਰਤੀ ਆਫਤ ਆਈ ਤੇ ਤਸਵੀਰਾਂ ਛਪਦੀਆਂ ਹੁੰਦੀਆਂ ਸੀ ਕਿ ਭਾਈ ਉਹ ਦਸਤਾਰ ਬੰਨੀ ਹੈ, ਉਹ ਸਿੱਖ ਭਾਈਚਾਰਾ, ਉਹ ਪੰਜਾਬੀ ਭਾਈਚਾਰਾ, ਤੇ ਉਹਨਾਂ ਨੇ ਵੱਧ ਚੜ ਕੇ ਸਰਕਾਰਾਂ ਤੋਂ ਵੀ ਪਹਿਲਾਂ ਉੱਥੇ ਅੱਪੜ ਕੇ ਲੋਕਾਂ ਨੂੰ ਮਦਦ ਕੀਤੀ। ਖਬਰਾਂ ਜਾਣਕਾਰੀਆਂ ਇਹ ਮਿਲਦੀਆਂ ਹੁੰਦੀਆਂ ਸੀ, ਲੋਕ ਸਤਿਕਾਰ ਕਰਦੇ ਸੀ, ਸਲੂਟ ਕਰਦੇ ਆ, ਰਿਸਪੈਕਟ ਕਰਦੇ ਆ। ਹੁਣ ਇਹ ਜਦੋਂ ਘਟਨਾ ਘਟੀ ਹੈ, ਮੀਡੀਆ ਵਾਲਿਆਂ ਨੇ ਆਣ ਕੇ ਕੈਮਰੇ ਕੱਢੇ ਆ, ਕਸੂਰ ਕੋਈ ਨਹੀਂ ਉਸ ਮੀਡੀਆ ਦਾ। ਹੁਣ ਉਹਨਾਂ ਨੇ ਤਾਂ ਦੱਸਣਾ ਹੀ ਆ ਨਾ ਕਿ ਸਿੱਖ ਟੈਂਪਲ ਹੈ ਜੀ, ਸਿੱਖਾਂ ਦਾ ਗੁਰੂ ਘਰ ਹੈ ਜੀ, ਉੱਥੇ ਝਗੜਾ ਹੋਇਆ, ਉੱਥੇ ਗੋਲੀ ਚੱਲੀ ਹੈ। ਸਭ ਤੋਂ ਪਹਿਲਾਂ ਉਹਨਾਂ ਨੇ ਥਾਂ ਦੱਸਣੀ ਆ ਕਿ ਅਮਰੀਕਾ ਦੇਸ਼ ਹੈ, ਉਹਦਾ ਆ ਸੂਬਾ ਹੈ, ਉਹਦਾ ਆ ਸ਼ਹਿਰ ਹੈ, ਤੇ ਉਸ ਸ਼ਹਿਰ ਦੇ ਵਿੱਚ ਆ ਥਾਂ ਆ। ਇੱਕ ਦਿਨ ਦੇ ਵਿੱਚ ਦੁਨੀਆ ਭਰ ਦੇ ਵਿੱਚ ਸਾਡਾ ਪ੍ਰਚਾਰ ਕੀ ਗਿਆ। ਹੁਣ ਜਦੋਂ ਕੋਈ ਹੋਰ ਵਿਅਕਤੀ ਜਿਹਨੂੰ ਸਿੱਖ ਧਰਮ ਦੇ ਬਾਰੇ, ਪੰਜਾਬੀਆਂ ਦੇ ਬਾਬਤ ਨਹੀਂ ਪਤਾ, ਉਹ ਸਿੱਖ ਧਰਮ ਦੀਆਂ ਟੀਚਿੰਗਸ, ਸਿੱਖਿਆਵਾਂ ਪੜ੍ਹਦਾ, ਉਹਦੇ ਵਿੱਚ ਜੋ ਕੁਝ ਲਿਖਿਆ ਇਹ ਘਟਨਾ ਉਹਦੇ ਤੋਂ ਬਿਲਕੁਲ ਉਲਟ ਹੈ। ਤੇ ਜਦੋਂ ਘਟਨਾ ਬਿਲਕੁਲ ਉਲਟ ਹੈ ਤਾਂ ਫਿਰ ਤੁਸੀਂ ਦੇਖੋ ਕਿ ਦੂਸਰਿਆਂ ਦੇ ਮਨ ਦੇ ਵਿੱਚ ਸਾਡੇ ਪ੍ਰਤੀ ਕਿੱਦਾਂ ਦਾ ਪ੍ਰਭਾਵ ਜਾਊਗਾ। ਇੱਥੋਂ ਤੱਕ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ, ਜਿਨ੍ਹਾਂ ਨੂੰ ਖਾਸ ਤੌਰ ਦੇ ਉੱਤੇ ਪ੍ਰਵਾਸੀ ਪੰਜਾਬੀ ਜਿਹੜੇ ਹੈ ਬਹੁਤ ਔਖੇ ਹੋ ਕੇ ਪੰਜਾਬੀ ਭਾਸ਼ਾ ਸਿਖਾਉਂਦੇ ਆ, ਬਹੁਤ ਔਖੇ ਹੋ ਕੇ ਉਹਨਾਂ ਨੂੰ ਆਪਣਾ ਸਮਾਂ ਕੱਢ ਕੇ ਗੁਰੂ ਘਰ ਲੈ ਕੇ ਜਾਂਦੇ ਆ, ਤੇ ਜਿਨ੍ਹਾਂ ਦਾ ਯਤਨ ਪੂਰੇ ਦਾ ਪੂਰਾ ਹੁੰਦਾ ਕਿ ਕਿਤੇ ਨਾ ਕਿਤੇ ਇਹ ਬੰਦੇ ਜਿਹੜੇ ਨਾਲ ਬੱਚੇ ਜੁੜੇ ਰਹਿ ਸਕਣ, ਇਹ ਸਾਡੇ ਧਰਮ ਦੇ ਨਾਲ, ਇਹ ਸਾਡੇ ਸੱਭਿਆਚਾਰ ਦੇ ਨਾਲ, ਇਹ ਸਾਡੇ ਵਿਰਸੇ ਦੇ ਨਾਲ ਜੁੜੇ ਰਹਿਣ। ਤੇ ਉਹ ਬੱਚੇ ਸਵਾਲ ਕਰਨਗੇ ਕਿ ਭਾਈ ਉੱਥੇ ਜਾ ਕੇ ਤਾਂ ਆਪਾਂ ਸਮਰਪਣ ਕਰਨਾ ਹੁੰਦਾ, ਉੱਥੇ ਜਾ ਕੇ ਤਾਂ ਆਪਾਂ ਬਾਣੀ ਨਾਲ ਜੁੜਨਾ ਹੁੰਦਾ, ਉੱਥੇ ਜਾ ਕੇ ਗੋਲੀਆਂ ਦੀ ਠਾਠੂ ਕਰਦੀ ਕੀ ਹੈ। ਵੱਡਾ ਮਸਲਾ ਚਾਹੇ ਗੁਰੂ ਘਰ ਦੀ ਗੋਲਕ ਦੀ ਲੜਾਈ ਹੋਵੇ, ਚਾਹੇ ਗੁਰੂ ਘਰ ਦੇ ਨੇੜੇ ਜਾ ਕੇ ਸਾਡੀਆਂ ਨਿੱਜੀ ਲੜਾਈਆਂ ਹੋਣ, ਪ੍ਰਧਾਨਗੀਆਂ ਲਈ ਲੜਾਈਆਂ ਹੋਣ, ਚਾਹੇ ਧਰਮ ਦੇ ਅੰਦਰ ਵੀ ਕਈ ਵਾਰੀ ਵਿਚਾਰਧਾਰਕ ਤੌਰ ਤੇ ਮਤਭੇਦ ਹੋ ਜਾਂਦੇ ਆ। ਇਹ ਥੋੜੀ ਕਿ ਅਸੀਂ ਗਾਲੀ ਗਲੋਚ ਕਰੀਏ, ਦਸਤਾਰਾਂ ਲਾਈਏ ਤੇ ਇੱਕ ਦੂਜੇ ਤੇ ਗੋਲੀਆਂ ਚਲਾ ਦਈਏ, ਥੋੜਾ ਜਿਹਾ ਠਰਮੇ ਨਾ। ਬਾਕੀ ਇਹ ਗੱਲ ਤੁਹਾਡੀ ਠੀਕ ਹੈ ਕਿ ਜਦੋਂ ਮੀਡੀਆ ਕਿਤੇ ਵੀ ਪਹੁੰਚਦਾ, ਫਿਰ ਉਹ ਜਿਹੜਾ ਪ੍ਰਚਾਰ ਹੁੰਦਾ, ਉਹ ਫਿਰ ਹਰੇਕ ਨੂੰ ਆਪਣੇ ਹਿਸਾਬ ਨਾਲ ਮੌਕਾ ਮਿਲ ਜਾਂਦਾ। ਆਪਾਂ ਇਹ ਪੰਜਾਬ ਵਾਲੀ ਘਟਨਾ ਜਿਹੜੀ ਅਜੇ ਤਾਜ਼ੀ ਵਾਪਰੀ ਹੈ, ਉਹਦੇ ਤੋਂ ਵੀ ਦੇਖਿਆ ਕਿ ਵੀ ਜਿੱਥੇ ਜਿਹਨੂੰ ਜਿਵੇਂ ਲੱਗਿਆ ਉਹਨੇ ਉਸ ਹਿਸਾਬ ਨਾਲ ਭੰਡਣਾ ਸ਼ੁਰੂ ਕੀਤਾ। ਪਰ ਤੁਸੀਂ ਇਹ ਦੇਖੋ ਨਾ ਵੀ ਇਹੋ ਜਿਹੀਆਂ ਖਬਰਾਂ ਜਦੋਂ ਆਉਂਦੀਆਂ ਨੇ ਉਦੋਂ ਤੇ ਹਰੇਕ ਬੰਦਾ ਚੱਕ ਲੈਂਦਾ, ਪਰ ਚੰਗੀ ਖਬਰ ਮੇਰਾ ਖਿਆਲ ਬਹੁਤ ਘੱਟ ਦੱਸੀ ਜਾਂਦੀ ਹੈ। ਇੱਥੇ ਮੈਨੂੰ ਲੱਗਦਾ ਇੱਕ ਆਪਾਂ ਦੂਸਰਾ ਪੱਖ ਵੀ ਜ਼ਰੂਰ ਸਾਂਝਾ ਕਰ ਲਈਏ। ਹੁਣ ਪਾਕਿਸਤਾਨ ਦੇ ਹਾਲਾਤ ਆਪਾਂ ਨੂੰ ਪਤਾ ਵੀ ਉੱਥੇ ਮਹਿੰਗਾਈ ਨੇ ਲੱਕ ਤੋੜਿਆ ਪਿਆ, ਜੋ ਹੜ੍ਹਾਂ ਵਾਲਾ ਮਸਲਾ ਪਿਆ, ਉਸ ਤੋਂ ਬਾਅਦ ਸਰਕਾਰ ਟੁੱਟੀ, ਫਿਰ ਉੱਥੇ ਕੋਈ ਕਿਸੇ ਦਾ ਵਾਲੀ ਵਾਰਸ ਨਹੀਂ। ਪਿਛਲੇ ਦਿਨ ਆਪਾਂ ਆਟੇ ਖਾਤਰ ਗੋਲੀਆਂ ਚੱਲਦੀਆਂ ਦੇਖੀਆਂ ਸੀ, ਤੇ ਹੁਣ ਕਿਉਂਕਿ ਇੱਕ ਕਹਿ ਲਓ ਕਿ ਧਾਰਮਿਕ ਉਹਨਾਂ ਦਾ ਮਹੀਨਾ ਚੱਲਦਾ ਪਿਆ, ਤੇ ਉਹਦਾ ਕਰਕੇ ਲੋਕਾਂ ਨੂੰ ਇਹ ਹੁੰਦਾ ਵੀ ਚਲੋ ਜਿਹੜਾ ਖਾਣਾ ਦਾਣਾ ਹੈ ਉਹ ਇੱਕ ਦੂਸਰੇ ਨੂੰ ਖਵਾਉਣਾ, ਉਹਨੂੰ ਵੀ ਇੱਕ ਤਰ੍ਹਾਂ ਨਾਲ ਪੁੰਨ ਦਾ ਕੰਮ ਸਮਝਿਆ ਜਾਂਦਾ। ਹੁਣ ਤੁਸੀਂ ਦੇਖੋ ਵੀ ਪੌਣੇ 200 ਨੂੰ ਕਿਲੋ ਆਟਾ, ਇਹ ਹਾਲਾਤ ਹੈ ਇਸ ਵਕਤ। ਜਿਹੜਾ ਬੰਦਾ ਹੈ ਉਹ ਸੋਚਦਾ ਵੀ ਯਾਰ ਪੌਣੇ 200 ਨੂੰ ਕਿਲੋ ਆਟਾ ਮੈਂ ਦੱਸੋ ਆਪ ਕੀ ਖਾਊਂਗਾ, ਨਿਆਣਿਆਂ ਨੂੰ ਕੀ ਖਵਾਊਂ। ਇਹੋ ਜਿਹੇ ਮੌਕੇ 'ਤੇ ਵੀ ਪਿਸ਼ਾਵਰ ਦੇ ਵਿੱਚ ਜਿਹੜੇ ਵਸਦੇ ਸਿੱਖ ਨੇ, ਹਾਲਾਂਕਿ ਬਹੁਤ ਘੱਟ ਗਿਣਤੀ 'ਚ ਨੇ, ਫਿਰ ਵੀ ਉਹਨਾਂ ਨੇ ਮੁਸਲਮਾਨ ਭਾਈਚਾਰੇ ਦੇ ਲਈ ਉਹ ਕਹਿੰਦੇ ਵੀ ਲਗਾਤਾਰ ਇਹਨਾਂ ਦਿਨਾਂ ਦੇ ਵਿੱਚ ਖਾਣੇ ਦਾ ਪ੍ਰਬੰਧ ਉਹ ਕਰ ਰਹੇ ਨੇ। ਇਸ ਤੋਂ ਇਲਾਵਾ ਕਿਉਂਕਿ ਜਿਹੜੇ ਵਪਾਰੀ ਨੇ ਉਹ ਕਹਿੰਦੇ ਵੀ ਜੇ ਸਾਡੇ ਕੋਲ ਵਪਾਰ ਦੇ ਵਿੱਚ ਕੋਈ ਛੋਟ ਅਸੀਂ ਲੋਕਾਂ ਨੂੰ ਦੇ ਸਕਦੇ, ਉਹ ਵੀ ਦੇ ਰਹੇ। ਹੁਣ ਇਹ ਇਸੇ ਧਰਤੀ ਦੇ ਇੱਕ ਉਸ ਹਿੱਸੇ ਦੀ ਕਹਾਣੀ ਹੈ ਜਿੱਥੇ ਆਮ ਤੌਰ 'ਤੇ ਇਹ ਖਬਰਾਂ ਆਉਂਦੀਆਂ ਹੁੰਦੀਆਂ ਕਿ ਵੀ ਉੱਥੇ ਸਿੱਖਾਂ ਦੇ ਨਾਲ ਆਹ ਹੁੰਦਾ, ਉੱਥੇ ਸਿੱਖਾਂ ਦੇ ਨਾਲ ਉਹ ਹੁੰਦਾ। ਉਹਦੇ ਬਾਵਜੂਦ ਵੀ ਉਹ ਆਪਣਾ ਧਰਮ ਨਹੀਂ ਭੁੱਲੇ ਵੀ ਜੇ ਸਾਨੂੰ ਸਾਡੇ ਬਾਬੇ ਨੇ ਸਿਖਾਇਆ ਵੀ ਦਸਵੰਧ ਕੱਢਣਾ ਅਤੇ ਤੁਸੀਂ ਅਗਲੇ ਦਾ ਭਲਾ ਕਰਨਾ, ਤੇ ਉਹ ਕਰਨਾ ਜ਼ਰੂਰ ਹੈ। ਬਹੁਤ ਜ਼ਰੂਰੀ ਹੈ ਸੰਧਾਲੀਆ ਸਾਹਿਬ। ਦੇਖੋ, ਜਿੰਨੀਆਂ ਮਾਣਮੱਤੀਆਂ ਪ੍ਰਾਪਤੀਆਂ, ਜਿੰਨਾ ਅਮੀਰ ਵਿਰਸਾ, ਜਿੰਨਾ ਇਤਿਹਾਸ ਕੋਲ ਹੈ, ਉਹਦੇ ਉੱਤੇ ਨਜ਼ਰ ਕੀਤੇ ਬਿਨਾਂ ਕੋਈ ਐਕਸ਼ਨ ਲੈਣਾ ਬਹੁਤ ਗਲਤ ਹੈ। ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਕੁਝ ਇੱਕ ਵੀਡੀਓਜ਼ ਚਰਚਾ ਦੇ ਵਿੱਚ ਸੀ ਕਿ ਇੱਕ ਗੁਰੂ ਘਰ ਹੈ, ਗੁਰੂ ਘਰ ਦੀ ਗੋਲਕ ਹੈ, ਤੇ ਗੋਲਕ ਦੇ ਉੱਤੇ 2-3 ਜਣੇ ਬੈਠੇ ਆ ਗੋਲਕ ਦੇ ਉੱਤੇ। ਉਹਦਾ ਮਤਲਬ ਕੀ ਹੋਇਆ ਕਿ ਭਾਈ ਗੋਲਕ ਖੁੱਲ੍ਹਣੀ ਹੋਊਗੀ, ਗਿਣਨੀ ਹੋਊਗੀ, ਚਾਹੇ ਉਹ ਬੰਦੇ ਠੀਕ ਹੋਣ, ਗਲਤ ਹੋਣ। ਅਸੀਂ ਨਹੀਂ ਇਹ ਕਹਿੰਦੇ ਕਿ ਉਹ ਗਲਤ ਨੇ, ਪਰ ਜਾਨੀ ਕੋਈ ਬੰਦਾ ਸੋਚ ਕਿਵੇਂ ਸਕਦਾ ਕਿਸੇ ਗੁਰੂ ਘਰ ਦੀ ਤਸਵੀਰ, ਕਿਸੇ ਗੁਰੂ ਘਰ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਇਸ ਤਰ੍ਹਾਂ ਜਾਊਗੀ ਕਿ ਭਾਈ ਗੁਰੂ ਘਰ ਦੀ ਗੋਲਕ ਹੈ, ਗੋਲਕ ਦੇ ਉੱਤੇ 2-3 ਜਣੇ ਬੈਠੇ ਹੈ ਤੇ ਬਾਕੀ ਉਹਨਾਂ ਨੂੰ ਕੁਛ ਆਖ ਰਿਹਾ ਤੇ ਉਹ ਗੋਲਕ ਤੋਂ ਉੱਠਦੇ ਨਹੀਂ। ਜੇ ਇਸ ਮੋਹ ਮਾਇਆ ਤੋਂ, ਜੇ ਇਸ ਰੁਪਈਏ ਧੇਲੇ ਤੋਂ, ਜੇ ਇਸ ਕਰੰਸੀ ਤੋਂ ਸਾਨੂੰ ਪਰੇ ਦੂਰ ਦੁਨਿਆਵੀ ਚੀਜ਼ਾਂ ਦੱਸ ਕੇ ਰਹਿਣ ਨੂੰ ਕਿਹਾ ਗਿਆ ਸੀ, ਅਸੀਂ ਉਹਦੇ ਉੱਪਰ ਬਹਿ ਗਏ। ਜਾਣੀ ਸਭ ਤੋਂ ਪਹਿਲਾਂ ਲੜਾਈ ਕਾਹਦੀ ਹੁੰਦੀ ਹੈ? ਆਮ ਤੌਰ ਦੇ ਉੱਤੇ ਦੇਖੀਦਾ ਕਿ ਜੀ ਉਹਨਾਂ ਨੇ ਤਾਂ ਗੋਲਕ ਨੂੰ ਜਿੰਦੇ ਲਾਤੇ, ਜਾਣੀ 2 ਧੜੇ ਹੋ ਗਏ ਕਿਤੇ
ਕਿ ਗੋਲਕ ਨੂੰ ਜਿੰਦਰੇ ਲਾਤ। ਕਮਾਲ ਹੋ ਗਈ ਯਾਰ। ਜਿਹੜੀ ਗੱਲ ਦਾ ਸੰਧਾਲੀਆ ਸਾਹਿਬ ਵਿਰੋਧ ਕੀਤਾ, ਸਭ ਤੋਂ ਪਹਿਲਾਂ ਜਿੰਦਰਾ ਹੀ ਉਹਨੂੰ, ਕਿ ਗੋਲਕ ਦੇ ਉੱਤੇ ਜੇ ਸਾਡਾ ਕਬਜ਼ਾ ਹੋ ਗਿਆ ਫਿਰ ਸਭ ਕੁਝ ਠੀਕ ਹੈ। ਬਾਕੀ ਚੀਜ਼ਾਂ ਕਦੀ ਕਿਸੇ ਨੇ ਸੋਚਿਆ ਕਿ ਭਾਈ ਜਿਹੜੇ ਗੁਰੂ ਘਰ ਦੇ ਵਿੱਚ ਭਾਂਡੇ ਹੁੰਦੇ, ਜਿਸ ਕਮਰੇ ਦੇ ਵਿੱਚ ਪਏ, ਜਿੱਥੋਂ ਲੋਕਾਂ ਨੂੰ ਬਰਤਨ ਦਿੱਤੇ ਜਾਂਦੇ ਆ, ਜਾਂ ਕਦੇ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਜਾ ਕੇ ਤਾਂ ਭਾਂਡਿਆਂ ਵਾਲੇ ਕਮਰੇ ਨੂੰ ਜਿੰਦਾ ਲਾਤਾ? ਕਦੇ ਸੁਣਿਆ ਕਿਸੇ ਨੇ? ਜਾਣੀ ਉਹ ਮਾਨਸਿਕਤਾ ਜਿਹੜੀ ਹੈ ਨਾ, ਥੋੜੀ ਜਿਹੀ ਤਬਦੀਲ ਕਰਨੀ ਪਊਗੀ। ਕਿਤੇ ਇਹ ਲੜਾਈ ਗੋਲਕਾਂ ਦੀ ਲੜਾਈ ਬਣ ਕੇ ਨਾ ਰਹਿ ਜਾਏ। ਆਪਾਂ ਹੁਣ ਬਹੁਤਾ ਇਧਰਲੇ ਪਾਸੇ ਨੂੰ ਸੰਧਾਲੀਆ ਸਾਹਿਬ ਅੱਗੇ ਨੂੰ ਨਹੀਂ ਜਾਵਾਂਗੇ, ਨਹੀਂ ਤਾਂ ਕਈ ਤਰ੍ਹਾਂ ਦੇ ਕਿੰਤੂ ਪ੍ਰੰਤੂ ਹੋਣੇ ਆ, ਪਰ ਥੋੜਾ ਜਿਹਾ ਵਿਚਾਰਨ ਦੀ ਲੋੜ ਹੈ। ਇਹ ਘਟਨਾਵਾਂ ਜਿਹੜੀਆਂ ਨੇ ਦੁਨੀਆ ਭਰ ਦੇ ਵਿੱਚ 2-4 ਸਾਲ ਲਾ ਕੇ ਜਦੋਂ ਤੱਕ ਆਪਣਾ ਅਕਸ ਵਧੀਆ ਕੀਤਾ ਜਾਂਦਾ, ਇੱਕ ਘਟਨਾ ਸਾਰੇ ਅਕਸ ਨੂੰ ਮਲੀਆਮੇਟ ਕਰਦੀ ਹੈ। ਬਿਲਕੁਲ ਸਹੀ। ਹੁਣ ਚਲੋ ਜੇ ਆਪਾਂ ਪੰਜਾਬ ਵਾਲੇ ਪਾਸੇ ਸ਼ੁਰੂਆਤ ਕਰੀਏ, WhatsApp ਤੇ ਇੱਕ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਵੀ 2 ਦਿਨ ਬੜੇ ਇੰਪੋਰਟੈਂਟ ਨੇ। ਇੱਕ ਤਾਂ ਜਿਹੜਾ ਕੱਲ ਦਾ ਦਿਨ ਲੰਘ ਗਿਆ 27 ਤਰੀਕ ਦਾ, ਤੇ ਇੱਕ ਅੱਜ ਦਾ ਦਿਨ 28 ਤਰੀਕ ਦਾ। ਕੱਲ 27 ਨੂੰ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇਕੱਤਰਤਾ ਸੱਦੀ ਸੀ, ਉੱਥੇ ਉਹਨਾਂ ਨੇ ਫੈਸਲੇ ਲੈਣੇ ਸੀ। ਇਕੱਤਰਤਾ ਹੋ ਗਈ, ਫੈਸਲੇ ਵੀ ਲੈ ਗਿਆ, ਆਪਾਂ ਉਹਦੀ ਗੱਲ ਵੀ ਕਰਦੇ ਹਾਂ। ਤੇ ਦੂਸਰਾ ਜੇ 28 ਤਰੀਕ ਨੂੰ, ਕਿਉਂਕਿ ਉਹ ਕੋਰਟ ਨੇ ਜਿਹੜੀ ਹੈਬਿਸ ਕਾਰਪਸ ਪਟੀਸ਼ਨ ਪਈ ਸੀ, ਉਸ ਤੋਂ ਇਲਾਵਾ ਕੁਝ ਹੋਰ ਪਟੀਸ਼ਨਾਂ ਪਈਆਂ ਸੀ, ਉਹਨਾਂ ਸਾਰਿਆਂ ਨੂੰ ਰਲਾ ਕੇ ਸੁਣਵਾਈ ਫਿਰ ਹੋਣੀ ਹੈ ਕਿ ਜੀ ਜਿਹੜੇ ਲੋਕ ਕਹਿੰਦੇ ਨੇ ਕਿ ਸਾਡੇ ਬੰਦੇ ਗਲਤ ਚੱਕੇ ਗਏ, ਉਹਨਾਂ ਨੂੰ ਦੱਸ ਦਿਓ। ਜਿਨ੍ਹਾਂ ਦੇ ਬਾਰੇ ਪਤਾ ਕੁਝ ਨਹੀਂ ਹੈਗਾ ਵੀ ਉਹ ਕਿੱਥੇ ਨੇ ਕਿੱਥੇ ਨਹੀਂ, ਉਹਨਾਂ ਬਾਰੇ ਪਤਾ ਕਰ ਦਿਓ। ਉਹਦਾ ਵੀ ਚਲੋ ਅੱਜ ਨਤੀਜਾ ਆ ਜਾਣਾ। ਹੁਣ ਕੱਲ੍ਹ ਵਾਲੀ ਇਕੱਤਰਤਾ ਦੀ ਜੇ ਆਪਾਂ ਗੱਲ ਕਰੀਏ, ਤੇ ਕੱਲ੍ਹ ਜਿਹੜੀਆਂ ਸੱਦੀਆਂ ਗਈਆਂ ਜਥੇਬੰਦੀਆਂ, ਉੱਥੇ ਕਾਫੀ ਵੱਡੀ ਗਿਣਤੀ ਦੇ ਵਿੱਚ ਸੰਗਤ ਗਈ। ਜਥੇਬੰਦੀਆਂ ਦੇ ਮੁਖੀ ਗਏ, ਹੋਰ ਬੁੱਧੀਜੀਵੀ ਗਏ, ਵਿਦਿਆਰਥੀ ਜਥੇਬੰਦੀਆਂ ਦੇ ਕਹਿੰਦੇ ਕਿ ਲੋਕ ਗਏ। ਜਥੇਦਾਰ ਸਾਹਿਬ ਆਪ ਉੱਥੇ ਹੋਏ, ਤੇ ਜਿੱਦਾਂ ਉਹਨਾਂ ਨੇ ਕਿਹਾ ਕਿ ਵੀ ਆਹ ਵਧੀਆ ਹੋ ਗਿਆ ਵੀ ਆਪਾਂ ਸਿਰ ਜੋੜ ਕੇ ਬੈਠੇ, ਇਕੱਤਰਤਾ ਹੋਈ, ਮੀਟਿੰਗ ਹੋਈ। ਉਹ ਕਹਿੰਦੇ ਵੀ ਕਈ ਵਾਰ ਕਿਹਾ ਜਾਂਦਾ ਵੀ ਜਥੇਦਾਰ ਜੀ ਤੁਸੀਂ ਮੀਟਿੰਗ ਸੱਦਦੇ ਨਹੀਂ। ਕਹਿੰਦੇ ਮੈਂ ਇਸੇ ਦੁੱਖੋਂ ਨਹੀਂ ਕਿ ਨਾ ਸਾਦਾ ਹੁੰਦਾ ਵੀ ਜਾਂ ਆਪਾਂ ਸਿਰ ਜੋੜ ਕੇ ਬਹਿੰਦੇ ਨੇ ਜਾਂ ਆਪਾਂ ਰੌਲਾ ਪਾ ਲੈਂਦੇ ਹਾਂ। ਅਤੇ ਜੇ ਇੱਦਾਂ ਸਿਰ ਜੋੜ ਕੇ ਆਪਾਂ ਬਹਿਣ ਦੀ ਗੱਲ ਕਰਨ ਲੱਗ ਪਈਏ, ਤਾਂ ਭਾਵੇਂ ਰੋਜ਼ ਹੀ ਮੀਟਿੰਗ ਕਰ ਲਿਆ ਕਰੀਏ, ਇਤਰਾਜ਼ ਕੀ ਆ। ਸੋ ਉਹ ਮੀਟਿੰਗ ਜਿਹੜੀ ਫਾਈਨਲੀ ਹੋ ਗਈ, ਅਤੇ ਉਸ ਤੋਂ ਬਾਅਦ ਜਥੇਦਾਰ ਸਾਹਿਬ ਨੇ ਕੁਝ ਨਿਰਦੇਸ਼ ਦੇ ਦਿੱਤੇ। ਮੈਨੂੰ ਇਹ ਆ ਵੀ ਆਪਾਂ ਉਹ 'ਤੇ ਗੱਲ ਕਰ ਲਈਏ। ਹੁਣ ਬਹੁਤ ਜ਼ਰੂਰੀ ਹੈ ਸੰਧਾਲੀਆ ਸਾਹਿਬ, ਜਾਣੀ ਕਿ ਮੀਟਿੰਗਾਂ ਤਾਂ ਇਕੱਤਰਤਾਵਾਂ ਤਾਂ ਹੋਣੀਆਂ ਚਾਹੀਦੀਆਂ, ਕਿਉਂਕਿ ਇਕੱਤਰਤਾ ਦੇ ਵਿੱਚੋਂ, ਮੀਟਿੰਗਾਂ ਦੇ ਵਿੱਚੋਂ ਹੀ ਫੈਸਲੇ ਨਿਕਲਣੇ ਆ। ਮੈਂ ਪਹਿਲੀ ਗੱਲ ਇਸ ਗੱਲ ਦੀ ਵੀ ਆਸ ਤੇ ਉਮੀਦ ਕਰਦਾ ਸਤਿਕਾਰਯੋਗ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਕੋਲੋਂ, ਕਿ ਇਹ ਮੁੱਦਾ ਬਹੁਤ ਵੱਡਾ ਬਣ ਗਿਆ ਸੀ। ਇਸ ਮੁੱਦੇ ਦੇ ਉੱਤੇ ਉਹਨਾਂ ਨੇ ਵੇਲੇ ਸਿਰ ਇਕੱਤਰਤਾ ਸੱਦੀ, ਚੰਗਾ। ਹੁਣ ਜਦੋਂ ਇਕੱਤਰਤਾ ਸੱਦ ਕੇ ਉਹਦੇ ਵਿੱਚੋਂ ਫੈਸਲੇ ਹੋਣ ਲੱਗ ਜਾਣਗੇ, ਫੈਸਲੇ ਲਾਗੂ ਹੋਣ ਲੱਗ ਜਾਣਗੇ, ਤੇ ਨਾਲ ਦੀ ਨਾਲ ਇਕੱਤਰਤਾਵਾਂ ਦਾ ਸਿਲਸਿਲਾ ਜਾਰੀ ਰਹੇ। ਇਹ ਇੱਕੋ ਇੱਕ ਮੁੱਦਾ ਨਹੀਂ ਸੰਧਾਲੀਆ ਸਾਹਿਬ, ਬਹੁਤ ਮੁੱਦੇ ਨੇ ਜਿਹੜੇ ਲਟਕੇ ਪਏ ਆ, ਜਿਹੜੇ ਪੈਂਡਿੰਗ ਪਏ ਆ। ਕਈ ਅਹਿਮ ਮੁੱਦਿਆਂ ਦੇ ਉੱਤੇ ਕਮੇਟੀਆਂ ਬਣੀਆਂ, ਕਮੇਟੀਆਂ ਦੇ ਫੈਸਲੇ ਆਉਣ ਵਾਲੇ ਨੇ, ਕਿਉਂਕਿ ਅਸੀਂ ਇਕੱਤਰਤਾ ਉਦੋਂ ਹੀ ਨਹੀਂ ਕਰਨੀ ਜਦੋਂ ਕੋਈ ਮੁੱਦਾ ਬਹੁਤ ਵੱਡਾ ਹੋ ਜਾਂਦਾ, ਤੇ ਉਸ ਮੁੱਦੇ ਦੇ ਉੱਤੇ ਤੁਰੰਤ ਫੈਸਲਾ ਲੈਣ ਤੋਂ ਬਿਨਾਂ ਸਾਡੇ ਕੋਲ ਕੋਈ ਚਾਰਾ ਨਹੀਂ ਬਚਦਾ। ਮੁੱਦੇ ਦੇ ਉੱਭਰਨ ਤੋਂ ਲੈ ਕੇ ਉਹਦੇ ਵੱਡੇ ਹੋਣ ਤੋਂ ਪਹਿਲਾਂ ਹੀ ਆਪਾਂ ਇਕੱਤਰਤਾ ਸੱਦ ਕੇ ਫੈਸਲੇ ਕਰ ਲੈਣੇ ਆ, ਕਿਉਂਕਿ ਜ਼ਰੂਰੀ ਥੋੜੀ ਹੈ ਕਿ ਉਸ ਪੀਕ ਦੇ ਉੱਤੇ ਆਪਾਂ ਪਹੁੰਚਾ ਕੇ ਮੁੱਦਾ ਤੇ ਉਹਦੇ ਤੋਂ ਬਾਅਦ ਇਕੱਠੇ ਹੋਣਾ। ਆਪਾਂ ਪਹਿਲਾਂ ਹੀ ਹੋਣਾ। ਕੋਈ ਚੀਜ਼ ਸ਼ੁਰੂ ਹੁੰਦੀ ਹੈ, ਫਿਲਮਾਂ ਦੇ ਵਿੱਚ, ਗੀਤਾਂ ਦੇ ਵਿੱਚ ਸਾਡੇ ਧਰਮ ਨੂੰ ਪੇਸ਼ ਕਿੱਦਾਂ ਕੀਤਾ ਜਾਂਦਾ, ਇੱਕ ਬਹੁਤ ਵੱਡਾ ਸਵਾਲ ਹੁੰਦਾ। ਜਦੋਂ ਕਿਸੇ ਫਿਲਮ ਦੇ ਵਿੱਚ ਜਾਂ ਕਿਸੇ ਗੀਤ ਦੇ ਵਿੱਚ ਉਸ ਤਰ੍ਹਾਂ ਦੀ ਕੋਈ ਇਤਰਾਜ਼ਯੋਗ ਚੀਜ਼ ਆ ਜਾਂਦੀ ਹੈ, ਉਹਦੇ ਤੋਂ ਬਾਅਦ ਸ਼ਿਕਾਇਤ ਆਉਂਦੀ ਹੈ, ਅਸੀਂ ਸਿਰ ਜੋੜਦੇ ਹਾਂ। ਅਸੀਂ ਪਹਿਲੇ ਇੱਕ ਰੂਪ ਰੇਖਾ ਤੈਅ ਕਰ ਲਈਏ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕਿਸ ਅਵਸਥਾ ਦੇ ਵਿੱਚ ਕਿੱਥੇ ਲਿਜਾਇਆ ਜਾ ਸਕਦਾ, ਕਿੱਥੇ ਨਹੀਂ ਲਿਜਾਇਆ ਜਾ ਸਕਦਾ, ਜਿਹਦੇ ਬਾਬਤ ਜਥੇਦਾਰ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਸਬ ਕਮੇਟੀ ਬਣਾਈ ਸੀ, ਉਹਨਾਂ ਦੀ ਰਿਪੋਰਟ ਆਈ ਸੀ, ਰਿਪੋਰਟ ਵਾਪਸ ਕਰ ਦਿੱਤੀ ਕਿ ਸਾਰਿਆਂ ਦੇ ਦਸਤਖਤ ਨਹੀਂ। ਉਦਾਂ ਦੇ ਮੁੱਦੇ ਵੀ ਬੜੇ ਅਹਿਮ ਨੇ, ਉਹਨਾਂ ਦੇ ਉੱਤੇ ਵੀ ਦੇਰੀ ਨਹੀਂ ਕਰਨੀ ਚਾਹੀਦੀ, ਕਿਉਂਕਿ ਦਿਸ਼ਾ ਨਿਰਦੇਸ਼ ਤੈਅ ਹੋਣਗੇ ਤਾਂ ਮੁੜ ਕੇ ਕੋਈ ਸਮੱਸਿਆ ਖੜੀ ਨਹੀਂ ਹੋਏਗੀ। ਹੁਣ ਪਹਿਲੀ ਗੱਲ ਇਹ ਕਿ ਜਿਹੜੀਆਂ 60-70 ਜਥੇਬੰਦੀਆਂ ਇਹਦੇ ਵਿੱਚ ਸੱਦੀਆਂ ਗਈਆਂ ਸੀ, ਸੰਧਾਲੀਆ ਸਾਹਿਬ ਪਤਾ ਲੱਗਾ ਕਿ ਉਹਨਾਂ ਨੂੰ 2-2 ਮਿੰਟ ਦਾ ਸਾਰਿਆਂ ਨੂੰ ਸਮਾਂ ਦਿੱਤਾ ਗਿਆ। ਤੇ ਵਿਸ਼ਾ ਕੀ ਸੀ? ਵਿਸ਼ਾ ਸੀ ਕਿ ਜਿਹੜਾ ਪੰਜਾਬ ਪੁਲਿਸ ਨੇ ਪਿਛਲੇ ਦਿਨੀ ਐਕਸ਼ਨ ਕੀਤਾ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਖਿਲਾਫ, ਉਹਦੇ ਤੋਂ ਬਾਅਦ ਜਿਸ ਤਰੀਕੇ ਸੈਂਕੜੇ ਨੌਜਵਾਨਾਂ ਦੀ ਫੜੋ ਫੜਾਈ ਹੋਈ, ਉਹ ਕਹਿੰਦੇ ਜੀ ਕਿ ਉਹ ਹਾਲਾਤ ਉਤਪੰਨ ਹੋ ਗਿਆ, ਦਹਿਸ਼ਤ ਵਾਲਾ ਮਾਹੌਲ ਬਣ ਗਿਆ। ਉਹਦੇ ਉੱਤੇ ਵਿਚਾਰ ਕਰਨ ਦੇ ਲਈ ਕਿ ਕਿਹੜੇ ਢੁਕਵੇਂ ਕਦਮ ਚੁੱਕੇ ਜਾਣ, ਇਕੱਤਰਤਾ ਸੱਦ ਲਈ। ਠੀਕ ਹੈ, 60-70 ਜਥੇਬੰਦੀਆਂ ਦੀ ਚੋਣ ਜਥੇਦਾਰ ਸਾਹਿਬ ਨੇ ਕਰ ਲਈ, ਵਧੀਆ, ਠੀਕ ਹੈ। ਉਹਦੇ ਤੋਂ ਬਾਅਦ ਉਹਨਾਂ ਨੂੰ 2-2 ਮਿੰਟ ਸਾਰਿਆਂ ਨੂੰ ਦਿੱਤੇ ਕਿ ਭਾਈ ਤੁਸੀਂ ਇਸ ਮੁੱਦੇ ਤੇ ਵਿਚਾਰ ਦਿਓ। ਹੁਣ 2-2 ਮਿੰਟ ਦੇ ਵਿੱਚ ਵਿਚਾਰ ਦੇ ਦਿੱਤੇ ਭਾਈ, ਅਗਲਿਆਂ 2-2 ਮਿੰਟ ਮਿਲੇ ਸੀ। ਫਿਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ, ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਕੁਝ ਉਹਨਾਂ ਨੇ ਸੰਗਤ ਦੇ ਸਾਹਮਣੇ ਚੀਜ਼ਾਂ ਰੱਖੀਆਂ ਤੇ ਕੁਝ ਗੱਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਆਪ ਕਹੀਆਂ।
ਇੱਕ ਗੱਲ ਉਹਦੇ ਵਿੱਚ ਕਹੀ ਕਿ ਜਿਹੜੇ ਨੌਜਵਾਨਾਂ ਦੀ ਫੜੋ ਫੜਾਈ ਕੀਤੀ ਗਈ ਹੈ ਉਹਨਾਂ ਨੂੰ 24 ਘੰਟੇ ਦੇ ਵਿੱਚ ਰਿਹਾ ਕੀਤਾ ਜਾਵੇ। ਇੱਕ ਅਲਟੀਮੇਟਮ ਪੰਜਾਬ ਸਰਕਾਰ ਨੂੰ ਦੇ ਦਿੱਤਾ ਕਿ ਭਾਈ ਬੰਦੇ ਛੱਡ ਦਿਓ, ਗਲਤ ਹੋਇਆ, ਇਹਦਾ ਫੜੋ ਫੜਾਈ ਕਰਕੇ ਦਹਿਸ਼ਤ ਵਾਲਾ ਮਾਹੌਲ ਨਹੀਂ ਬਣਨਾ ਚਾਹੀਦਾ। ਫਿਰ ਕਹਿ ਦਿੱਤਾ ਕਿ ਜੇ 24 ਘੰਟਿਆਂ ਦੇ ਵਿੱਚ ਬੰਦੇ ਨਾ ਛੱਡੇ ਤਾਂ ਫਿਰ ਉਹਦੇ ਤੋਂ ਬਾਅਦ ਪਿੰਡਾਂ ਦੀਆਂ ਪੰਚਾਇਤਾਂ ਤੱਕ, ਆਮ ਸੰਗਤ ਤੱਕ ਫਿਰ ਨੁਮਾਇੰਦੇ ਜਾਣਗੇ, ਲੋਕਾਂ ਨੂੰ ਜਾਗਰੂਕ ਕਰਨਗੇ, ਸਰਕਾਰ ਦੇ ਖਿਲਾਫ ਇੱਕ ਮੁਹਿੰਮ ਛੇੜੀ ਜਾਊ। ਦੂਸਰੀ ਗੱਲ ਇਹ ਕਹੀ ਗਈ ਕਿ ਜਿਨ੍ਹਾਂ ਨੇ ਵਕੀਲ ਨਹੀਂ ਹੈਗੇ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਨੂੰਨੀ ਸਹਾਇਤਾ ਦਊ। ਬਹੁਤ ਵਧੀਆ ਗੱਲ ਹੈ, ਕਿਉਂਕਿ ਜਦੋਂ ਤੱਕ ਅਦਾਲਤ ਕਿਸੇ ਬੰਦੇ ਨੂੰ ਦੋਸ਼ੀ ਕਰਾਰ ਨਹੀਂ ਦਿੰਦੀ, ਜਦੋਂ ਤੱਕ ਅਦਾਲਤ ਦੇ ਵਿੱਚੋਂ ਇਹ ਫੈਸਲਾ ਨਹੀਂ ਹੁੰਦਾ ਕਿ ਇਹ ਬੰਦੇ ਨੇ ਕੋਈ ਗਲਤ ਕੰਮ ਕੀਤਾ, ਇਹਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ, ਉਦੋਂ ਤੱਕ ਉਹ ਦੋਸ਼ੀ ਨਹੀਂ ਹੁੰਦਾ। ਉਹ ਆਪ ਵੀ ਵਕੀਲ ਕਰ ਸਕਦੇ ਆ। ਹੋ ਸਕਦਾ ਕੁਝ ਨੌਜਵਾਨ ਇਦਾਂ ਦੇ ਹੋਣ ਕਿ ਜਿਨ੍ਹਾਂ ਦੇ ਕੋਲੇ ਵਕੀਲ ਕਰਨ ਦੀ ਸਮਰੱਥਾ ਹੀ ਨਾ ਹੋਵੇ। ਜੇ SGPC ਜਥੇਦਾਰ ਸਾਹਿਬ ਦੇ ਕਹਿਣ ਤੇ ਜਾਂ ਇਸ ਇਕੱਤਰਤਾ ਦੇ ਹੁਕਮ ਦੇ ਉੱਤੇ ਉਹਨਾਂ ਨੂੰ ਕਾਨੂੰਨੀ ਸਹਾਇਤਾ ਉਪਲਬਧ ਕਰਾਉਂਦੀ ਹੈ ਤਾਂ ਕੋਈ ਮਾੜੀ ਗੱਲ ਨਹੀਂ। ਇਹ ਵੀ ਕਹਿ ਦਿੱਤਾ ਗਿਆ ਕਿ ਜਿਨ੍ਹਾਂ ਦੇ ਉੱਤੇ NSA ਲੱਗਾ, ਨੈਸ਼ਨਲ ਸਿਕਿਉਰਿਟੀ ਐਕਟ, ਜੇ ਉਹਨਾਂ ਦੇ ਵਿੱਚੋਂ ਜਾਂ ਬਾਕੀਆਂ ਚੋਂ ਕਿਸੇ ਨੇ ਵਕੀਲ ਕਰ ਵੀ ਲਿਆ ਤੇ ਉਹਨਾਂ ਨੂੰ ਮਾਲੀ ਸਹਾਇਤਾ ਜਿਹੜੀ SGPC ਪ੍ਰਦਾਨ ਕਰੂ, ਠੀਕ ਹੈ, ਕਰ ਦਿਓ। ਪਰ ਨਾਲ ਦੀ ਨਾਲ ਇਹ ਵੀ ਗੱਲ ਆਖੀ ਗਈ ਕਿ ਸਿੱਖਾਂ ਦਾ ਅਕਸ ਭਾਰਤ ਦੇ ਨੈਸ਼ਨਲ ਮੀਡੀਆ ਦੇ ਵਿੱਚ ਵਿਗਾੜ ਕੇ ਪੇਸ਼ ਕੀਤਾ ਗਿਆ ਤੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਾਂਗੇ। ਵਧੀਆ ਗੱਲ ਹੈ, ਕਿਉਂਕਿ ਉਹਨਾਂ ਦੇ ਮੂੰਹ ਦੇ ਵਿੱਚ ਤਾਂ ਜੋ ਆਉਂਦਾ ਬੋਲੀ ਜਾਂਦੇ ਨੇ, ਜੋ ਕੁਝ ਵੀ ਉਹਨਾਂ ਦੇ ਮੂੰਹ ਦੇ ਵਿੱਚ ਆਉਂਦਾ ਬੋਲੀ ਜਾਂਦੇ ਨੇ। ਸਾਰਿਆਂ ਦੇ ਆਪੋ ਆਪਣੇ ਅੰਦਾਜ਼ੇ ਨੇ, ਉਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ, ਉਹਨਾਂ ਨੂੰ ਟੋਕਣ ਵਾਲਾ ਕੋਈ ਨਹੀਂ, ਉਹਨਾਂ ਦੀ ਜੀਭ ਨੂੰ ਬ੍ਰੇਕ ਲਾਉਣ ਵਾਲਾ ਕੋਈ ਨਹੀਂ। ਯਾਨੀ ਕਿ ਨੈਸ਼ਨਲ ਮੀਡੀਆ ਦੇ ਵਿੱਚ ਜਿਹੜੇ ਬੰਦੇ ਦੇ ਕਾਲਰ ਦੇ ਉੱਤੇ ਮਾਈਕ ਲਾ ਦਿੱਤਾ ਜਾਂਦਾ, ਜਿਹੜੇ ਬੰਦੇ ਦੇ ਹੱਥ ਦੇ ਵਿੱਚ ਮਾਈਕ ਫੜਾ ਦਿੱਤਾ ਜਾਂਦਾ, ਉਹ ਪੰਜਾਬ ਦੇ ਬਾਰੇ ਕੁਝ ਵੀ ਬੋਲ ਦੇਵੇ, ਉਹ ਸਿੱਖ ਭਾਈਚਾਰੇ ਦੇ ਬਾਰੇ ਕੁਝ ਵੀ ਬੋਲ ਦੇਵੇ, ਉਹਨੂੰ ਹਰੀ ਕ੍ਰਾਂਤੀ ਨਜ਼ਰ ਨਾ ਆਵੇ, ਉਹਨੂੰ ਪੰਜਾਬ ਦੇ ਲੋਕਾਂ ਨੇ ਜਦੋਂ ਆਪਣੀ ਜ਼ਮੀਨ, ਆਪਣਾ ਪਾਣੀ, ਸਾਰਾ ਕੁਝ ਤਬਾਹ ਕਰਕੇ ਦੇਸ਼ ਦੇ ਲੋਕਾਂ ਦਾ ਢਿੱਡ ਭਰਿਆ ਸੀ, ਉਹ ਚੀਜ਼ਾਂ ਨਜ਼ਰ ਨਾ ਆਉਣ, ਤਾਂ ਸਿਰਫ ਪੰਜਾਬ ਦੀ ਇੱਕ ਖਾਸ ਘਟਨਾ ਹੀ ਨਜ਼ਰ ਆਵੇ ਤੇ ਦੁਨੀਆ ਭਰ ਦੇ ਵਿੱਚ ਜਾਂ ਦੇਸ਼ ਭਰ ਦੇ ਵਿੱਚ ਪੰਜਾਬੀਆਂ ਨੂੰ ਜਾਂ ਪੰਜਾਬ ਨੂੰ ਇਸ ਤਰੀਕੇ ਪੇਸ਼ ਕਰਨ ਦਾ ਯਤਨ ਕੀਤਾ ਜਾਵੇ ਕਿ ਉੱਥੇ ਪਤਾ ਨਹੀਂ ਕਿੰਨਾ ਕੰਮ ਖਰਾਬ ਹੋ ਗਿਆ। ਨਾ ਕੋਈ ਦੁਕਾਨ ਬੰਦ ਹੋਈ ਹੈ, ਨਾ ਕੋਈ ਫੈਕਟਰੀ ਬੰਦ ਹੋਈ ਹੈ, ਨਾ ਇੱਕ ਦਿਨ ਵੀ ਸਕੂਲ ਬੰਦ ਹੋਏ ਨੇ, ਨਾ ਸੜਕਾਂ ਬੰਦ ਹੋਈਆਂ, ਸਾਰਾ ਕੁਝ ਤਾਂ ਚੱਲੀ ਜਾਂਦਾ, ਨਾ ਫਲਾਈਟਾਂ ਬੰਦ ਹੋਈਆਂ, ਸਾਰਾ ਕੁਝ ਚੱਲੀ ਜਾਂਦਾ ਹੈ। ਵਿਆਹ ਹੋ ਰਹੇ ਨੇ, ਕਬੱਡੀ ਟੂਰਨਾਮੈਂਟ ਹੋ ਰਿਹਾ, ਬਾਕੀ ਟੂਰਨਾਮੈਂਟ ਹੋ ਰਿਹਾ, ਸੱਭਿਆਚਾਰਕ ਸਮਾਗਮ ਹੋ ਰਿਹਾ, ਕਿਹੜੀ ਚੀਜ਼ ਰੁਕੀ ਹੈ? ਇਹਦੇ ਬਾਵਜੂਦ ਵੀ ਅਕਸ ਇਦਾਂ ਦਾ ਬਣਾਇਆ ਜਾ ਰਿਹਾ ਕਿ ਭਾਈ ਉੱਥੇ ਤਾਂ ਸ਼ਾਇਦ ਇਦਾਂ ਦਾ ਮਸਲਾ ਹੋ ਗਿਆ ਕਿ ਲੋਕੀ ਦਰਵਾਜ਼ਾ ਖੋਲ ਕੇ ਬਾਹਰ ਜਾਣੋਂ ਵੀ ਡਰਦੇ ਆ। ਜੇ ਇਸ ਇਕੱਤਰਤਾ ਦੇ ਵਿੱਚ ਜੇ ਜਥੇਦਾਰ ਸਾਹਿਬ ਨੇ ਜਾਂ SGPC ਵੱਲੋਂ ਇਦਾਂ ਦੀ ਕੋਈ ਚਾਰਾਜੋਈ ਕੀਤੀ ਜਾਂਦੀ ਹੈ, ਕੋਈ ਮਾੜੀ ਨਹੀਂ। ਪਰ ਹਾਂ, ਸੰਧਾਲੀਆ ਸਾਹਿਬ, ਇੱਕ ਗੱਲ ਦਾ ਖਿਆਲ ਜਿਹੜਾ ਪੂਰਾ ਰੱਖਣਾ ਬਹੁਤ ਜ਼ਰੂਰੀ ਹੈ ਕਿ ਠੀਕ ਹੈ ਵੀ ਬੰਦੇ ਛੱਡਣੇ ਚਾਹੀਦੇ ਜਿਹੜੇ ਬੇਦੋਸ਼ੇ ਨੇ, ਪਰ ਜੇ ਕਿਸੇ ਬੰਦੇ ਦੇ ਖਿਲਾਫ ਕਾਨੂੰਨ ਦੀ ਉਲੰਘਣਾ ਦਾ ਮਸਲਾ ਪੈਦਾ ਹੁੰਦਾ ਹੈ ਤੇ ਉਹਦੇ ਖਿਲਾਫ ਫਿਰ ਕਾਨੂੰਨੀ ਕਾਰਵਾਈ ਦਾ ਵੀ ਜਿਹੜਾ ਕਿਸੇ ਤਰੀਕੇ ਵਿਰੋਧ ਨਹੀਂ ਹੋਣਾ ਚਾਹੀਦਾ। ਦੇਖਦੇ ਹਾਂ ਕਿ ਹੁਣ ਕਹਾਣੀ ਕਿੱਧਰ ਨੂੰ ਜਾਂਦੀ ਹੈ। 24 ਘੰਟੇ ਝੱਟ ਬੀਤ ਜਾਣੇ ਆ। ਇਹ ਮੇਰਾ ਖਿਆਲ ਬਾਟ ਸਾਹਿਬ, ਉਹ ਜਥੇਦਾਰ ਸਾਹਿਬ ਨੇ ਬੜਾ ਕਲੀਅਰ ਕਿਹਾ ਕਿ ਬੇਕਸੂਰ ਨੌਜਵਾਨਾਂ ਨੂੰ ਤੁਰੰਤ ਛੱਡਿਆ ਜਾਵੇ। ਸੋ ਮੈਨੂੰ ਲੱਗਦਾ ਜਿਹੜਾ ਸ਼ਬਦ ਉਹਨਾਂ ਬੇਕਸੂਰ ਨੌਜਵਾਨਾਂ ਦੀ ਗੱਲ ਕਰ ਲਈ, ਇਹਦਾ ਮਤਲਬ ਧਿਆਨ ਉਹਨਾਂ ਦਾ ਵੀ ਉਹੀ ਹੈ ਕਿ ਵੀ ਜਿਨ੍ਹਾਂ ਦੇ ਉੱਪਰ ਕੋਈ ਵੱਡਾ ਪਰਚਾ ਨਹੀਂ, ਜਿਨ੍ਹਾਂ ਨੂੰ ਤੁਸੀਂ ਵੈਸੇ ਆਪਣੀ ਜਾਂਚ ਦੇ ਵਿੱਚ ਚੱਕ ਲਿਆ ਪੁਲਿਸ ਨੇ, ਜਾਂ ਪੁਲਿਸ ਮੰਨਦੀ ਵੀ ਹੈ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਅਸੀਂ ਵੈਸੇ ਹੀ ਅਹਤਿਆਤਨ ਵੀ ਜਿਹੜੇ ਜਾਂ ਬਹੁਤ ਹੀ ਨਿੱਕੀ ਮੋਟੀ ਗੱਲ ਦਾ ਕਰਕੇ ਵੀ ਜਿਹੜੇ ਮੁੰਡੇ ਚੁੱਕੇ ਨੇ, ਉਹਨਾਂ ਨੂੰ ਅਸੀਂ ਛੱਡ ਦਿਆਂਗੇ। ਉਹਨਾਂ ਦੇ ਬਾਰੇ ਮੈਨੂੰ ਲੱਗਦਾ ਉਹਨਾਂ ਨੇ ਜ਼ਿਕਰ ਕੀਤਾ। ਇੱਕ ਉਹਨਾਂ ਨੇ ਹੋਰ ਵੀ ਗੱਲ ਕਲੀਅਰ ਕੀਤੀ, ਉਹ ਕਹਿੰਦੇ ਵੀ ਇਹ ਬੜੀ ਪ੍ਰੋਬਲਮ ਹੈ ਕਿ ਜੇ ਕੁਝ ਵੀ ਕਿਹਾ ਜਾਂਦਾ ਤੇ ਉਹਦੇ 'ਚੋਂ ਕੁਛ ਹਿੱਸਾ ਚੱਕ ਲਿਆ ਜਾਂਦਾ। ਆਪਾਂ ਕੱਲ੍ਹ ਦੇ ਦਿਨ ਦੇ ਵਿੱਚ ਵੀ ਉਹਨਾਂ ਦੀ ਸਟੇਟਮੈਂਟ ਬੜੀ ਕਲੀਅਰ ਕੱਟ ਦੱਸੀ ਸੀ ਕਿ ਵੀ ਉਹਨਾਂ ਨੇ ਪਹਿਲਾਂ ਗੱਲ ਕੀਤੀ ਕਿ ਜੇ ਸਰਕਾਰ ਕੋਲ ਨੇ ਅਮਰਪਾਲ ਸਿੰਘ ਹੋਰੀ ਤਾਂ ਵੀ ਦੱਸੋ, ਜੇ ਉਹ ਮੇਰੀ ਗੱਲ ਸੁਣਦੇ ਨੇ ਤੇ ਉਹ ਆਤਮ ਸਮਰਪਣ ਕਰ ਦੇਣ। ਪਰ ਕਹਿੰਦੇ ਉਹ ਸਰਕਾਰ ਵਾਲੀ ਗੱਲ ਜਿਹੜੀ ਉਹ ਮੇਰੀ ਕਿਸੇ ਨੇ ਦਿਖਾਈ ਨਹੀਂ। ਇਹ ਗੱਲ ਬਿਲਕੁਲ ਠੀਕ ਹੈ। ਸੋ ਇੱਦਾਂ ਹੋਣਾ ਨਹੀਂ ਚਾਹੀਦਾ, ਇਹ ਰਿਪੋਰਟਿੰਗ ਹੋਣੀ ਨਹੀਂ ਚਾਹੀਦੀ। ਹੁਣ ਵੀ ਉਹਨਾਂ ਨੇ ਕਿਹਾ ਕਿ ਬੇਕਸੂਰ ਨੌਜਵਾਨ ਜਿਹੜੇ ਉਹਨਾਂ ਨੂੰ 24 ਘੰਟਿਆਂ ਛੱਡ ਦਿੱਤਾ ਜਾਵੇ। ਹੁਣ ਜੇ ਕੋਈ ਇੱਦਾਂ ਪੇਸ਼ ਕਰੇ ਜੀ ਵੀ ਉਹਨਾਂ ਨੇ ਸਾਰਿਆਂ ਦੇ ਬਾਰੇ 'ਚ ਕਿਹਾ, ਇੱਦਾਂ ਨਹੀਂ। ਇਸੇ ਕਰਕੇ ਉਹਨਾਂ ਨੇ ਨਾਲ ਕਿਹਾ ਕਿ ਵੀ ਜਿਨ੍ਹਾਂ ਦੇ ਉੱਪਰ ਕੋਈ ਕੇਸ ਆ ਜਾਊਗਾ ਜਾਂ ਬਣ ਜਾਊਗਾ, ਉਹਨਾਂ ਨੂੰ ਫਿਰ ਕਾਨੂੰਨੀ ਸਹਾਇਤਾ ਦੀ ਲੋੜ ਪੈਣੀ, ਉੱਥੇ ਫਿਰ ਆਪਾਂ ਕਾਨੂੰਨੀ ਸਹਾਇਤਾ ਵਾਲੇ ਪਾਸੇ ਤੁਰਾਂਗੇ। ਇੱਕ ਸੰਧਾਲੀਆ ਸਾਹਿਬ, ਮੈਂ ਇੱਕ ਜ਼ਿਕਰ ਇੱਥੇ ਹੋਰ ਜ਼ਰੂਰ ਕਰਨਾ ਸੀ। ਇੱਕ ਨਾ ਸਰਕਾਰ ਵੀ ਕਿਤੇ ਨਾ ਕਿਤੇ ਇਧਰਲੇ ਪਾਸੇ ਥੋੜਾ ਜਿਹਾ ਧਿਆਨ ਦੇ ਲੈ, ਕਿਉਂਕਿ ਉਹਨਾਂ ਨੇ ਕਿਹਾ 200 ਦੇ ਕਰੀਬ ਨੌਜਵਾਨ ਛੱਡੇ ਜਾਣ ਦੀ ਜਿਹੜੀ ਚਰਚਾ ਪਿਛਲੇ ਦਿਨੀ ਚੱਲਦੀ ਸੀ। DGP ਸਾਹਿਬ ਨੇ ਖੁਦ ਕਿਹਾ ਕਿ ਅਸੀਂ 363 ਦੇ ਵਿੱਚੋਂ ਮੇਰੇ ਖਿਆਲ 197 ਤਾਂ ਛੱਡ ਦਿੱਤੇ ਆ, ਜਿਨ੍ਹਾਂ ਦੇ ਖਿਲਾਫ ਕੋਈ ਦੋਸ਼ ਨਹੀਂ ਨਿਕਲਿਆ ਜਾਂ ਮਾਈਨਰ ਗੱਲਾਂ ਸੀ। ਹੁਣ ਜਥੇਦਾਰ ਸਾਹਿਬ ਨੇ ਜਿਹੜਾ ਸੰਬੋਧਨ ਕੀਤਾ ਜਾਂ ਭਾਸ਼ਣ ਦਿੱਤਾ, ਉਹ ਕਹਿੰਦੇ ਜੀ 200 ਬੰਦੇ ਦੀ ਗੱਲ ਤਾਂ ਚੱਲਦੀ ਹੈ, ਪਰ ਸਾਡੇ ਕੋਲੇ ਅਜੇ ਕੋਈ ਪੁਸ਼ਟੀਦਾਇਕ ਰਿਪੋਰਟ ਨਹੀਂ, ਜਾਣੀ ਕਿ ਕਹਿੰਦੇ ਜੀ ਕਹਿੰਦੇ ਆ ਛੱਡ ਦਿੱਤੇ, ਪਰ ਸਾਨੂੰ ਅਜੇ ਪੂਰਾ ਉਹਦੇ ਬਾਰੇ ਪਤਾ ਨਹੀਂ ਕਿ ਉਹ ਛੱਡ ਦਿੱਤੇ ਵੀ ਕਿ ਕੱਲੀਆਂ ਗੱਲਾਂ। ਜੇ ਪੋਸੀਬਲ ਹੋਵੇ, ਜੇ ਸੰਭਵ ਹੋਵੇ, ਜੇ ਕਾਨੂੰਨ ਕਿਤੇ ਅੜਿੱਕਾ ਉਹਦੇ ਵਿੱਚ ਨਹੀਂ ਬਣਦਾ, ਕੋਈ ਲਿਸਟ ਹੀ ਜਾਰੀ ਜੇ ਹੋ ਸਕੇ ਕਿ ਭਾਈ ਆਹ ਬੰਦੇ ਗ੍ਰਿਫਤਾਰ ਕੀਤੇ ਸੀ, ਆਹ ਪਿੰਡ ਸ਼ਹਿਰ ਨੇ ਉਹਨਾਂ ਦੇ, ਜੇ ਉਹਨਾਂ ਦੀ ਜਾਣਕਾਰੀ ਜਨਤਕ ਕੀਤੀ ਜਾ ਸਕਦੀ ਹੈ ਤਾਂ
ਤਾਂ ਫਿਰ ਮੈਨੂੰ ਲੱਗਦਾ ਕਿਉਂਕਿ ਪਿਛਲੇ ਦਿਨੀ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਜਥੇਦਾਰ ਸਾਹਿਬ ਨੂੰ ਮਿਲ ਕੇ ਗਏ ਸੀ ਅੰਮ੍ਰਿਤਸਰ ਆ ਕੇ। ਹੁਣ ਉਹ ਅਫੀਸ਼ੀਅਲ ਮੀਟਿੰਗ ਸੀ ਜਾਂ ਨਹੀਂ ਅਫੀਸ਼ੀਅਲ ਮੀਟਿੰਗ ਸੀ ਇਹ ਤਾਂ ਮੈਨੂੰ ਪਤਾ ਨਹੀਂ, ਪਰ ਜੇ ਉਹ ਜਿਹੜੇ 197 ਜਾਂ 200 ਬੰਦੇ ਆ, 17 ਕ ਬੰਦੇ ਤਾਂ ਮੇਰਾ ਖਿਆਲ ਸੁਧਾਰ ਦੇ ਨੇੜੇ ਹੋਰ ਛੱਡੇ ਆ, ਜਿਨ੍ਹਾਂ ਦੀਆਂ ਪਿੰਡਾਂ ਦੀਆਂ ਪੰਚਾਇਤਾਂ ਆ ਕੇ ਕਹਿ ਗਈਆਂ ਕਿ ਭਾਈ ਅਸੀਂ ਜਾਮ ਨਹੀਂ ਲੈਂਦੇ ਆ, ਕੋਈ ਗੱਲ ਨਹੀਂ, ਉਹ ਵੀ ਛੱਡ ਦਿੱਤੇ ਆ। ਉਹ ਜੇ ਜਾਣਕਾਰੀ ਪੁਖਤਾ ਰੂਪ ਦੇ ਵਿੱਚ ਜਥੇਦਾਰ ਸਾਹਿਬ ਦੇ ਨਾਲ ਜਾਂ ਨੁਮਾਇੰਦਿਆਂ ਦੇ ਨਾਲ ਸਾਂਝੀ ਕਰਨੀ ਪੈਂਦੀ ਹੈ ਤੇ ਕਰ ਦੇਣੀ ਚਾਹੀਦੀ ਹੈ, ਜਿਹਦੇ ਨਾਲ ਘੱਟੋ ਘੱਟ ਸਦਭਾਵਨਾ ਦਾ ਇੱਕ ਯਕੀਨ ਵਾਲਾ, ਇੱਕ ਵਿਸ਼ਵਾਸ ਵਾਲਾ ਮਾਹੌਲ ਜਿਹਾ ਬਣ ਜਾਏ। ਨਹੀਂ, ਬਿਲਕੁਲ ਸਹੀ ਗੱਲ ਆ। ਬਾਕੀ ਦੇਖੋ ਕਾਰਨ ਇਹ ਆ ਵੀ ਉਹ ਜਿੰਨੀਆਂ ਕੁ ਗੱਲਾਂ ਉਹਨਾਂ ਨੇ ਕਹੀਆਂ ਉਹਦੇ ਵਿੱਚ ਕੁਝ ਗੱਲਾਂ ਹੋਰ ਵੀ ਜੋੜ ਕੇ ਸੋਸ਼ਲ ਮੀਡੀਆ ਤੇ ਪ੍ਰਚਾਰੀਆਂ ਜਾ ਰਹੀਆਂ। ਸੋ ਮੇਰਾ ਖਿਆਲ ਆ ਵੀ ਜੇ ਕੋਈ ਇੱਧਰੋਂ ਉੱਧਰੋਂ ਪੜ੍ਹ ਕੇ ਜਾਂ ਦੇਖ ਕੇ ਆਪਾਂ ਸੁਣਦੇ ਹਾਂ ਵੀ ਸ਼ਾਇਦ ਜਥੇਦਾਰ ਸਾਹਿਬ ਨੇ ਆਹ ਗੱਲ ਕਹੀ, ਉਹਦੇ ਨਾਲੋਂ ਚੰਗਾ ਕਿ ਜਥੇਦਾਰ ਸਾਹਿਬ ਦੀ ਆਪਣੀ ਸਪੀਚ, ਉਹਨਾਂ ਦਾ ਉਹ ਐਲਾਨਨਾਮਾ ਜਾਂ ਹੁਕਮਨਾਮਾ ਜਾਂ ਜੋ ਵੀ ਉਹਨਾਂ ਨੇ ਇੱਕ ਉਸ ਇਕੱਤਰਤਾ ਦਾ ਨਿਚੋੜ ਕੱਢਿਆ, ਉਹ ਬਹੁਤ ਸਾਰੀਆਂ ਸਾਈਟਸ ਤੋਂ ਤੁਹਾਨੂੰ ਮਿਲ ਜਾਏਗਾ। ਤੁਸੀਂ ਖੁਦ ਜ਼ਰੂਰ ਉਹਨੂੰ ਸੁਣ ਲਓ ਕਿ ਅਸਲ ਦੇ ਵਿੱਚ ਇਨ ਬਿਨ ਉਹਨਾਂ ਨੇ ਕਿਹਾ ਕੀ ਹੈ ਤੇ ਕਿਹੜੀ ਚੀਜ਼ ਵਾਲੇ ਪਾਸੇ ਇਸ਼ਾਰਾ ਕੀਤਾ। ਕਿਉਂਕਿ ਇਹ ਵੀ ਬੜਾ ਚੱਕਰ ਹੈ WhatsApp ਕਿ ਵੀ ਗੱਲ ਕਈ ਕੁਛ ਹੁੰਦੀ, ਉਹਦੇ 'ਚੋਂ ਕੁਛ ਵਰਡ ਚੱਕਦੇ ਨੇ, ਕੁਛ ਫਿੱਟ ਕਰ ਦਿੰਦੇ ਜਾਂ ਦੋ ਲੈਣਾ ਵੱਧ ਜੋੜ ਦੇਣੀਆਂ ਵੀ ਜਥੇਦਾਰ ਸਾਹਿਬ ਨੇ ਆਹ ਵੀ ਕਰਨ ਨੂੰ ਕਹਿ ਦਿੱਤਾ, ਆਹ ਵੀ ਕਰਨ ਨੂੰ ਕਹਿ ਦਿੱਤਾ। ਮੈਨੂੰ ਇਹ ਹੈ ਕਿ ਵੀ ਉਹ ਵੀ ਗੱਲ ਉਸ ਪਾਸੇ ਨਾ ਤੁਰੇ, ਕਿਉਂਕਿ ਜਦੋਂ ਇਹੋ ਜਿਹਾ ਭੰਬਲ ਭੂਸਾ ਜਿਹਾ ਕ੍ਰੀਏਟ ਹੋ ਜਾਂਦਾ ਤੇ ਫਿਰ ਕੱਲ੍ਹ ਨੂੰ ਲੋਕ ਇਸੇ ਚੀਜ਼ ਦੇ ਉੱਪਰ ਵੀ ਸਾਈਡ ਆਉਣ ਲੱਗ ਪੈਂਦੇ। ਅੱਛਾ, ਫਿਰ ਹੁਣ ਜਥੇਦਾਰ ਸਾਹਿਬ ਨੇ ਕਿਹਾ ਤੇ ਫਿਰ ਹੁਣ ਤੁਸੀਂ ਇਹ ਵੀ ਨਹੀਂ ਕਰੋਗੇ। ਉਹ ਜਿਹੜੇ ਬੰਦੇ ਨੇ ਸੁਣਿਆ ਹੁੰਦਾ ਉਹ ਕਹਿੰਦਾ ਯਾਰ ਉਹਨਾਂ ਨੇ ਤੇ ਆਹ ਨਹੀਂ ਆਹ ਕਿਹਾ। ਉਹ ਮੈਨੂੰ ਲੱਗਦਾ ਵੀ ਜਿਹੜਾ ਝਗੜਾ ਹਰੇਕ ਚੀਜ਼ ਦੇ ਉੱਪਰ ਪੈਦਾ ਹੋ ਜਾਂਦਾ, ਉਹਦੇ ਨਾਲੋਂ ਚੰਗਾ ਕਿ ਜਿਹੜੀ ਇਨਫੋਰਮੇਸ਼ਨ ਹੈ ਓਥੈਂਟਿਕ ਬਿਲਕੁਲ ਜੋ ਜਿਵੇਂ ਹੈ, ਬਜਾਏ ਦੇ ਕੇ ਵੀ ਕਿਸੇ ਦੇ ਮੂੰਹ, ਸਾਡੇ ਮੂੰਹ ਵੀ ਸੁਣਨ 'ਤੇ ਯਕੀਨ ਨਹੀਂ ਕਰਨ ਦੀ ਲੋੜ। ਜੋ ਜਥੇਦਾਰ ਸਾਹਿਬ ਨੇ ਕਿਹਾ ਉਹਨਾਂ ਦੀ ਵੀਡੀਓ ਸੁਣ ਕੇ ਜ਼ਰੂਰ ਤੁਸੀਂ ਆਪ ਸੁਣ ਲਓ ਕਿ ਉਹਨਾਂ ਨੇ ਅਸਲ ਦੇ ਵਿੱਚ ਕਿਹਾ ਕੀ ਆ ਤੇ ਕਿਹੜੀ ਚੀਜ਼ ਵਾਲੇ ਪਾਸੇ ਇਸ਼ਾਰਾ ਕੀਤਾ। ਕਿਉਂ WhatsApp? ਨਹੀਂ, ਬਿਲਕੁਲ 100% ਇੱਦਾਂ ਹੀ ਆ ਜੀ, ਕਿਉਂਕਿ ਉਹ ਜਿਹੜਾ ਪਿਛਲੇ ਦਿਨ ਵੀ ਚੱਕਰ ਚੱਲਿਆ ਸੀ, ਇਹ ਗੱਲ ਤੁਹਾਡੀ ਠੀਕ ਹੈ ਕਿ ਜਥੇਦਾਰ ਸਾਹਿਬ ਨੇ ਕਹਿ ਦਿੱਤਾ ਕਿ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਆਤਮ ਸਮਰਪਣ ਕਰ ਦੇਣਾ ਚਾਹੀਦਾ। ਪਹਿਲੀ ਲਾਈਨ ਹੀ ਨਹੀਂ ਦੱਸੀ ਕਿ ਜੇ ਪੁਲਿਸ ਦੇ ਕੋਲ ਹੈ ਤਾਂ ਪੁਲਿਸ ਪੇਸ਼ ਕਰ ਦੇਵੇ। ਉਹ ਜਿਹੜਾ ਨਾ ਟੋਟਿਆਂ ਦੇ ਵਿੱਚ ਕੱਟ ਕੇ, ਕਿਉਂਕਿ ਸਨਸਨੀ ਜਿਹੜੀ ਫੈਲਾ ਦਿੱਤੀ ਜਾਂਦੀ ਹੈ, ਟਾਈਟਲ ਚੱਕ ਦਿੱਤਾ ਜਾਂਦਾ ਉੱਦਾਂ ਦਾ, ਉਹ ਤੰਗੀ ਵਾਲੀ ਗੱਲ ਜਿਹੜੀ ਉਹ ਜ਼ਰੂਰ ਹੈ। ਤੇ ਬਾਕੀ ਮੈਂ ਫਿਰ ਉਮੀਦ ਕਰਦਾ ਸੰਧਾਲੀਆ ਸਾਹਿਬ ਤੁਸੀਂ ਵੀ ਉਸ ਗੱਲ ਦੇ ਨਾਲ ਸਹਿਮਤ ਹੋਵੋਗੇ ਕਿ ਜਿੰਨੇ ਵੀ ਮਸਲੇ ਨੇ, ਪੰਥਕ ਮਸਲੇ ਹੈ, ਜਥੇਦਾਰ ਸਾਹਿਬ ਤਾਂ ਰੈਗੂਲਰ ਇਕੱਤਰਤਾਵਾਂ ਕਰਦੇ ਰਹਿਣ। ਜੇ 70 ਜਥੇਬੰਦੀਆਂ ਹੋਣ ਆ ਸਕਦੀਆਂ, ਬਾਅਦ ਵਿੱਚ ਵੀ ਆ ਜਿਆ ਕਰਨਗੀਆਂ। ਕੋਈ ਵੀ ਮਸਲਾ ਪੈਂਡਿੰਗ ਜਿਹੜਾ ਉਹ ਰਹੇ ਹੀ ਨਾ, ਕੋਈ ਮਸਲਾ ਵੱਡਾ ਬਣੇ ਹੀ ਨਾ। ਉਹ ਜਿਹੜੀ ਸਬ ਕਮੇਟੀ ਵਾਲੀ ਰਿਪੋਰਟ ਵੀ ਹੈ ਜਿਹਦੇ ਉੱਤੇ ਸਾਰਿਆਂ ਦੇ ਦਸਤਖਤ ਨਹੀਂ ਸੀ ਹੋਏ, ਉਹ ਵੀ ਮੈਨੂੰ ਲੱਗਦਾ ਕਿ ਮੰਗਵਾ ਲੈਣ। ਇੱਕ ਹੁਕਮ ਕਰ ਦੇਣ, ਦੇਖਿਓ 24 ਘੰਟੇ 'ਚ ਰਿਪੋਰਟ ਆ ਜੂ। ਜਿੰਨੇ ਨਹੀਂ ਸਾਈਨ ਕਰਨੇ ਉਹਦਾ ਵੀ ਪਤਾ ਲੱਗ ਜੂ, ਜਿੰਨੇ ਕਰਨੇ ਉਹਦਾ ਵੀ ਪਤਾ ਲੱਗ ਜੂ ਉਸ ਰਿਪੋਰਟ ਦੇ ਉੱਤੇ ਵੀ। ਕਿਉਂਕਿ ਦੇਖੋ ਚਰਚਾ ਤਾਂ ਉੱਥੋਂ ਹੀ ਹੋਈ ਨਾ ਕਿ ਉਹ ਉਸ ਦਿਨ ਦੀ ਅਜਨਾਲਾ ਥਾਣੇ ਵਾਲੀ ਘਟਨਾ ਜਿਹੜੀ ਹੈ ਉਹ ਸਟਿਲ ਸਟੈਂਡ ਕਰਦੀ ਹੈ। ਉਹ ਜੇ ਉਸ ਮਸਲੇ ਦੇ ਉੱਤੇ ਕਿੱਡਾ ਵੱਡਾ ਚਰਚਾ ਚੱਲਿਆ ਸੀ। ਅੱਧਿਆਂ ਨੇ ਕਿਹਾ ਸੀ ਕਿ ਇਸ ਤਰੀਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਹੀਂ ਲੈ ਕੇ ਜਾਣਾ ਚਾਹੀਦਾ। ਕਈਆਂ ਨੇ ਕਿਹਾ ਸੀ ਕਿ ਐਸੀ ਕਿਹੜੀ ਗੱਲ ਹੈ। ਅੰਮ੍ਰਿਤਪਾਲ ਸਿੰਘ ਹੋਰੀ ਵੀ ਕਹਿੰਦੇ ਹੁੰਦੇ ਸੀ ਕਿ ਭਾਈ ਲੈ ਕੇ ਜਾਏ, ਅਗਵਾਈ ਹੁੰਦੀ ਰਹੀ ਹੈ। ਹੁਣ ਉਹ ਵੀ ਐਨ ਕਲੀਅਰ ਹੋ ਜਾਵੇ ਕੰਮ, ਜਿਹਦੇ ਨਾਲ ਕਿ ਕਿਉਂਕਿ ਕੱਲ ਨੂੰ ਕਿਸੇ ਹੋਰ ਥਾਂ ਦੇ ਉੱਤੇ ਕੋਈ ਹੋਰ ਰੌਲਾ ਪਵੇ, ਉਹਦੇ ਤੋਂ ਪਹਿਲਾਂ ਕ੍ਰਿਸਟਲ ਕਲੀਅਰ ਹੋਵੇ ਕੰਮ ਸਾਡਾ। ਤੇ ਉਹ ਬੜਾ ਜ਼ਰੂਰੀ ਆ। ਇੱਕ ਮੇਰਾ ਖਿਆਲ ਉਹਨਾਂ ਨੇ ਜਿਹੜਾ ਜ਼ਿਕਰ ਕੀਤਾ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦੇ ਵਿੱਚ ਜਿਹੜੀਆਂ ਵਹੀਰਾਂ ਨੇ ਉਹ ਕੱਢੀਆਂ ਜਾਣਗੀਆਂ, ਹੈ ਨਾ, ਕਿਉਂਕਿ ਖਾਲਸਾ ਵਹੀਰ ਦਾ ਚੱਕਰ ਚੱਲਦਾ ਸੀਗਾ। ਉਹਦੇ 'ਤੇ ਵੀ ਹੁਣ ਉਹਨਾਂ ਨੇ ਉਹ ਕਿਵੇਂ ਕਿਹਾ ਜਾਂ ਆਉਣ ਵਾਲੇ ਸਮੇਂ 'ਚ ਉਹ ਕਿਵੇਂ ਸਾਰਾ ਕੁਝ ਹੋਣਾ, ਉਹ ਅਜੇ ਮੈਨੂੰ ਲੱਗਦਾ ਹੁੰਦਾ ਫਿਊਚਰ ਦੀ ਗੱਲ ਆ। ਪਰ ਉਹ ਕਿਉਂਕਿ ਕਾਰਨ ਹੈ ਵੀ ਜਦੋਂ ਕੋਈ ਚੀਜ਼ ਪਬਲਿਕ ਡੋਮੇਨ 'ਚ ਆ ਜਾਂਦੀ, ਚਾਹੇ ਉਹ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਆਵੇ, ਫਿਰ ਉਹ ਥੱਲੇ ਟਿੱਪਣੀਆਂ ਵਾਲੇ ਜਿਹੜੇ ਨੇ ਉਹ ਆਪਣੇ ਹਿਸਾਬ ਨਾਲ ਹੜ ਲਿਆ ਦਿੰਦੇ ਨੇ। ਹੁਣ ਉਹਦੇ ਮੈਂ ਦੋ ਅਲੱਗ-ਅਲੱਗ ਥਾਵਾਂ 'ਤੇ ਦੇਖ ਰਿਹਾ ਸੀ। ਹੁਣ ਇਸ ਗੱਲ ਨੂੰ ਇੱਕ ਥਾਂ 'ਤੇ ਇੱਦਾਂ ਪ੍ਰੈਜ਼ੈਂਟ ਕੀਤਾ ਜਾ ਰਿਹਾ ਵੀ ਬਹੁਤ ਚੰਗੀ ਗੱਲ ਆ ਜੀ, ਕਿਉਂਕਿ ਜੇ ਜਥੇਦਾਰ ਸਾਹਿਬ ਜਾਂ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦੇ ਵਿੱਚ ਕੋਈ ਚੀਜ਼ ਹੋਊਗੀ, ਇੱਕ ਤਾਂ ਡਿਸਿਪਲਿਨ ਹੋਊਗਾ, ਇੱਕ ਉਹਦੇ ਨਾਲ ਜਿਹੜਾ ਸਿੱਖਾਂ ਦਾ ਪਿਛਲੇ ਦਿਨਾਂ ਦੇ ਵਿੱਚ ਨੁਕਸਾਨ ਹੋਇਆ ਚਾਹੇ ਇਮੇਜ ਪੱਖੋਂ, ਉਹ ਚੰਗਾ ਉੱਭਰ ਕੇ ਸਾਹਮਣੇ ਆਊਗਾ। ਇੱਕ ਥਾਂ 'ਤੇ ਹੁਣ ਪਤਾ ਨਹੀਂ ਉਹਦਾ ਕੀ ਕਾਰਨ ਸੀਗਾ, ਉੱਥੇ ਕੁਛ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਸੀ। ਅੱਛਾ ਜੀ, ਹੁਣ ਇਹਦੇ 'ਚੋਂ ਵੀ ਅਕਾਲੀ ਦਲ ਨੇ ਮੁੱਦਾ ਲੱਭ ਲਿਆ ਵੀ ਹੋਰ ਤਾਂ ਕਿਸੇ ਪਾਸੇ ਕੋਈ ਗੱਲ ਬਣ ਨਹੀਂ ਰਹੀ ਸੀ। ਹੁਣ ਇਸ ਵਹੀਰ ਦੇ ਜ਼ਰੀਏ ਅਕਾਲੀ ਦਲ ਬੰਦੇ ਉਹ ਆਪਣੇ ਵਰਕਰਾਂ ਨੂੰ ਮਤਲਬ ਦੁਬਾਰਾ ਸਰਗਰਮ ਕਰਨਗੇ ਕਿਉਂਕਿ ਇਲੈਕਸ਼ਨ ਆ ਗਿਆ। ਹੁਣ ਮੈਨੂੰ ਨਹੀਂ ਸਮਝ ਆਈ ਵੀ ਉਹ ਅਕਾਲੀ ਦਲ ਦਾ ਮਸਲਾ ਉੱਥੇ ਕਿੱਥੋਂ ਆ ਗਿਆ ਤੇ ਉਹ ਕਿਹੜੇ ਹਿਸਾਬ ਨਾਲ ਪੇਸ਼ ਕਰ ਦਿੱਤਾ ਗਿਆ। ਪਰ ਤੁਸੀਂ ਇਹ ਦੇਖੋ ਵੀ ਜਦੋਂ ਇੱਕ ਗੱਲ ਕਹੀ ਜਾਂਦੀ ਆ, ਉਹਦੇ ਮਾਇਨੇ ਕੱਢਣ ਵਾਲੇ ਬੰਦੇ ਕਿੰਨੇ ਕੱਢ ਲੈਂਦੇ ਆ। ਬਿਲਕੁਲ ਸੰਧਾਲੀਆ ਸਾਹਿਬ, ਨਾਲ ਜੁੜਦੀ ਗੱਲ ਜਿਹੜੀ ਹੈ ਉਧਰਲੇ ਪਾਸੇ ਨੂੰ ਹੁਣ ਤੁਰਦੇ ਆ। ਇੱਕ ਤਸਵੀਰ ਜਿਹੜੀ ਹੈ ਉਹ ਹੋਰ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਦੇ ਵਿੱਚ ਆਈ। ਆਪਾਂ ਪਹਿਲਾਂ ਹੀ ਦੱਸ ਦਈਏ ਕਿ ਅਸੀਂ ਪੁਸ਼ਟੀ ਨਹੀਂ ਕਰਦੇ, ਪਰ ਕਿਉਂਕਿ ਸੋਸ਼ਲ ਮੀਡੀਆ ਤੇ ਆ ਗਏ, ਲੋਕਾਂ ਨੇ ਧੜਾ-ਧੜ ਮੈਸੇਜ ਕਰਨੇ ਸ਼ੁਰੂ ਕਰ ਦਿੱਤੇ। ਤਸਵੀਰ ਸੋਸ਼ਲ ਮੀਡੀਆ ਦੇ ਉੱਤੇ ਅਫਵਾਹਾਂ ਦੇ ਰੂਪ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਇੱਕ ਫੋਟੋ ਆਈ ਹੈ ਜਿਹਦੇ ਵਿੱਚ ਅੰਮ੍ਰਿਤਪਾਲ ਸਿੰਘ ਤੇ ਪਪਲਪ੍ਰੀਤ ਸਿੰਘ ਹੋਰੀ ਨੇ, ਉਹ ਦੋਵੇਂ ਸੱਜਣ ਕਿਤੇ ਬੈਠੇ ਆ, ਫੇਸ ਉਹਨਾਂ ਦੇ ਲੱਗਦੇ ਆ,
ਕਿ ਭਾਈ ਦੇਖੋ ਜੀ ਉਹਨਾਂ ਨੇ ਹੁਣ ਤਸਵੀਰ ਵੀ ਪੋਸਟ ਕਰ ਦਿੱਤੀ, ਕਿਉਂਕਿ ਪਹਿਲਾਂ ਚਰਚਾ ਸੀ ਨਾ ਕਿ ਧੁੰਦਲੀਆਂ ਵੀਡੀਓਜ਼ ਨੇ, ਧੁੰਦਲੀਆਂ ਤਸਵੀਰਾਂ ਨੇ, ਪਤਾ ਨਹੀਂ ਲੱਗਦਾ। ਪਰ ਜੇ ਉਹ ਤਸਵੀਰ ਨੂੰ ਧਿਆਨ ਦੇ ਨਾਲ ਦੇਖੀਏ ਤਾਂ ਉਹਨਾਂ ਦੇ ਵਿੱਚੋਂ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਜੈਕਟ ਇੱਕ ਪਾਈ ਹੋਈ ਹੈ, ਦੂਸਰੇ ਪਾਸੇ ਲੋਈ ਲਈ ਹੋਈ ਹੈ। ਹੁਣ ਇੰਨੀ ਠੰਡ ਵਾਲਾ ਮੌਸਮ ਤਾਂ ਸ਼ਾਇਦ ਹੈ ਨਹੀਂ, ਇੱਕ ਤਾਂ ਉਸ ਗੱਲ ਦੇ ਉੱਤੇ ਸੰਦੇਹ ਥੋੜ੍ਹਾ ਜਿਹਾ ਪੈਦਾ ਹੁੰਦਾ। ਦੂਸਰਾ, ਭਾਈ ਪਪਲਪ੍ਰੀਤ ਸਿੰਘ ਹੋਰਾਂ ਦੀ ਜੇ ਆਪਾਂ ਗਰਦਨ ਦੇਖੀਏ, ਧੌਣ ਦੇਖੀਏ, ਤਾਂ ਉਹ ਵੀ ਥੋੜੀ ਜਿਹੀ ਮਿਸਫਿਟ ਜਿਹੀ ਲੱਗਦੀ ਹੈ ਉਹਦੇ ਵਿੱਚ। ਹੋ ਸਕਦਾ ਇਦਾਂ ਹੀ ਹੋਵੇ, ਕਿਉਂਕਿ ਆਪਾਂ ਕਿਹੜਾ ਨਿੱਜੀ ਤੌਰ ਦੇ ਉੱਤੇ ਜਾਣਦੇ ਜਾਂ ਵੇਖਿਆ ਹੁੰਦਾ ਇੱਕ ਦੂਸਰੇ ਨੂੰ। ਪਰ ਉਸ ਤਸਵੀਰ ਦੇ ਉੱਤੇ ਜਾਂ ਉੱਦਾਂ ਦੀਆਂ ਹੋਰ ਤਸਵੀਰਾਂ ਦੇ ਉੱਤੇ 1 ਸਕਿੰਟ ਦੇ ਵਿੱਚ ਹੀ ਉਹਨਾਂ ਚੀਜ਼ਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਦੇਖ ਕੇ ਯਕੀਨ ਕਰਨ ਦੀ ਥਾਂ ਸੰਧਾਲੀਆ ਸਾਹਿਬ ਥੋੜ੍ਹੀਆਂ ਤੱਥਾਂ ਦੀ ਜਾਂਚ ਤਾਂ ਜਿਹੜੀ ਹੈ ਨਾ ਬਹੁਤ ਜ਼ਰੂਰੀ ਹੈ। ਬਿਲਕੁਲ ਸਹੀ, ਨਹੀਂ ਗੱਲ ਹੈਗੀ ਆ। ਹੁਣ ਤੁਸੀਂ ਦੇਖੋ, ਜਿਹੜੀ ਚੀਜ਼ ਮੇਰਾ ਖਿਆਲ ਉਹ ਪੀ ਰਹੇ ਨੇ, ਕੁਛ ਲੋਕ ਉਹਨੂੰ ਕੋਈ ਇਹੋ ਜਿਹਾ ਪਦਾਰਥ ਕਹਿ ਰਹੇ ਨੇ ਜਿਹੜਾ ਕਿ ਆਮ ਤੌਰ 'ਤੇ ਇੱਕ ਅੰਮ੍ਰਿਤਧਾਰੀ ਸਿੰਘ ਨੂੰ ਨਹੀਂ ਪੀਣਾ ਚਾਹੀਦਾ। ਕੁਛ ਲੋਕ ਕਹਿੰਦੇ ਨੇ ਵੀ ਸਿਰਫ ਇੱਕ ਐਨਰਜੀ ਡਰਿੰਕ ਹੈ ਜੀ, ਇਹਨੂੰ ਤੁਸੀਂ ਇੱਦਾਂ ਨਹੀਂ ਜੋੜੋ। ਹੁਣ ਉਹ ਕੁਛ ਵੀ ਆਓ ਤੇ ਬਾਅਦ ਦੀ ਗੱਲ ਆ ਨਾ, ਪਹਿਲਾਂ ਆਪਾਂ ਇਹ ਮੰਨੀਏ ਵੀ ਹਾਂ ਜੀ ਉਹ ਤਸਵੀਰ ਅਸਲੀ ਹੈ ਕਿ ਨਕਲੀ ਹੈ। ਹੁਣ ਇਸੇ ਤਸਵੀਰ ਤੋਂ ਚੰਦ ਘੰਟੇ ਬਾਅਦ ਇੱਕ ਹੋਰ ਤਸਵੀਰ ਸਾਹਮਣੇ ਆਉਂਦੀ ਹੈ, ਜਿਹੜੀ ਉਹ ਪਿਛਲੇ ਦਿਨਾਂ ਦੇ ਵਿੱਚ ਇੱਕ CCTV ਫੁਟੇਜ ਆਈ ਸੀ ਕਿ ਉਹਨਾਂ ਦਾ ਮੋਟਰਸਾਈਕਲ ਪੈਂਚਰ ਹੋ ਗਿਆ ਸੀ। ਉਹ ਇੱਕ ਜਗਾੜੂ ਰੇਹੜੀ ਦੇ ਉੱਪਰ ਲੱਦ ਕੇ ਲੈ ਕੇ ਜਾਂਦੇ ਨੇ ਤੇ ਫਿਰ ਪੈਂਚਰ ਲਵਾਉਂਦੇ ਨੇ। ਪਹਿਲਾਂ ਉਹ ਜਗਾੜੂ ਰੇਹੜੀ ਵਾਲਾ ਸਾਹਮਣੇ ਆ ਗਿਆ, ਫਿਰ ਜਿੱਥੋਂ ਪੈਂਚਰ ਲਵਾਇਆ ਸੀ ਉਹ ਬੰਦੇ ਦਾ ਪਤਾ ਲੱਗ ਗਿਆ, ਤੇ ਹੁਣ ਇੱਕ ਫੋਟੋ ਆ ਗਈ ਜਿਹਦੇ ਵਿੱਚ ਉਹ ਜਗਾੜੂ ਰੇਹੜੀ ਹੈ, ਜਗਾੜੂ ਰੇਹੜੀ ਦੇ ਉੱਪਰ ਉਸੇ ਤਰ੍ਹਾਂ ਮੋਟਰਸਾਈਕਲ ਲੱਦਿਆ ਹੋਇਆ, ਨਾਲ ਪਪਲਪ੍ਰੀਤ ਸਿੰਘ ਹੋਰੀ ਬੈਠੇ ਨਜ਼ਰ ਆ ਰਹੇ ਨੇ। ਮੈਂ ਨਹੀਂ ਕਹਿੰਦਾ ਵੀ ਉਹ ਤਸਵੀਰ ਸਹੀ ਹੈ। ਪਿੱਛੇ ਜਿਹੜੇ ਇੱਕ ਸ਼ਖਸ ਉਸੇ ਤਰ੍ਹਾਂ ਹੀ ਗੁਲਾਬੀ ਪੱਗ ਵਾਲਾ ਹੈ, ਕਿਹਾ ਜਾਂਦਾ ਕਿ ਅੰਮ੍ਰਿਤਪਾਲ ਹੈ, ਤੇ ਉਸ ਦੇ ਪਿੱਛੇ ਉਹ ਜਿਹੜਾ ਸ਼ਖਸ ਜਿਹੜਾ ਪਿਛਲੇ ਦਿਨ ਹੀ ਨਜ਼ਰ ਆਇਆ ਸੀ ਪੈਂਚਰ ਵਾਲਾ, ਉਹਦੀ ਦੁਕਾਨ ਵੀ ਆ ਤੇ ਉਹ ਪੈਂਚਰ ਵਾਲਾ ਵੀ ਖਲੋਤਾ। ਹੁਣ ਉਹ ਜਿੱਦਾਂ ਦੀ ਫੋਟੋ ਲੱਗਦੀ ਆ, ਉਹ ਪਹਿਲੀ ਨਜ਼ਰ ਇੱਦਾਂ ਜਾਪਦਾ ਵੀ ਇਹ ਸੱਚੀ ਮੁੱਚੀ ਦੀ ਫੋਟੋ ਹੈ ਯਾਰ, ਵਾਕਿਆ ਹੀ ਉੱਥੇ ਹੋਊਗੀ। ਫਿਰ ਸਵਾਲ ਇਹ ਪੈਦਾ ਹੁੰਦਾ ਵੀ ਕਿੱਥੇ ਬੰਦਾ ਭੱਜਣ ਡਿਆ ਹੋਵੇ, ਮਗਰ ਪੁਲਿਸ ਲੱਗੀ ਹੋਵੇ, ਤੇ ਉਦੋਂ ਬਾਅਦ ਉਹਦਾ ਮੋਟਰਸਾਈਕਲ ਪੈਂਚਰ ਹੋਵੇ, ਤੇ ਪੈਂਚਰ ਮੋਟਰਸਾਈਕਲ ਅਜੇ ਲਾਇਆ ਹੈ ਨਹੀਂ ਰੇਹੜੀ ਤੋਂ, ਉਹਦੇ ਤੋਂ ਪਹਿਲਾਂ ਉਹ ਫੋਟੋਆਂ ਕਿਉਂ ਖਿਚਾਊਗਾ? ਸੋ ਇਹ ਵੀ ਇੱਕ ਡਿਫਰੈਂਟ ਤਰ੍ਹਾਂ ਦੀ ਚਰਚਾ ਚੱਲ ਪਈ। ਅਬ ਦੇਖੋ ਸੰਧਾਲੀਆ ਸਾਹਿਬ, ਹੁਣ ਜਿੰਨੇ ਮੂੰਹ ਨੇ ਉਨੀਆਂ ਗੱਲਾਂ ਨੇ। ਸੱਚਾਈ ਇਹ ਹੈ ਅਜੇ ਤੱਕ ਦੀ, ਜੇ ਆਪਾਂ ਤੱਥ ਆਧਾਰਿਤ ਗੱਲ ਕਰਨੀ ਹੋਵੇ, ਕਿ ਪੰਜਾਬ ਪੁਲਿਸ, ਪੰਜਾਬ ਸਰਕਾਰ ਅੱਜ ਵੀ ਕਹਿੰਦੀ ਹੈ ਕਿ ਗ੍ਰਿਫਤਾਰੀ ਨਹੀਂ ਹੋਈ। ਉਹਨਾਂ ਦੇ ਸਮਰਥਕਾਂ ਨੂੰ ਖਦਸ਼ਾ ਕਿਸੇ ਹੋਰ ਤਰੀਕੇ ਦਾ। ਤੇ ਅੱਜ ਜਦੋਂ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਦੇ ਉੱਤੇ ਸੁਣਵਾਈ ਹੋਣੀ ਆ, ਕਿਉਂਕਿ ਬਹੁਤ ਸਾਰੀਆਂ ਪਟੀਸ਼ਨਾਂ ਇਕੱਠੀਆਂ ਹੋ ਜਾਣੀਆਂ, ਉਦੋਂ ਪੁੱਛਣਾ, ਦੋ ਵਕੀਲ ਸਾਹਿਬਾਨ ਨੇ ਆਪਸ ਦੇ ਵਿੱਚ ਜੂਝਣਾ, ਹੋ ਸਕਦਾ ਕਿ ਜੱਜ ਸਾਹਿਬ ਵੀ ਪੁੱਛਣ। ਉਦੋਂ ਪੰਜਾਬ ਪੁਲਿਸ ਦੇ ਪ੍ਰਤੀਨਿਧ ਜਾਂ ਪੰਜਾਬ ਸਰਕਾਰ ਦੇ ਪ੍ਰਤੀਨਿਧ ਉੱਥੇ ਲਿਖਤੀ ਰੂਪ ਦੇ ਵਿੱਚ ਜਾਂ ਬੋਲ ਕੇ ਔਨ ਰਿਕਾਰਡ ਜਾਣਕਾਰੀ ਕੀ ਦਿੰਦੇ ਆ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਪੁਸ਼ਟੀ ਹੁੰਦੀ ਹੈ, ਕਿਉਂਕਿ ਐਂਗਲ ਤਾਂ ਕਈ ਜੁੜਦੇ ਆ। ਐਂਗਲ ਤਾਂ ਨੰਗਲ ਅੰਬੀਆਂ ਪਿੰਡ ਤੋਂ ਲੈ ਕੇ ਅਗਲੇ ਪਿੰਡ ਦੇ ਗੁਰੂ ਘਰ ਤੱਕ, ਉਹਦੇ ਤੋਂ ਬਾਅਦ ਸਤਲੁਜ ਪਾਰ ਕਰਨ ਤੱਕ, ਸ਼ੇਰਪੁਰ ਚੌਂਕ ਤੋਂ ਆਟੋ ਲੈਂਡ ਤੱਕ, ਫਿਰ ਸ਼ਾਹਬਾਦ ਤੱਕ, ਫਿਰ ਪਟਿਆਲੇ ਤੱਕ, ਫਿਰ ਉੱਤਰਾਖੰਡ ਤੱਕ, ਨੇਪਾਲ ਤੱਕ, ਦਿੱਲੀ ਤੱਕ। ਅਫਵਾਹਾਂ ਦੇ ਰੂਪ ਦੇ ਵਿੱਚ ਤਾਂ ਐਂਗਲ ਬਹੁਤ ਜੁੜਦੇ ਆ। ਪਰ ਉਹਦੇ ਵਿੱਚੋਂ ਅੱਜ ਜਦੋਂ ਅਦਾਲਤਾਂ ਦੇ ਵਿੱਚ ਸੁਣਵਾਈ ਹੋਏਗੀ, ਕਿਉਂਕਿ ਅਗਲਿਆਂ ਨੇ ਪੁੱਛਣਾ ਨਾ ਕਿ ਕਿੱਥੇ ਆ ਬਈ ਅੰਮ੍ਰਿਤਪਾਲ ਸਿੰਘ ਹੋਰੀ, ਕਿਉਂਕਿ ਪਰਿਵਾਰਾਂ ਨੂੰ ਤਾਂ ਖਦਸ਼ਾ ਇਹੀ ਹੈ, ਤੇ ਦੂਸਰੇ ਪਾਸੇ ਉਹ ਫਿਰ ਦੱਸਣਗੇ ਸਾਡੇ ਕੋਲ ਹੈ ਜਾਂ ਨਹੀਂ। ਜੇ ਫਿਰ ਅਦਾਲਤ ਇਹ ਵੀ ਪੁੱਛ ਸਕਦੀ ਕਿ ਤੁਸੀਂ ਫੜ ਕਿਉਂ ਨਹੀਂ ਸਕੇ, ਫਿਰ ਉਹ ਦੱਸ ਸਕਦੇ ਆ ਉੱਥੇ ਕਿ ਅਸੀਂ ਇੱਥੇ ਤੱਕ ਛਾਪੇਮਾਰੀ ਕਰ ਰਹੇ, ਸਾਨੂੰ ਆਹ ਖਦਸ਼ਾ। ਉਹਦੇ ਵਿੱਚ ਹੋ ਸਕਦਾ ਕਿ ਕੁਝ ਗੱਲਾਂ ਹੋਰ ਜਿਹੜੀਆਂ ਨਿੱਤਰ ਕੇ ਤੇ ਨਿਖਰ ਕੇ ਸਾਹਮਣੇ ਆਉਣ। ਪਰ ਹੁਣ ਨੇਪਾਲੀ ਮੀਡੀਆ ਜਿਹੜਾ ਕਠਮੰਡੂ ਪੋਸਟ ਨਾਂ ਦਾ ਜਿਹੜਾ ਉੱਥੇ ਦਾ ਮੀਡੀਆ ਅਦਾਰਾ ਹੈ, ਉਹਦੇ ਹਵਾਲੇ ਦੇ ਨਾਲ ਵੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਚਰਚਾ ਚੱਲਦੀ ਹੈ ਕਿ ਜਿਹੜਾ ਭਾਰਤੀ ਸਫਾਰਤਖਾਨੇ ਵਾਲੇ ਆ, ਦੂਤਾਵਾਸ ਵਾਲੇ, ਅੰਬੈਸੀ ਵਾਲੇ ਆ, ਉਹਨਾਂ ਨੇ ਕਹਿੰਦੇ ਜੀ ਨੇਪਾਲ ਸਰਕਾਰ ਨੂੰ ਆਖਿਆ। ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ, ਕਿੰਨੀ ਕੁ ਨਹੀਂ, ਸਾਨੂੰ ਨਹੀਂ ਪਤਾ। ਕਿ ਜੇ ਇਹ ਸ਼ਖਸ ਨੇਪਾਲ ਦੇ ਰਾਹੀਂ ਕਿਸੇ ਦੂਸਰੇ ਦੇਸ਼ ਜਾਣ ਦੀ ਕੋਸ਼ਿਸ਼ ਕਰਨ ਤਾਂ ਰੋਕਿਆ ਜਾਵੇ, ਸਾਨੂੰ ਲੜੀਂਦੇ ਨੇ ਭਾਈ। ਹੁਣ ਨੇਪਾਲ ਸਰਕਾਰ ਕਿੰਨਾ ਕੁ ਰੋਕਣ ਦੇ ਵਿੱਚ ਕਾਮਯਾਬ ਹੁੰਦੀ ਹੈ, ਦਸਤਾਵੇਜ਼ ਕੀ ਹੈ, ਕੀ ਉਹ ਸੱਚੀ ਮੁੱਚੀ ਉੱਥੇ ਪਹੁੰਚ ਚੁੱਕੇ ਹੈ ਜਾਂ ਨਹੀਂ ਪਹੁੰਚ ਚੁੱਕੇ? ਕਿਉਂਕਿ ਜਿਹੜੀ ਇੱਕ ਤਸਵੀਰ ਸੰਧਾਲੀਆ ਸਾਹਿਬ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੀ ਹੈ, ਜਿਹਦੇ ਵਿੱਚ ਗਰਮ ਕੱਪੜੇ ਸ਼ੱਕ ਪੈਦਾ ਕਰਦੇ ਹੈ। ਕਈ ਬੰਦੇ ਇਹ ਕਹਿੰਦੇ ਜੀ ਪਹਾੜੀ ਇਲਾਕਾ ਹੈ, ਹੋ ਸਕਦਾ ਕਿ ਉੱਥੇ ਠੰਡ ਹੋਵੇ, ਹੋ ਸਕਦਾ ਉੱਥੇ ਉਹ ਵਸਤਰ ਪਾਉਣੇ ਪੈਂਦੇ ਹੋਣ, ਪਰ ਉਹ ਸਾਰੀਆਂ ਚੀਜ਼ਾਂ ਅਜੇ ਗੁੰਝਲ ਦੇ ਵਿੱਚ ਹੀ ਨੇ। ਉਹ ਸਾਰੀਆਂ ਚੀਜ਼ਾਂ ਜੇ ਅੱਧ ਵਿਚਾਲੇ ਫਸੀਆਂ ਹੋਈਆਂ ਨੇ, ਕਿਸੇ ਵੀ ਤਰ੍ਹਾਂ ਦੀ ਅਸੀਂ ਪੁਸ਼ਟੀ ਜਿਹੜੀ ਉਹਨਾਂ ਮੁੱਦਿਆਂ ਤੇ ਕਰ ਨਹੀਂ ਸਕਦੇ। ਅਜੀ ਤੁਸੀਂ ਇੱਕ ਗੱਲ ਤਾਂ ਦੇਖੋ ਵੀ ਜਿੰਨੀਆਂ ਗੱਲਾਂ ਨੇ ਉਹ ਸਾਰੀਆਂ ਗੱਲਾਂ ਦਾ ਕੁੱਲ ਮਿਲਾ ਕੇ ਕਾਊਂਟਰ ਜ਼ਰੂਰ ਹੋ ਰਿਹਾ, ਚਾਹੇ ਆ ਤਸਵੀਰਾਂ ਦੀ ਆਪਾਂ ਗੱਲ ਕਰ ਲਈਏ। ਹੁਣ ਇਹ ਤਸਵੀਰਾਂ ਤੋਂ ਕੁਦਰਤੀ ਮੇਰੇ ਦਿਮਾਗ 'ਚ ਇੱਕ ਗੱਲ ਹੋਰ ਆਉਂਦੀ ਸੀ ਵੀ ਆਪਾਂ ਆਮ ਤੌਰ 'ਤੇ ਦੇਖਦੇ ਸੁਣਦੇ ਆ ਨਾ ਵੀ ਜੇ ਮੰਨ ਲਓ ਕਿਸੇ ਨੂੰ ਕਿਸੇ ਥਾਂ ਤੋਂ ਧਮਕੀ ਆ ਗਈ, ਕਿਸੇ ਨੂੰ ਕਿਸੇ ਥਾਂ ਤੋਂ ਫੋਨ ਆ ਗਿਆ, ਜਾਂ ਕਿਸੇ ਨੇ ਕਿਸੇ ਥਾਂ 'ਤੇ ਸੋਸ਼ਲ ਮੀਡੀਆ ਦੇ ਉੱਪਰ ਹੀ ਧਮਕੀ ਪਾ ਦਿੱਤੀ ਵੀ ਫਲਾਣੇ ਨੇ ਧਮਕੀ ਪਾਈ, ਉਹ ਨਾਲ ਦੀ ਨਾਲ ਹੀ ਤੜਕ ਪੁਲਿਸ ਟਰੇਸ ਕਰ ਲੈਂਦੀ ਹੈ ਵੀ ਫਲਾਣੇ ਥਾਂ ਤੋਂ ਜੀ ਆ ਜਿਹੜੀ ਪੋਸਟ ਪਾਈ ਗਈ।
ਹੁਣ ਆਹ ਜਿਹੜੀ ਫੋਟੋ ਮੀਡੀਆ 'ਚ ਵਾਇਰਲ ਹੋਈ ਉਹ ਵੀ ਤਾਂ ਕਿਤੇ ਨਾ ਕਿਤੇ ਉਹ ਆਈ ਹੋਊਗੀ। ਪਹਿਲਾਂ ਇੱਕ ਫੋਟੋ ਆਈ ਹੋਊਗੀ, ਫਿਰ ਦੂਸਰੀ ਜਿਹੜੀ ਉਹ ਰੇਹੜੀ 'ਤੇ ਬੈਠਿਆਂ ਵਾਲੀ ਉਹ ਵੀ ਆਈ ਹੋਊਗੀ। ਇਹ ਦੋਨੋਂ ਫੋਟੋਆਂ ਕਿੱਥੋਂ ਅਪਲੋਡ ਹੋਈਆਂ ਜਾਂ ਮੀਡੀਆ ਤੱਕ ਕਿਹਨੇ ਪਹੁੰਚਾਈਆਂ? ਮੇਰਾ ਖਿਆਲ ਇਹਦਾ ਵੀ ਕੋਈ ਨਾ ਕੋਈ ਖੁਰਾ ਖੋਜ ਪੁਲਿਸ ਡਿਪਾਰਟਮੈਂਟ ਨੂੰ ਜ਼ਰੂਰ ਲੱਭਣਾ ਚਾਹੀਦਾ, ਕਿਉਂਕਿ ਜੇ ਇਹ ਲੱਭਣ 'ਚ ਕਾਮਯਾਬ ਹੋ ਗਏ ਤਾਂ ਕੀ ਪਤਾ ਉਹਨਾਂ ਨੂੰ ਓਰੀਜਨ ਲੱਭ ਜੇ ਵੀ ਯਾਰ ਅਸਲ 'ਚ ਕਹਾਣੀ ਚੱਲ ਕਿੱਥੋਂ ਰਹੀ। ਜੇ ਪੁਲਿਸ ਵਾਲਾ ਪੱਖ ਆਪਾਂ ਮੰਨ ਲੈਂਦੇ ਸੱਚਾ, ਅਤੇ ਜੇ ਇਹਨੂੰ ਕੋਈ ਇਸੇ ਤਰ੍ਹਾਂ ਹੀ ਬਣਾ ਕੇ ਪੇਸ਼ ਕਰ ਰਿਹਾ, ਕਿਉਂਕਿ ਆਪਾਂ ਪਿਛਲੇ ਦਿਨ ਇਹ ਵੀ ਦੇਖਦੇ ਵੀ ਕੁਝ ਲੋਕ ਜਦੋਂ ਸਾਰਾ ਕੁਝ ਚੱਲਦਾ ਹੋਵੇ ਕੰਮ, ਉਹਦੇ 'ਚ ਆਪਣੇ ਹਿਸਾਬ ਨਾਲ ਵੀ ਆਪਣੀ ਮਸ਼ਹੂਰੀ ਦੇ ਲਈ ਵੀ ਸ਼ੁਰੂ ਕਰ ਦਿੰਦੇ ਆ। ਜੇ ਆਪਾਂ ਕੱਲ੍ਹ ਹੀ ਗੱਲ ਕਰਦੇ ਸੀ ਨਾ ਵੀ ਉਹ ਬਲਕੌਰ ਸਿੰਘ ਹੋਰਾਂ ਨੂੰ ਧਮਕੀਆਂ ਆਉਂਦੀਆਂ ਨੇ, ਉਹ ਬੰਦਾ ਫੇਰ ਫੜਿਆ ਗਿਆ, ਉਹ ਕਹਿੰਦਾ ਯਾਰ ਵੈਸੇ ਹੀ ਮੈਂ ਤਾਂ ਮਸ਼ਹੂਰ ਹੋਣਾ ਸੀ, ਮੈਂ ਤਾਂ ਈਮੇਲ ਕਰਤੀ। ਲੋਕਾਂ ਦੀ ਆਹ ਵੀ ਖਾਰਸ਼ ਹੈਗੀ ਨਾ ਵੀ ਮੈਂ ਕਿਸ ਤਰ੍ਹਾਂ ਮਸ਼ਹੂਰ ਹੋ ਜਾਵਾਂ। ਹੁਣ ਪਤਾ ਨਹੀਂ ਵੀ ਇਹ ਕੋਈ ਅਗਲਾ ਆਖੇ ਵੀ ਮੈਂ ਤਾਂ ਹੋਣਾ ਚਾਹੁੰਦਾ ਸੀ, ਵੀ ਮੈਂ ਦੱਸਣਾ ਚਾਹੁੰਦਾ ਸੀ ਵੀ ਮੈਂ ਵੀ ਫੋਟੋ ਖਿੱਚ ਲੈਣਾ ਜਾਂ ਮੈਂ ਫੋਟੋ ਬਣਾ ਲੈਣਾ ਜਾਂ ਵੇਖੋ ਮੈਂ ਕਿੱਦਾਂ ਦਾ ਕਲਾਕਾਰ ਹਾਂ। ਸੋ ਮੈਨੂੰ ਲੱਗਦਾ ਉਹਦਾ ਖੁਰਾ ਖੋਜ ਵੀ ਲੱਭ ਲੈਣ, ਤੇ ਉਹ ਜਾਣੇ ਇਹੋ ਜਿਹੀਆਂ ਜਿਹੜੀਆਂ ਚਰਚਾਵਾਂ ਚੱਲਦੀਆਂ ਇਹੋ ਹੀ ਬੰਦ ਹੋ ਜਾਣਗੀਆਂ। ਜ਼ਰੂਰੀ ਹੈ ਸੰਧਾਲੀਆ ਸਾਹਿਬ ਕਿ ਇੱਦਾਂ ਦੇ ਬੰਦਿਆਂ ਦਾ ਖੁਰਾ ਖੋਜ ਆ ਜਿਹੜੇ ਖੁਰਕ ਵਾਲੇ ਬੰਦੇ ਨੇ, ਕਿਉਂਕਿ ਫਿਰ ਸਾਰੀਆਂ ਮੀਡੀਆ ਰਿਪੋਰਟਾਂ ਉਧਰਲੇ ਪਾਸੇ ਚਲੇ ਜਾਂਦੀਆਂ, ਜਿਹੜੀਆਂ ਚੱਜਦੀਆਂ ਚੀਜ਼ਾਂ ਨੇ ਉਹ ਵੀ ਜਿਹੜੀਆਂ ਮੀਡੀਆ ਦੇ ਵਿੱਚ ਆਉਣੋਂ ਰਹਿ ਜਾਂਦੀਆਂ। ਚਲੋ ਆਪਾਂ ਅੱਗੇ ਤੋਂ ਅੱਗੇ ਉਮੀਦ ਕਰਦੇ ਹਾਂ ਕਿ ਧੁੰਦਲਕਾ ਜਿਹੜਾ ਇਸ ਮੁੱਦੇ ਦੇ ਉੱਤੇ ਹੈ ਉਹ ਜਿੰਨੀ ਛੇਤੀ ਹੋ ਸਕਦਾ ਦੂਰ ਹੋਵੇ। ਅੱਜ ਦੀ ਅਦਾਲਤੀ ਸੁਣਵਾਈ ਦੇ ਉੱਤੇ ਨਜ਼ਰਾਂ ਜਿਹੜੀਆਂ ਉਹ ਟਿੱਕੀਆਂ ਰਹਿਣਗੀਆਂ। ਦੂਸਰਾ ਸੰਧਾਲੀਆ ਸਾਹਿਬ, ਪੰਜਾਬ ਦੇ ਵਿੱਚ ਕਈ ਸਿਆਸੀ ਲੀਡਰ ਨੇ ਜਿਨ੍ਹਾਂ ਲੀਡਰਾਂ ਦੇ ਉੱਤੇ ਦੋਸ਼ ਲੱਗ ਰਹੇ ਹੈ ਜਾਂ ਉਹਨਾਂ ਨੂੰ ਜਾਂਚ ਦੇ ਵਿੱਚ ਸ਼ਾਮਲ ਹੋਣ ਦੇ ਲਈ ਸੱਦਿਆ ਜਾ ਰਿਹਾ। ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਹੋਰੀ ਜਿਹੜੇ ਨੇ ਉਹਨਾਂ ਨੂੰ ਜ਼ਮਾਨਤ ਮਿਲੀ ਹੈ, ਉਹ ਜੇਲੋਂ ਆਏ ਆ ਬਾਹਰ, ਧਾਰਮਿਕ ਸਥਾਨਾਂ ਦੇ ਉੱਤੇ ਗਏ, ਮੱਥਾ ਟੇਕਿਆ, ਵਰਕਰਾਂ ਦਾ ਧੰਨਵਾਦ ਕੀਤਾ, ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ, ਆਪਣੇ ਮਿੱਤਰਾਂ ਦਾ ਉਹਨਾਂ ਨੇ ਖਾਸ ਤੌਰ ਤੇ ਧੰਨਵਾਦ ਕੀਤਾ ਕਿ ਮੈਂ ਕਈ ਮਹੀਨਿਆਂ ਬਾਅਦ ਜੇਲੋਂ ਆਇਆ। ਤੇ ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਭਾਰਤ ਭੂਸ਼ਣ ਆਸ਼ੂ ਹੋਰਾਂ ਨੂੰ ਗ੍ਰਿਫਤਾਰ ਕੀਤਾ ਸੀ ਤਾਂ ਸ਼ਾਇਦ ਉਹ ਇੱਕ ਸੈਲੂਨ ਦੇ ਵਿੱਚ ਸਨ ਤੇ ਰਵਨੀਤ ਬਿੱਟੂ ਸਾਹਿਬ ਵੀ ਉੱਥੇ ਅਪੜੇ ਸੀ। ਉਦੋਂ ਬਿੱਟੂ ਸਾਹਿਬ ਖੈਬੜੇ ਵੀ ਸੀ ਵਿਜੀਲੈਂਸ ਵਾਲਿਆਂ ਨਾਲ। ਉਹ ਕਹਿੰਦੇ ਯਾਰ ਤੁਹਾਡੇ ਕੋਲੋਂ ਆਏ ਆ, ਚੰਡੀਗੜ੍ਹ ਅਸੀਂ ਬੰਦਾ ਲੈ ਕੇ ਗਏ ਸੀ, ਤੁਹਾਡੇ ਦਫ਼ਤਰ ਦੇ ਬਾਹਰ ਧਰਨਾ ਲਾ ਕੇ ਆਏ ਆ, ਕਿਹਾ ਸੀ ਕਿ ਫੜਨਾ ਬੰਦਾ ਫੜ ਲਓ, ਅਸੀਂ ਪੇਸ਼ ਕਰਨਾ ਹੈ, ਉੱਥੇ ਤੁਸੀਂ ਫੜਿਆ ਨਾ, ਹੁਣ ਲੁਧਿਆਣੇ ਤੱਕ ਆ ਗਏ। ਬੜੀ ਚਰਚਾ ਚੱਲੀ ਸੀ ਉਸ ਗੱਲ ਦੀ। ਹੁਣ ਭਾਰਤ ਭੂਸ਼ਣ ਆਸ਼ੂ ਹੋਰੀ ਜਦੋਂ ਜ਼ਮਾਨਤ ਦੇ ਉੱਤੇ ਬਾਹਰ ਆ ਗਿਆ, ਕੇਸ ਅਜੇ ਚੱਲੂਗਾ, ਤੇ ਉਦੋਂ ਰਵਨੀਤ ਬਿੱਟੂ ਹੋਰਾਂ ਦੀ ਇੱਕ ਸਟੇਟਮੈਂਟ ਸਾਹਮਣੇ ਆਈ। ਉਹ ਕਹਿੰਦੇ ਜੀ ਧਮਕੀ ਮਤ ਸਮਝਿਓ, ਬਿਲਕੁਲ ਕਹਿੰਦੇ ਜੀ ਕੋਈ ਬੰਦਾ ਇਹਨੂੰ ਧਮਕੀ ਨਾ ਸਮਝੇ, ਕਾਨੂੰਨ ਦੀ ਪਾਲਣਾ ਕਰਨ ਵਾਲੇ ਬੰਦੇ ਆ। ਮੈਂਬਰ ਪਾਰਲੀਮੈਂਟ ਲੁਧਿਆਣਾ ਰਵਨੀਤ ਸਿੰਘ ਬਿੱਟੂ ਸਾਹਿਬ ਨੇ ਆਖਿਆ। ਪਰ ਉਹ ਕਹਿੰਦੇ ਜਿਹੜੇ ਅਫਸਰਾਂ ਨੇ ਧੱਕੇਸ਼ਾਹੀ ਕੀਤੀ ਭਾਰਤ ਭੂਸ਼ਣ ਆਸ਼ੂ ਦੇ ਨਾਲ, ਜਿਹੜੇ ਅਫਸਰ ਕਿਸੇ ਕਹੇ ਤੇ ਚੱਲੇ, ਉਹ ਸਾਡੀਆਂ ਅੱਖਾਂ 'ਚ ਰੜਕਦੇ ਆ। ਕਹਿੰਦੇ ਬਿਲਕੁਲ ਧਮਕੀ ਨਾ ਸਮਝਿਓ, ਤੇ ਸਮਾਂ ਆਉਣ ਦੇ ਉੱਤੇ ਕਹਿੰਦੇ ਫਿਰ ਅਸੀਂ ਭਾਈ ਆਪਣਾ ਹਿਸਾਬ ਤਾਂ ਲਵਾਂਗੇ, ਸਮਾਂ ਆਉਣ ਦੇ ਉੱਤੇ ਅਸੀਂ ਕਾਰਵਾਈ ਤਾਂ ਕਰਾਂਗੇ ਹੀ ਕਿ ਜੇ ਕਿਸੇ ਨੇ ਕੋਈ ਗਲਤ ਕੀਤਾ। ਹੁਣ ਮੈਂਬਰ ਪਾਰਲੀਮੈਂਟ ਨੇ, ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੈ, ਭਾਵੇਂ ਉਹਨਾਂ ਨੇ ਬਾਰ-ਬਾਰ ਕਿਹਾ ਕਿ ਇਹਨੂੰ ਬਿਲਕੁਲ ਵੀ ਧਮਕੀ ਦੇ ਰੂਪ ਦੇ ਵਿੱਚ ਨਾ ਲਿਓ, ਪਰ ਜਦੋਂ ਫਿਰ ਇੱਕ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਇਹ ਆਖ ਦਿੰਦਾ ਕਿ ਭਾਈ ਅੱਖਾਂ 'ਚ ਰੜਕ ਰਹੇ ਹੋ, ਵਧੀਕੀ ਕੀਤੀ ਹੈ, ਧੱਕਾ ਕੀਤਾ, ਹਿਸਾਬ ਆਪਾਂ ਪੂਰਾ ਲੈਣਾ ਹੈ, ਤੇ ਸੰਧਾਲੀਆ ਸਾਹਿਬ ਫਿਰ ਹਿਸਾਬ ਤਾਂ ਤੁਹਾਨੂੰ ਪਤਾ ਹੀ ਆ। ਮੈਨੂੰ ਲੱਗਦਾ ਕੋਈ ਬਹੁਤਾ ਵੱਖਰਾ ਬਿਆਨ ਨਹੀਂ ਹੈ। ਆਮ ਤੌਰ 'ਤੇ ਬਾਟ ਸਾਹਿਬ ਲੀਡਰ ਸਾਹਿਬਾਨ ਇਹੋ ਜਿਹਾ ਬਿਆਨ ਦਿੰਦੇ ਹੀ ਹੁੰਦੇ ਆ। ਹੁਣ ਜੇ ਰਵਨੀਤ ਬਿੱਟੂ ਸਾਹਿਬ ਦੀ ਸਰਕਾਰ ਸੀ, ਆ ਪਿਛਲੇ 5 ਸਾਲ ਰਹੀ, ਉਦੋਂ ਜਦੋਂ ਕਾਂਗਰਸ ਦੀ ਸਰਕਾਰ ਵੇਲੇ ਚਰਚਾ ਚੱਲ ਪਿਆ ਸੀ ਕਿ ਜੀ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਕਾਰਵਾਈ ਹੋ ਸਕਦੀ, ਉਦੋਂ ਆਮ ਆਦਮੀ ਪਾਰਟੀ ਦਾ ਤਾਂ ਕੋਈ ਲੈਣ ਦੇਣਾ ਹੈ ਹੀ ਨਹੀਂ ਸੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਲਗਾਤਾਰ 10 ਸਾਲ ਸਰਕਾਰ ਰਹੀ ਸੀ, ਕਾਂਗਰਸ ਪਾਰਟੀ ਆ ਗਈ ਸੀ, ਐਂਡ ਬੜੇ ਬੰਦੇ ਉਦੋਂ ਕਹਿੰਦੇ ਸੀ ਵੀ ਝੂਠੇ ਪਰਚੇ ਕੀਤੇ, ਆਹ ਕੀਤਾ, ਉਹ ਕੀਤਾ, ਵੇਖਿਓ ਹੁਣ ਕੈਪਟਨ ਸਾਹਿਬ ਨੇ ਖੂੰਡਾ ਕੱਢ ਲੈਣਾ ਹੈ ਨਾ। ਸ਼ੁਰੂ ਦੀ ਗੱਲ ਕਰਦਾ 17 ਵਾਲੇ ਨਤੀਜੇ ਤੋਂ ਬਾਅਦ ਦੀ ਜੀ। ਉਦੋਂ ਆਮ ਹੀ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਬਿਆਨ ਆਉਂਦਾ ਹੁੰਦਾ ਸੀ ਵੀ ਮੈਂ ਲਾਲ ਰੰਗ ਦੀ ਡੈਰੀ ਰੱਖੀ ਆ ਤੇ ਮੈਨੂੰ ਪਤਾ ਕਿਹੜਾ ਬੰਦਾ ਇਸ ਵਕਤ ਕੀ ਕਰਦਾ, ਕੋਈ ਗੱਲ ਨਹੀਂ, ਇਹ 5 ਸਾਲ ਲੰਘ ਜਾਣੇ, ਵੇਖਿਓ ਫਿਰ ਸਾਡਾ ਵੀ ਟਾਈਮ ਆ ਜਾਣਾ। ਹਾਲਾਂਕਿ ਚਲੋ 22 ਆ ਗਿਆ, 22 ਦੇ ਵਿੱਚ ਫਿਰ ਉਹਨਾਂ ਦੀ ਸਰਕਾਰ ਨਹੀਂ ਬਣੀ, ਪਰ ਉਦੋਂ ਗੱਲ ਉਹਨਾਂ ਦੀ ਵੀ ਕਿਸੇ ਨਾ ਕਿਸੇ ਤਰ੍ਹਾਂ ਇਸੇ ਤਰ੍ਹਾਂ ਦੀ ਸੀਗੀ ਜਿੱਦਾਂ ਦੀ ਰਵਨੀਤ ਬਿੱਟੂ ਸਾਹਿਬ ਦੀ, ਜਿਹਦੇ 'ਚੋਂ ਕਹਿੰਦੇ ਆ ਵੀ ਇਹਨੂੰ ਧਮਕੀ ਨਾ ਸਮਝਿਆ ਜਾਵੇ। ਖਰਿਆ ਜਦੋਂ ਧਮਕੀ ਨਾ ਸਮਝਿਆ ਜਾਵੇ, ਇਹਦੀ ਉੱਦਾਂ ਹੀ ਹੋ ਗਿਆ ਨਾ ਵੀ ਕਹਿੰਦਾ ਦਾੜਾਂ ਤੇ ਅਗਲੇ ਦੀਆਂ ਕੱਢ ਦਿੱਤੀਆਂ, ਕਹਿੰਦਾ ਫਿਰ ਕੀਤਾ ਕੀ, ਕਹਿੰਦਾ ਕੁਛ ਨਹੀਂ, ਮੈਂ ਤਾਂ ਐਵੇਂ ਕਸੂਨ ਟੈਸਟ ਹੀ ਕੀਤਾ ਸੀ ਭਲਾ ਸੱਟ ਲੱਗਦੀ ਹੈ। ਉਧਰ ਸੰਧਾਲੀਆ ਸਾਹਿਬ ਕੁਸ਼ਲਦੀਪ ਸਿੰਘ ਢਿੱਲੋਂ ਸਾਬਕਾ ਵਿਧਾਇਕ ਨੇ, ਕਾਂਗਰਸ ਪਾਰਟੀ ਦੇ ਲੀਡਰ ਨੇ, ਉਹਨਾਂ ਨੂੰ ਵੀ ਪਿਛਲੇ ਦਿਨੀ ਵਿਜੀਲੈਂਸ ਨੇ ਨੋਟਿਸ ਭੇਜਿਆ ਸੀ ਤੇ ਉਹ ਪੇਸ਼ ਹੋਏ ਨੇ ਦੁਬਾਰਾ ਫਿਰ ਵਿਜੀਲੈਂਸ ਦੇ ਕੋਲ ਫਰੀਦਕੋਟ। ਵਿਜੀਲੈਂਸ ਦਫ਼ਤਰ ਗਏ। ਚੰਗੀ, ਵੈਸੇ ਇਹ ਗੱਲ ਚੰਗੀ ਹੈ ਕਿ ਜਦੋਂ ਕਿਸੇ ਲੀਡਰ ਨੂੰ ਬੁਲਾਉਂਦੇ ਆ ਪ੍ਰਸ਼ਾਸਨਿਕ ਅਧਿਕਾਰੀ, ਵਿਜੀਲੈਂਸ ਵਾਲੇ ਜਾਂ ਕਿਸੇ ਹੋਰ ਏਜੰਸੀ ਵਾਲੇ, ਉਹ ਲੀਡਰ ਉੱਥੇ ਜਾਂਦੇ ਆ। 3-3.5 ਘੰਟੇ ਕੁਸ਼ਲਦੀਪ ਸਿੰਘ ਢਿੱਲੋਂ ਸਾਹਿਬ ਉੱਥੇ ਰਹੇ, ਵਿਜੀਲੈਂਸ ਦੇ ਦਫ਼ਤਰ ਪੁੱਛਗਿੱਛ ਹੋਈ, ਸਵਾਲਾਂ ਦੇ ਜਵਾਬ ਦਿੱਤੇ, ਬਾਹਰ ਆਏ। ਫਿਰ ਪੱਤਰਕਾਰਾਂ ਦਾ ਕੰਮ ਹੈ ਕਿ ਭਾਈ ਉਹਨਾਂ ਨੇ ਸਵਾਲ ਪੁੱਛਣਾ ਹੈ। ਸੋ ਇਹ ਵੀ ਚੰਗੀ ਗੱਲ ਹੈ ਕਿ ਕੁਸ਼ਲਦੀਪ ਸਿੰਘ ਢਿੱਲੋਂ ਹੋਰਾਂ ਨੇ ਪੱਤਰਕਾਰਾਂ ਨੂੰ ਵੀ ਜਾਣਕਾਰੀ ਦਿੱਤੀ। ਉਹ ਕਹਿੰਦੇ ਜੀ ਦੇਖੋ, ਪ੍ਰਾਪਰਟੀ ਦੇ ਬਾਰੇ ਪੁੱਛਦੇ ਆ, ਉਹਨਾਂ ਨੂੰ ਸ਼ੱਕ ਹੋਊਗੀ ਕਿ ਪ੍ਰਾਪਰਟੀ ਵੱਧ ਬਣਾਈ ਹੈ, ਪਰ ਕਹਿੰਦੇ ਮੇਰੀ ਤਾਂ ਪਿਤਾ ਪੁਰਖ ਹੀ ਹੈ,
ਮੇਰੇ ਤਾਂ 4 ਛਿੱਲੜ ਘਟੇ ਆ, ਰਾਜਨੀਤੀ ਦੇ ਵਿੱਚ ਆ ਕੇ ਵਧੇ ਨਹੀਂ। ਤੇ ਜਿਹੜੇ ਸਵਾਲ ਉਹਨਾਂ ਨੇ ਪੁੱਛੇ ਆ ਮੈਂ ਜਵਾਬ ਦੇ ਦਿੱਤੇ। ਭੜਕ ਨੂੰ ਫੇਰ ਸੱਦਣਗੇ, ਫੇਰ ਆਜੂ, ਮੂੰਹ ਜ਼ਬਾਨੀ ਪੁੱਛਣਗੇ, ਮੂੰਹ ਜ਼ਬਾਨੀ ਦੱਸ ਦੂੰ, ਲਿਖਤੀ ਪੁੱਛਣਗੇ, ਲਿਖਤੀ ਦੱਸ ਦੂੰ। ਕੋਈ ਹੈ ਹੀ ਨਹੀਂ, ਕਹਿੰਦੇ ਰੁਪਈਆ ਧੇਲਾ ਇੱਧਰੋਂ ਉੱਧਰੋਂ ਕਮਾਇਆ ਹੀ ਨਹੀਂ। ਚੰਗੀ ਗੱਲ ਹੈ ਜੇ ਇੱਕ ਲੀਡਰ ਸਾਹਿਬਾਨ ਕਹਿੰਦੇ ਆ ਕਿ ਭਾਈ ਸਾਡੇ ਕੋਲੇ ਸਾਰੇ ਦਸਤਾਵੇਜ਼ ਨੇ, ਸਾਰੇ ਡਾਕੂਮੈਂਟ ਨੇ, ਕੋਈ ਪੈਸਾ ਇੱਧਰੋਂ ਉੱਧਰੋਂ ਨਹੀਂ ਕਮਾਇਆ। ਬਾਕੀ ਵਿਜੀਲੈਂਸ ਵਾਲਿਆਂ ਨੂੰ ਸ਼ੱਕ ਕਿੱਥੋਂ ਪਿਆ? ਕਿ ਉਹਨਾਂ ਨੂੰ ਸ਼ਿਕਾਇਤ ਦਿੱਤੀ ਸੀ ਕਿਸੇ ਨੇ, ਕੋਈ ਹੋਰ ਉਹਨਾਂ ਦੇ ਹੱਥ ਕਲੂ ਆਇਆ? ਉਹ ਹੁਣ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਪਰ ਲਗਾਤਾਰ ਇੱਕ ਤੋਂ ਬਾਅਦ ਇੱਕ ਜਿਹੜੇ ਬਹੁਤ ਸਾਰੇ ਲੀਡਰ ਨੇ ਉਹਨਾਂ ਨੂੰ ਪੁੱਛਗਿੱਛ ਦੇ ਦਾਇਰੇ ਦੇ ਵਿੱਚ ਵਿਜੀਲੈਂਸ ਲਿਆ ਜ਼ਰੂਰ ਰਹੀ ਹੈ। ਨਹੀਂ, ਤੁਸੀਂ ਦੇਖੋ ਥੋੜ੍ਹੇ ਦਿਨਾਂ ਬਾਅਦ ਖਬਰ ਆਉਂਦੀ ਹੈ। ਮਤਲਬ ਪਹਿਲਾਂ ਇੱਕ ਲੀਡਰ ਦੀ ਖਬਰ ਆਉਂਦੀ ਹੈ, ਫਿਰ ਉਸ ਤੋਂ ਬਾਅਦ 2-4 ਦਿਨ ਲੰਘ ਜਾਂਦੇ, ਹਫ਼ਤਾ ਲੰਘ ਜਾਂਦਾ, ਫਿਰ ਅਗਲੇ ਲੀਡਰ ਦੀ ਖਬਰ ਆਉਂਦੀ ਹੈ, ਫਿਰ ਉਹਨੂੰ ਹਫ਼ਤੇ ਬਾਅਦ ਉਸ ਪਹਿਲੇ ਲੀਡਰ ਦੀ ਦੁਬਾਰਾ ਖਬਰ ਆ ਜਾਂਦੀ ਹੈ। ਸੋ ਵਿੱਚ ਅੱਗੇ ਵੀ ਆਪਾਂ ਇੱਕ ਦਿਨ ਗੱਲ ਕੀਤੀ ਸੀ ਵੀ ਹੋ ਸਕਦਾ ਪੰਜਾਬ ਦੇ ਵਿੱਚ ਇਸ ਵਕਤ ਕਈ ਪਾਸੇ ਕਈ ਤਰ੍ਹਾਂ ਦੀਆਂ ਪੁਲਿਸ ਪਾਰਟੀਆਂ ਕਈ ਕੁਛ ਲੱਭਣ ਦੇ ਵਿੱਚ ਲੱਗੀਆਂ ਹੋਣ, ਪਰ ਜਿਹੜਾ ਵਿਜੀਲੈਂਸ ਡਿਪਾਰਟਮੈਂਟ ਹੈ ਜੇ ਉਹਨਾਂ ਨੂੰ ਜੋ ਦਿਸ਼ਾ ਨਿਰਦੇਸ਼ ਨੇ ਵੀ ਹਾਂਜੀ ਕਰਪਸ਼ਨ ਦੇ ਮਾਮਲੇ ਜੇ ਆਪਾਂ ਕੋਈ ਕਾਰਵਾਈ ਕਰਨੀ ਆ ਤੇ ਉਧਰਲੇ ਪਾਸੇ ਕੋਈ ਕਮੀ ਪੇਸ਼ੀ ਹੈ ਨਹੀਂ। ਬਾਕੀ ਦੇਖੋ ਸੰਧਾਲੀਆ ਸਾਹਿਬ ਇੱਕ ਚੀਜ਼, ਇਹ ਪਹਿਲੀ ਵਾਰ ਸ਼ਾਇਦ ਇਦਾਂ ਹੋਇਆ। ਅੱਗੇ ਹੁੰਦਾ ਸੀ ਕਿ ਕਿਸੇ ਲੀਡਰ ਨੂੰ ਕੋਈ ਸੱਦ ਪੁੱਛ ਹੁੰਦੀ ਸੀ। ਮੰਨ ਲਓ 5-7 ਲੀਡਰ ਕਿਤੇ ਸਮਾਗਮ ਦੇ ਵਿੱਚ, ਕਿਉਂਕਿ ਜਾਣਦੇ ਬੁੱਝਦੇ ਆ ਇੱਕ ਦੂਜੇ ਨੂੰ, ਸਮਾਗਮਾਂ ਦੇ ਉੱਤੇ ਜਾਂਦੇ ਆ, ਚਾਹ ਚੂ ਪੀਂਦੇ ਆ ਇਕੱਠੇ। ਅੱਗੇ ਹੁੰਦਾ ਸੀ ਕਿ 8-10 ਲੀਡਰ ਕਿਤੇ ਸੋਫਿਆਂ ਦੇ ਉੱਤੇ ਬੈਠੇ ਇੱਕ ਦੂਜੇ ਵੱਲ ਮੂੰਹ ਕਰਕੇ ਤੇ ਉੱਥੇ ਚਰਚਾ ਚੱਲਦੀ ਹੋਗੀ, ਅੱਛਾ ਭਾਈ ਸਾਹਿਬ ਤੁਹਾਨੂੰ ਸੰਮਨ ਆ ਗਿਆ, ਅੱਛਾ ਕਦੋਂ ਜਾਣਾ, ਕੀ ਪੁੱਛਿਆ ਵੀ ਤੁਹਾਨੂੰ ਸੰਮਨ ਆਇਆ ਨਾ? ਸਾਰੇ ਜਣੇ ਅੱਛਾ ਇਹਨਾਂ ਨੂੰ ਸੰਮਨ ਆਇਆ। ਹੁਣ ਤਾਂ ਹੋ ਸਕਦਾ ਕਿ ਜੇ 5-7 ਜਣੇ ਬੈਠੇ ਆ ਤੇ ਉਹਨਾਂ ਦੇ ਵਿੱਚੋਂ ਕਹਿੰਦੇ ਨੇ ਅੱਛਾ ਭਾਈ ਸਾਹਿਬ ਤੁਹਾਨੂੰ ਸੰਮਨ ਨਹੀਂ ਆਇਆ ਨਾ ਜੀ, ਕਿਉਂਕਿ ਬਹੁਤਿਆਂ ਨੂੰ ਤਾਂ ਜਿਹੜੀ ਹੋ ਸਕਦਾ ਇਹ ਤਾਂ ਚੱਲਦੀ। ਅਗਲਾ ਕਹਿੰਦਾ ਯਾਰ ਤੁਸੀਂ ਕੋਈ ਸੁੱਖ ਮੰਗੋ, ਤੁਸੀਂ ਮੈਨੂੰ ਸੰਮਨ ਕਲਾ ਕੇ ਰਾਜੀ ਦੱਸੋ। ਚਲੋ ਵੈਸੇ ਇੱਕ ਗੱਲ ਤਾਂ ਹੈਗੀ ਆ ਵੀ ਕਾਂਗਰਸ ਪਾਰਟੀ ਹੁਣ ਉਹ ਲੀਡਰ ਸਾਹਿਬਾਨ ਤੇ ਕਹਿੰਦੇ ਨੇ ਵੀ ਐਵੇਂ ਸਾਡੇ ਨਾਲ ਬਦਲਾਖੋਰੀ ਦੀ ਰਾਜਨੀਤੀ ਹੋ ਰਹੀ, ਕੀ ਆ ਸੱਚ ਕੀ ਝੂਠ ਹੈ ਤੇ ਸਾਹਮਣੇ ਆ ਜਾਊਗਾ। ਪਰ ਇਹ ਇਕੱਲਾ ਸਟੇਟਾਂ 'ਚ ਨਹੀਂ ਆ, ਨੈਸ਼ਨਲ ਲੈਵਲ ਤੇ ਵੀ ਉਹ ਕਹਿੰਦੇ ਵੀ ਕਾਂਗਰਸ ਪਾਰਟੀ ਨਾਲ ਬਦਲਾਖੋਰੀ ਹੋ ਰਹੀ ਹੈ। ਕਿਉਂਕਿ ਰਾਹੁਲ ਗਾਂਧੀ ਸਾਹਿਬ ਨੂੰ 2 ਸਾਲ ਦੀ ਸਜ਼ਾ ਹੁੰਦੀ ਆ। 2019 ਦੇ ਵਿੱਚ ਉਹ ਇੱਕ ਮੋਦੀ ਸ਼ਬਦ ਜਿਹੜਾ ਉਹਨਾਂ ਨੇ ਕਹਿ ਦਿੱਤਾ ਸੀ ਉੱਤੇ ਮਾਣਹਾਨੀ ਕੇਸ ਦੇ ਵਿੱਚ। ਹੁਣ ਜੇ ਆਪਾਂ ਵੇਖਿਆ ਕਿ 2 ਦਿਨ ਪਹਿਲਾਂ ਉਹਨਾਂ ਦੀ ਜਿਹੜੀ ਮੈਂਬਰੀ ਸੀਗੀ ਉਹ ਰੱਦ ਕਰ ਦਿੱਤੀ ਗਈ ਕਿ ਹੁਣ ਉਹ ਮੈਂਬਰ ਪਾਰਲੀਮੈਂਟ ਹੈ ਨਹੀਂ। ਕੱਲ੍ਹ ਤੱਕ ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀ ਲਿਖ ਦਿੱਤਾ ਸੀ ਡਿਸਕੁਆਲੀਫਾਈਡ MP। ਤੇ ਹੁਣ ਅਗਲਾ ਨਿਰਦੇਸ਼ ਇਹ ਆ ਗਿਆ ਕਿ 22 ਅਪ੍ਰੈਲ ਤੱਕ ਉਹ ਜਿਹੜੀ ਉਹਨਾਂ ਦੀ ਕੋਠੀ ਹੈ ਜਿਹੜੀ ਅਲਾਟ ਹੋਈ ਹੈ, ਮੇਰਾ ਖਿਆਲ ਉਹ ਵੀ ਉਦੋਂ ਦੀ ਕੋਠੀ ਹੈ ਜਦੋਂ ਦੇ ਉਹ ਇੱਕ ਤਰ੍ਹਾਂ ਨਾਲ ਰਾਜਨੀਤੀ 'ਚ ਸਰਗਰਮ ਨੇ। ਉਦੋਂ ਬਾਅਦ ਕਦੀ ਕਿਸੇ ਨੇ ਸੋਚਿਆ ਥੋੜ੍ਹਾ ਹੋਣਾ ਵੀ ਰਾਹੁਲ ਗਾਂਧੀ ਸਾਹਿਬ ਵੀ ਇਹ ਕੋਠੀ ਕਦੀ ਛੱਡਣਗੇ। ਪਰ ਹੁਣ 22 ਅਪ੍ਰੈਲ ਤੱਕ ਉਹ ਕਹਿੰਦੇ ਵੀ ਉੱਥੇ ਕੋਈ ਸੋਫਾ ਕੋਈ ਇਹੋ ਜਿਹੀ ਚੀਜ਼ ਤੁਹਾਡੀ ਨਿੱਜੀ ਨਾ ਰਹਿ ਜਾਵੇ, ਉਹ ਤੁਸੀਂ ਟੈਂਪੂ ਟਰੈਵਲਰ ਕਰਕੇ ਤੇ ਲੈ ਜਾਓ। ਲਓ ਸੰਧਾਲੀਆ ਸਾਹਿਬ ਦੇਖੋ, ਮੈਨੂੰ ਨਹੀਂ ਪਤਾ ਕਿ ਕਹਾਣੀ ਕਿੱਧਰ ਨੂੰ ਜਾਣੀ ਹੈ। ਉਹਨਾਂ ਦੇ ਕੋਲੇ ਉਸ ਕੋਠੀ ਦੇ ਵਿੱਚ ਰਹਿਣ ਦਾ ਕੋਈ ਢੰਗ ਤਰੀਕਾ ਹੋਰ ਬਚਣਾ ਕਿ ਨਹੀਂ ਬਚਣਾ। ਚਲੋ ਉਹਨਾਂ ਦੇ ਕੋਲੇ ਦਿੱਲੀ 'ਚ ਠਾਰ ਹੈਗੀ ਹੈ। ਬੀਬੀ ਸੋਨੀਆ ਗਾਂਧੀ ਨੂੰ ਵੀ ਇੱਕ ਕੋਠੀ ਮਿਲੀ ਹੋਣੀ ਹੈ। ਹੋਰ ਵੀ ਹੋ ਸਕਦਾ ਕਿ ਉਹਨਾਂ ਦਾ ਆਪਦਾ ਕੋਈ ਘਰ ਘੱਟ ਮਾੜਾ ਮੋਟਾ ਹੋਵੇ, ਨਹੀਂ ਤਾਂ ਸਮਾਨ ਇੰਨਾ ਜ਼ਿਆਦਾ ਵੀ ਆਪਣਾ ਸਮਾਨ ਨਹੀਂ ਹੁੰਦਾ। ਕਾਂਗਰਸ ਦੇ 50 MP ਹੋਰ ਨੇ, ਉਹਨਾਂ ਦੀਆਂ ਕੋਠੀਆਂ ਕਿਸੇ ਨੂੰ ਵੀ ਕਹਿਣਗੇ ਉੱਥੇ 2 ਕਮਰਿਆਂ ਦੇ ਵਿੱਚ ਸਮਾਨ ਆਪਣਾ ਰੱਖ ਲੈਣਗੇ। ਪਰ ਇੱਕ ਤਰੀਕਾ ਉਹਨਾਂ ਕੋਲ ਹੈਗਾ। ਉਹ ਇੱਥੇ ਪੰਜਾਬ ਦੇ ਵਿੱਚ ਉਹਨਾਂ ਦੀ ਪਾਰਟੀ ਦੇ ਇੱਕ ਲੀਡਰ ਹੈਗੇ ਆ, ਉਹਨਾਂ ਨੂੰ ਪੁੱਛ ਸਕਦੇ ਆ ਕਿ ਭਾਈ ਜੇ ਆਪਾਂ ਨਾ ਰਹਿਣ ਦਾ ਹੱਕ ਆਪਾਂ ਨੂੰ ਨਾ ਵੀ ਹੋਈਏ 10-12-15 ਸਾਲ ਕਿੱਦਾਂ ਰਹਿ ਲਈਦਾ। ਉਹ ਹੈਗਾ ਤਰੀਕਾ ਇੱਕ, ਜੇ ਉਹਨਾਂ ਨੇ ਪੁੱਛਣਾ ਹੋਵੇ, ਕਿਉਂਕਿ ਆਉਂਦੇ ਜਾਂਦੇ ਰਹਿੰਦੇ ਆ, ਗੱਲਬਾਤ ਹੁੰਦੀ ਰਹਿੰਦੀ ਹੋਣੀ ਆ, ਉਹਨਾਂ ਦੀ ਵੱਡੇ ਅਹੁਦਿਆਂ ਦੇ ਉੱਤੇ ਰਹੇ ਆ, ਕਿ ਕੋਈ ਫਾਰਮੂਲਾ ਜਿਹੜਾ ਹੈਗਾ। ਹਾਂ, ਤੇਜ਼ ਗਤੀ ਦੇ ਨਾਲ ਕੰਮ ਹੋ ਰਿਹਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇੱਕ ਦਿਨ ਸਜ਼ਾ ਹੁੰਦੀ ਹੈ, ਦੂਜੇ ਦਿਨ ਮੈਂਬਰੀ ਤੋਂ ਲਾ ਦਿੱਤਾ ਜਾਂਦਾ ਹੈ, ਥੋੜੇ ਘੰਟਿਆਂ ਤੋਂ ਬਾਅਦ ਵਾਇਨਾਡ ਸੀਟ ਖਾਲੀ ਕਰਾਰ ਦੇ ਦਿੱਤੀ ਜਾਂਦੀ ਹੈ। ਹੁਣ ਬੰਗਲਾ ਖਾਲੀ ਕਰਨ ਨੂੰ ਕਹਿਤਾ, ਵਧੀਆ ਕਾਨੂੰਨ ਇਹੀ ਕਹਿੰਦਾ, ਨਿਯਮ ਇਹੀ ਕਹਿੰਦਾ। ਰਾਹੁਲ ਗਾਂਧੀ ਸਾਹਿਬ ਨੂੰ ਬੰਗਲਾ ਖਾਲੀ ਕਰਨਾ ਚਾਹੀਦਾ, ਉਦਾਹਰਣ ਸੈੱਟ ਕਰਨੀ ਚਾਹੀਦੀ ਹੈ ਆਪਣੀ ਪਾਰਟੀ ਦੇ ਲੀਡਰਾਂ ਲਈ ਵੀ ਤੇ ਬਾਕੀ ਪਾਰਟੀ ਦੇ ਲੀਡਰਾਂ ਲਈ ਵੀ। ਹਾਂ, ਇੰਨਾ ਜ਼ਰੂਰ ਹੋਇਆ ਸੰਧਾਲੀਆ ਸਾਹਿਬ ਕਿ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਜਦੋਂ ਦੀ ਰੱਦ ਹੋਈ ਹੈ ਲੋਕ ਸਭਾ ਤੋਂ, ਜਿਹੜੀਆਂ ਪਾਰਟੀਆਂ 'ਚ ਜਿਹੜੇ ਲੀਡਰ ਕਾਂਗਰਸ ਪਾਰਟੀ ਦੇ ਨਾਲ ਸਾਂਝੀ ਬੈਠਕ ਦੇ ਵਿੱਚ ਵੀ ਨਹੀਂ ਸੀ ਬਹਿੰਦੇ, ਉਹ ਨਾਲ ਹੋਣ ਲੱਗ ਪਏ। 17 ਸਿਆਸੀ ਪਾਰਟੀਆਂ ਜਿਹੜੀਆਂ ਬੀਜੇਪੀ ਵਿਰੋਧੀ ਨੇ, 12 ਜਮਾ 5 ਬਰਾਬਰ 17, ਉਹ 17 ਸਿਆਸੀ ਪਾਰਟੀਆਂ ਇਕੱਠੀਆਂ ਹੋਈਆਂ, ਮੀਟਿੰਗ ਕੀਤੀ ਤੇ ਉਹਨਾਂ ਨੇ ਵਿਰੋਧ ਕੀਤਾ। ਉਹ ਕਹਿੰਦੇ ਜੀ ਗਲਤ ਹੋਇਆ, ਇਦਾਂ ਨਹੀਂ ਹੋਣਾ ਚਾਹੀਦਾ, ਲੋਕਤੰਤਰ ਦਾ ਕਤਲ ਹੋ ਰਿਹਾ। ਹੁਣ ਇਹ ਸਾਰੀਆਂ ਚੀਜ਼ਾਂ ਆਪਣੇ ਆਪ ਦੇ ਵਿੱਚ ਬੜੀਆਂ ਇੰਪੋਰਟੈਂਟ ਨੇ। ਇਧਰਲੇ ਪਾਸੇ ਨੂੰ ਧਿਆਨ ਜਿਹੜਾ ਉਹ ਦੇਣਾ ਬਹੁਤ ਜ਼ਰੂਰੀ ਹੈ, ਕਿਉਂਕਿ ਤ੍ਰਿਣਮੂਲ ਕਾਂਗਰਸ ਜਿਹੜੀ ਕਿ ਮਮਤਾ ਬੈਨਰਜੀ ਹੋਰਾਂ ਦੀ ਪਾਰਟੀ ਹੈ, ਉਹ ਤ੍ਰਿਣਮੂਲ ਕਾਂਗਰਸ ਜਿਹੜੀ ਹੈ ਉਹ ਨਹੀਂ ਸੀ ਕਾਂਗਰਸ ਪਾਰਟੀ ਦੇ ਨਾਲ ਭਿੱਜ ਕੇ ਬਹਿੰਦੀ। ਮਮਤਾ ਬੈਨਰਜੀ ਹੋਰੀ ਕਹਿੰਦੇ ਸੀ ਕਿ ਨਹੀਂ, ਉਹਨਾਂ ਨੇ ਤਾਂ ਪਿਛਲੇ ਦਿਨੀ ਜਿਸ ਤਰੀਕੇ ਤੇਜਸਵੀ ਯਾਦਵ ਦੇ ਨਾਲ ਜਾਂ ਉਧਰਲੇ ਪਾਸੇ
ਜਿਹੜਾ ਮੁਲਾਇਮ ਸਿੰਘ ਯਾਦਵ ਦੇ ਪੁੱਤ ਅਖਿਲੇਸ਼ ਯਾਦਵ ਦੇ ਨਾਲ, ਜਾਂ ਦੂਸਰੇ ਪਾਸੇ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੇ ਨਾਲ ਜਾ ਕੇ ਚਰਚਾ ਕੀਤੀ ਸੀ ਤੇ ਇਹ ਕਹਿਤਾ ਸੀ ਕਿ ਜੇ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਬਣਾ ਕੇ ਅੱਗੇ ਲਿਆਂਦਾ ਜਾਊਗਾ ਤਾਂ ਮੋਦੀ ਸਾਹਿਬ ਨੂੰ ਤਾਂ ਇੱਕ ਭਾਰੀ ਸਮਝ ਲਓ PM ਦੇ ਤੌਰ ਦੇ ਉੱਤੇ ਤੁਸੀਂ ਹੋਰ ਦੇ ਦੇਣੀ ਆ। ਉਹ ਤ੍ਰਿਣਮੂਲ ਕਾਂਗਰਸ ਵੀ ਕਾਂਗਰਸ ਦੇ ਨਾਲ ਆ ਕੇ ਖਲੋਤੀ, ਉਹਨਾਂ ਨੇ ਵੀ ਵਿਰੋਧ ਕੀਤਾ। ਬੀਬੀ ਸੋਨੀਆ ਗਾਂਧੀ ਵੀ ਪਾਰਲੀਮੈਂਟ ਦੇ ਵਿੱਚ ਕਾਲੇ ਰੰਗ ਦੇ ਕੱਪੜੇ ਪਾ ਕੇ ਗਏ, ਉਹਨਾਂ ਨੇ ਵਿਰੋਧ ਕੀਤਾ, ਕਿਉਂਕਿ ਵਿਰੋਧੀ ਪਾਰਟੀਆਂ ਇਹ ਕਹਿ ਰਹੀਆਂ ਕਿ ਲੋਕਤੰਤਰ ਦੇ ਲਈ ਕਾਲੇ ਦਿਨ ਚੱਲ ਰਹੇ ਨੇ, ਲੋਕਤੰਤਰ ਦਾ ਗਲਾ ਘੁੱਟਿਆ ਜਾ ਰਿਹਾ ਹੈ। ਹੁਣ ਇੱਕੋ ਹੀ ਗੱਲ ਜਿਹੜੀ ਨਿਕਲ ਕੇ ਸਾਹਮਣੇ ਆ ਸਕਦੀ ਹੈ ਸੰਧਾਲੀਆ ਸਾਹਿਬ, ਕਿ ਹੋ ਸਕਦਾ ਕਿ ਰਾਹੁਲ ਗਾਂਧੀ ਦੀ ਮੈਂਬਰੀ ਦੇ ਮੁੱਦੇ ਦੇ ਉੱਤੇ ਵਿਰੋਧੀ ਤਰ੍ਹਾਂ ਇਕੱਠੀਆਂ ਹੋ ਜਾਣ, ਕਿ ਹੋਰ ਵੀ ਕੁਝ ਜਾਪਦਾ? ਇਕੱਠੀਆਂ ਤੇ ਹੋ ਜਾਣ, ਪਰ ਕਾਰਨ ਇਹ ਆ ਨਾ, ਜਿਹੜੀ ਆਮ ਤੌਰ ਤੇ ਆਪਣੇ ਪਿੰਡਾਂ ਥਾਵਾਂ ਤੇ ਬਰਾਤ ਦੇ ਮੌਕੇ ਦੇ ਉੱਪਰ ਫੁੱਫੜ ਨੂੰ ਕਿਹੜੀ ਸੀਟ ਤੇ ਪਾਉਣਾ ਉਹਦਾ ਰੌਲਾ ਪੈਂਦਾ ਹੁੰਦਾ, ਉਹਦਾ ਕੋਈ ਹੱਲ ਨਹੀਂ ਨਾ ਲੱਭ ਰਿਹਾ ਇਸ ਵਕਤ। ਹੁਣ ਤੁਸੀਂ ਦੇਖੋ 2024 ਦੇ ਲਈ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਗਈਆਂ। ਚਲੋ ਆਪਾਂ ਇਹ ਵੀ ਮੰਨਦੇ ਹਾਂ ਵੀ ਅਦਾਲਤੀ ਚਾਰਾਜੋਈ ਕਰਕੇ ਤੇ ਕੱਲ੍ਹ ਨੂੰ ਰਾਹੁਲ ਗਾਂਧੀ ਸਾਹਿਬ ਦੀ ਉਹ ਜਿਹੜੀ ਸਜ਼ਾ ਉੱਤੇ ਰੋਕ ਵੀ ਲੱਗ ਜੂਗੀ, ਹੋ ਸਕਦਾ ਉਹਨਾਂ ਦੀ ਮੈਂਬਰੀ ਵੀ ਬਹਾਲ ਹੋ ਜਾਵੇ। ਉਹਨਾਂ ਨੂੰ ਉਸ ਕੰਮ ਨੂੰ ਮੰਨ ਲਓ 2-3 ਮਹੀਨੇ ਲੱਗ ਜਾਂਦੇ ਅਤੇ 2-3 ਮਹੀਨੇ ਬਾਅਦ ਫਿਰ ਕਹਿਣ ਵੀ ਚਲੋ ਆਪਾਂ ਵਿਰੋਧ ਇਕੱਠਿਆਂ ਕੀਤਾ, ਆਪਾਂ ਲੋਕਤੰਤਰ ਨੂੰ ਖਤਰੇ ਦੀ ਗੱਲ ਇਕੱਠਿਆਂ ਕੀਤੀ, ਆਪਾਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਸਾਰਾ ਕੁਛ। ਅਤੇ ਉਹ ਬਰਾਤ ਵੀ ਤਾਂ ਉੱਦਾਂ ਹੀ ਤਿਆਰ ਹੁੰਦੇ ਵੀ ਹਾਂਜੀ ਹਾਂਜੀ ਸਾਰੇ ਚੱਲੀਏ ਸਾਰੇ ਚੱਲੀਏ, ਅਤੇ ਰੌਲਾ ਤਾਂ ਉਦੋਂ ਹੀ ਐਂਡ 'ਤੇ ਪੈਂਦਾ ਹੁੰਦਾ ਵੀ ਫੁੱਫੜ ਨੇ ਕਿਹੜੀ ਸੀਟ 'ਤੇ ਬਹਿਣਾ। ਨਾ, ਮੈਂ ਲਾੜੇ ਦੇ ਨਾਲ ਬਹਿਣਾ, ਅਗਲੀ ਸੀਟ 'ਤੇ ਬਹਿਣਾ, ਇਸੇ ਗੱਡੀ 'ਚ ਬਹਿਣਾ। ਉੱਥੇ ਜਾ ਕੇ ਪੰਗਾ ਪੈ ਜਾਣਾ ਵੀ ਹਾਂ ਭਾਈ ਸਾਹਿਬ, ਜੇ ਮੋਦੀ ਸਾਹਿਬ ਨੇ ਇੱਕ ਪਾਸੇ ਅਤੇ ਦੂਸਰੇ ਪਾਸੇ ਉਹਨਾਂ ਦੇ ਆਪੋਜ਼ਿਟ ਚਿਹਰਾ ਕਿਹੜਾ ਹੋਊਗਾ ਵਿਰੋਧੀ ਧਿਰਾਂ ਵਾਲੇ ਪਾਸਿਓਂ। ਹੁਣ ਚਿਹਰੇ ਦੇ ਵਿੱਚ ਰਾਹੁਲ ਗਾਂਧੀ ਸਾਹਿਬ ਆਪਣੀ ਕੁਰਸੀ ਛੱਡਣ ਨੂੰ ਤਿਆਰ ਨਹੀਂ ਹੋਣੇ, ਕੇਜਰੀਵਾਲ ਸਾਹਿਬ ਨੂੰ ਉਹਨਾਂ ਦੀ ਪਾਰਟੀ ਕਹਿੰਦੀ ਵੀ ਅਗਲੇ PM ਉਹੀ ਨੇ, ਮਮਤਾ ਬੈਨਰਜੀ ਹੋਰਾਂ ਦਾ ਜ਼ਿਕਰ ਤੁਸੀਂ ਕਰ ਹੀ ਲਿਆ ਵੀ ਉਹ ਬੜੇ ਚਿਰ ਤੋਂ ਖਾਹਿਸ਼ਮੰਦ ਨੇ। ਉਹ ਪਿਛਲੇ ਦਿਨਾਂ ਤੋਂ ਆਪਾਂ ਨਤੀਸ਼ ਕੁਮਾਰ ਹੋਰਾਂ ਦੀ ਗੱਲ ਕੀਤੀ, ਉਹ ਵੀ ਬੰਦਾ ਬਿਹਾਰ ਤੋਂ ਉਹ BJP ਨਾਲ ਯਾਰੀ ਜੋਟੀ ਛੱਡ ਕੇ ਅਤੇ ਉਹ ਵੀ ਥਾਂ ਥਾਂ ਦੇ ਉੱਪਰ ਮੀਟਿੰਗਾਂ ਕਰਦੇ ਫਿਰਦਾ। ਹੁਣ ਇਹੋ ਜਿਹੇ 1-2 ਲੀਡਰ ਹੋਰ ਨੇ ਜਿਹੜੇ ਚਾਹਵਾਨ ਨੇ, ਅਤੇ ਕਿੰਨਿਆਂ ਕੁ ਨੂੰ ਹੁਣ ਉਹ ਫੁੱਫੜ ਵਾਲੀ ਸੀਟ 'ਤੇ ਪਾਉਣਗੇ ਦੱਸੋ? ਜਾਂ ਤਾਂ ਪਹਿਲਾਂ ਇਹਦਾ ਫੈਸਲਾ ਕਰ ਲੈਣ ਵੀ ਕਿੰਨੇ ਕਿੱਥੇ ਬਹਿਣਾ, ਫਿਰ ਤਾਂ ਹੋ ਸਕਦਾ ਗੱਠ ਜੋੜ ਹੋ ਜੇ। ਨਹੀਂ ਤਾਂ ਮੈਨੂੰ ਲੱਗਦਾ ਵੀ ਆਪੋ ਆਪਣੀਆਂ ਗੱਠਾਂ ਚੁੱਕ ਕੇ ਤੇ ਉਹਨਾਂ ਕਹਿਣਾ ਵੀ ਯਾਰ ਕੋਈ ਹੋਰ ਜੋੜ ਤੋੜ ਕਰਦੇ, ਇੱਥੇ ਤੇ ਗੱਲ ਬਣਨੀ ਨਹੀਂ। ਇਹ ਠੀਕ ਹੈ ਸੰਧਾਲੀਆ ਸਾਹਿਬ ਤੁਹਾਡੀ ਗੱਲ, ਤੇ ਦੇਖਦੇ ਹਾਂ ਕਿੱਧਰਲੇ ਪਾਸੇ ਨੂੰ ਕਹਾਣੀ ਜਾਂਦੀ ਹੈ। ਪੰਜਾਬ ਵਾਲੇ ਪਾਸੇ ਨੂੰ ਮੋੜਾ ਪਾਈਏ, ਜਲੰਧਰ ਲੋਕ ਸਭਾ ਹਲਕੇ ਦੀ ਉਪ ਚੋਣ ਦਾ ਐਲਾਨ ਕਿਸੇ ਵੇਲੇ ਵੀ ਹੋ ਸਕਦਾ। ਸਰਗਰਮੀਆਂ ਸਿਖਰਾਂ ਤੇ ਨੇ। ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਜਲੰਧਰ ਦੇ ਵਿੱਚ ਵਾਹਵਾ ਚੱਕਰ ਲਾਏ। ਹੁਣ ਆਮ ਆਦਮੀ ਪਾਰਟੀ ਵਾਲੇ ਵੀ ਆ ਗਏ, ਕਾਂਗਰਸ ਵਾਲੇ ਕਈ ਲੀਡਰਾਂ ਦੀਆਂ ਪੱਕੀਆਂ ਡਿਊਟੀਆਂ ਜਲੰਧਰ 'ਚ ਨੇ। ਇਹ ਵੀ ਸ਼ੁਕਰ ਹੋਇਆ ਕਿ ਜਲੰਧਰ ਲੋਕ ਸਭਾ ਹਲਕੇ ਦੇ ਲੋਕਾਂ ਨੂੰ ਵੀ ਵੱਡੇ ਲੀਡਰ ਲਗਾਤਾਰ ਦੇਖਣ ਦਾ ਮੌਕਾ ਮਿਲ ਰਿਹਾ, ਨਹੀਂ ਤਾਂ ਘੱਟ ਵੱਧ ਹੀ ਆਉਂਦੇ ਹੁੰਦੇ ਆ ਨੇਤਾ। ਕੇਜਰੀਵਾਲ ਸਾਹਿਬ ਹੋ ਕੇ ਗਏ ਆ, ਸੁਖਬੀਰ ਸਿੰਘ ਬਾਦਲ ਸਾਹਿਬ ਹੋ ਕੇ ਗਏ, ਬਾਜਵਾ ਸਾਹਿਬ ਤੇ ਵੜਿੰਗ ਸਾਹਿਬ ਹੋ ਕੇ ਗਏ ਆ। ਹੁਣ ਕੱਲ੍ਹ ਹੀ ਆਪਾਂ ਜਗਬੀਰ ਸਿੰਘ ਬਰਾੜ ਸਾਹਿਬ ਦਾ ਜ਼ਿਕਰ ਕੀਤਾ ਸੀ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ 'ਚ ਲੈ ਅਕਾਲੀ ਦਲ 'ਚੋਂ। ਹੁਣ ਜਲੰਧਰ ਦੇ ਵਿੱਚ ਡਿਪਟੀ ਮੇਅਰ ਰਹੇ ਨੇ ਪ੍ਰਵੇਸ਼ ਤਾਂਗੜੀ, ਉਹ ਵੀ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ, ਕਿਉਂਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਗਏ ਸੀ ਜਲੰਧਰ ਤੇ ਸ਼ਾਮਲ ਕਰਾ ਲਿਆ। ਸਾਨੂੰ ਇਸ ਗੱਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਕਿਹੜੀ ਧਿਰ ਦਾ ਕਿਹੜਾ ਲੀਡਰ ਕਿੱਧਰਲੇ ਪਾਸੇ ਨੂੰ ਜਾਂਦਾ ਹੈ, ਕੋਈ ਆਪ 'ਚ ਜਾਵੇ, ਕੋਈ ਖਾਸ 'ਚ ਜਾਵੇ, ਕੋਈ ਕਾਂਗਰਸ 'ਚ, ਕੋਈ BJP 'ਚ। ਦਲ ਬਦਲੀਆਂ ਹੋ ਰਹੀਆਂ ਧੜਾ ਧੜ, ਪਰ ਜਲੰਧਰ ਦੇ ਵਿੱਚ ਜਾ ਕੇ ਵੇਰਕਾ ਵਾਲਿਆਂ ਦੇ ਨਾਲ ਸੰਬੰਧਿਤ ਜਿਸ ਤਰੀਕੇ ਦੀਆਂ ਅਨਾਉਂਸਮੈਂਟਸ ਮੁੱਖ ਮੰਤਰੀ ਸਾਹਿਬ ਨੇ ਕੀਤੀਆਂ, ਸੰਧਾਲੀਆ ਸਾਹਿਬ, ਇਸ ਮੁੱਦੇ ਦੇ ਉੱਤੇ ਕੋਈ ਸਿਆਸੀ ਰੌਲਾ ਰੱਪਾ ਨਹੀਂ ਪੈਣਾ ਚਾਹੀਦਾ, ਨਾ ਸੱਤਾਧਾਰੀ ਧਿਰ ਵੱਲੋਂ ਤੇ ਨਾ ਵਿਰੋਧੀ ਧਿਰ ਵੱਲੋਂ, ਕਿਉਂਕਿ ਸਾਡੇ ਲਈ ਲੋੜੀਂਦਾ। ਵੇਰਕੇ ਦਾ ਸੰਬੰਧ ਸਾਡੇ ਦੁੱਧ ਦੇ ਨਾਲ ਹੈ। ਦੁੱਧ ਪਿੰਡਾਂ ਦੀਆਂ ਡੇਅਰੀਆਂ 'ਚੋਂ ਜਾਂਦਾ ਹੈ। ਪਿੰਡਾਂ ਦੇ ਵਿੱਚ ਕਿਸਾਨ ਜਾਂ ਗੈਰ ਕਿਸਾਨ ਵਾਲੇ ਉਹ ਪਸ਼ੂ ਰੱਖਦੇ ਆ, ਪਸ਼ੂਆਂ ਦੇ ਲਈ ਪੱਠੇ ਚਾਹੀਦੇ ਆ, ਉਹ ਸਾਡੀ ਜ਼ਮੀਨ ਦੇ ਨਾਲ ਸੰਬੰਧ ਰੱਖਦਾ ਕੰਮ। ਜੇ ਵੇਰਕਾ ਵਰਗੇ ਜਿਹੜੇ ਇੱਦਾਂ ਦੇ ਪ੍ਰੋਡਕਟ ਬਣਾਉਣ ਵਾਲੇ ਅਦਾਰੇ ਨੇ, ਜਿਹੜੇ ਸਰਕਾਰ ਦੇ ਨੇ, ਜਿਹੜੇ ਲੋਕਾਂ ਦੇ ਨੇ, ਜਿਸ ਤਰੀਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ ਨਵੇਂ ਪਲਾਂਟ ਦਾ ਉਦਘਾਟਨ ਹੋ ਗਿਆ, ਭਾਈ ਚਿਰਾਂ ਤੋਂ ਚਰਚਾ ਚੱਲਦਾ ਸੀ, ਅਸੀਂ ਵਿਦੇਸ਼ਾਂ ਤੱਕ ਉਹਨਾਂ ਨੇ ਕਿਹਾ ਕਿ ਵੇਰਕਾ ਦੇ ਜਿਹੜੇ ਪ੍ਰੋਡਕਟ ਲੈ ਕੇ ਜਾਣੇ ਆ, ਦਿੱਲੀ ਦੇ ਵਿੱਚ ਦਫ਼ਤਰ ਖੋਲ੍ਹਣਾ। ਉਹ ਕਹਿੰਦੇ ਹਿਮਾਚਲ, ਹਰਿਆਣਾ ਤੇ ਹੋਰ ਸੂਬਿਆਂ ਦੇ ਵਿੱਚ ਮੰਗ ਬਹੁਤ ਹੈ ਵੇਰਕਾ ਦੇ ਪ੍ਰੋਡਕਟਾਂ ਦੀ, ਇਹਦਾ ਬ੍ਰਾਂਡ ਬਣੂਗਾ, ਲੋਕੀ ਉਡੀਕਿਆ ਕਰਨਗੇ। ਦੇਖੋ, ਜੇ ਅੱਜ 5 ਚੀਜ਼ਾਂ ਬਣਦੀਆਂ, 10 ਬਣਦੀਆਂ ਜਾਂ 15 ਬਣਦੀਆਂ, 30 ਬਣਾਓ, ਬਹੁਤ ਵਧੀਆ ਗੱਲ ਹੈ। ਲੋਕਾਂ ਨੂੰ ਦੁੱਧ ਦਾ ਵਧੀਆ ਭਾਅ ਮਿਲੇ, ਜਿਹੜੇ ਦੁੱਧ ਭੇਜਦੇ ਆ ਉੱਥੇ ਉਹ ਪ੍ਰੋਡਕਟ ਜਿਹੜਾ ਵਧੀਆ ਤਰੀਕੇ ਦੇ ਨਾਲ ਬਣਾ ਕੇ ਵਧੀਆ ਪੈਕਿੰਗ ਹੋਵੇ, ਉਹਦੀ ਮਾਰਕੀਟਿੰਗ ਚੰਗੀ ਸਰਕਾਰ ਆਪਣੇ ਪੱਧਰ ਦੇ ਉੱਤੇ ਕਰੇ, ਉਹਦੇ 4 ਪੈਸੇ ਆਉਣ, ਕੁਝ ਲੋਕਾਂ ਨੂੰ ਜਾਣ, ਕੁਝ ਸਰਕਾਰ ਨੂੰ ਜਾਣ। ਤਾਂ ਸੰਧਾਲੀਆ ਸਭ ਚਾਹੀਦਾ ਕਿ ਸਾਡੇ ਕੋਲੇ ਬਹੁਤ ਕੁਝ ਹੈ ਇੱਦਾਂ ਦਾ ਜਿਹੜਾ ਸਰਕਾਰ ਤੇ ਲੋਕਾਂ ਦਾ ਸਾਂਝਾ, ਪਰ ਉਹ ਕਿਤੇ ਨਾ ਕਿਤੇ ਗੈਰ ਗੰਭੀਰਤਾ ਦਾ ਸ਼ਿਕਾਰ ਰਿਹਾ। ਮੈਂ ਕਹਿੰਦਾ ਕਿ ਮੁੱਖ ਮੰਤਰੀ ਸਾਹਿਬ ਪਤਾ ਨਹੀਂ ਕਰ ਪਾਉਣਗੇ ਕਿ ਨਹੀਂ ਕਰ ਪਾਉਣਗੇ, ਕਿਉਂਕਿ ਅਸੀਂ ਪਹਿਲਾਂ ਵੀ ਲੀਡਰਾਂ ਦੇ ਬਹੁਤ ਸਾਰੇ ਇੱਦਾਂ ਦੇ ਮੁੱਦਿਆਂ ਦੇ ਉੱਤੇ ਭਾਸ਼ਣ ਸੁਣੇ ਆ, ਦਾਅਵੇ ਸੁਣੇ ਆ, ਗੱਲ ਸਿਰੇ ਨਹੀਂ ਚੜ੍ਹਦੀ ਰਹੀ। ਪਰ ਹੁਣ ਪਿਛਲੇ ਦਿਨਾਂ ਦੇ ਵਿੱਚ ਵੀ ਉਹਨਾਂ ਨੇ ਮਾਰਕਫੈਡ ਨਾਲ ਸੰਬੰਧਿਤ ਕੁਝ ਆਖਿਆ ਸੀ
ਵੇਰਕਾ ਦੇ ਨਾਲ ਸੰਬੰਧਿਤ ਕੁਝ ਆਖਿਆ ਸੀ, ਹੁਣ ਦੁਬਾਰਾ ਆਖ ਕੇ ਗਏ ਆ। ਜੇ ਆਸ ਉਮੀਦ ਕਰੀਏ ਕਿ ਭਾਈ ਇਹਨਾਂ ਦਾਅਵਿਆਂ ਦੇ ਵਿੱਚੋਂ ਅੱਧ ਵੀ ਸੱਚ ਹੋ ਜਾਏ ਤਾਂ ਕਾਇਆਕਲਪ ਤਾਂ ਹੋ ਹੀ ਸਕਦੀ ਹੈ। ਇਹ ਬਿਲਕੁਲ ਹੋ ਸਕਦੀ ਹੈ। ਆਪਾਂ ਅੱਗੇ ਵੀ ਜ਼ਿਕਰ ਕੀਤਾ ਸੀ ਇੱਕ ਦੋ ਵਾਰ ਕਿ ਤੁਸੀਂ ਦੇਖੋ ਬਾਬਾ ਰਾਮਦੇਵ, ਉਹ ਕਿੱਥੋਂ ਬੰਦਾ ਯੋਗ ਸਾਧਨਾ ਤੋਂ ਸ਼ੁਰੂ ਹੋਇਆ ਤੇ ਅੱਜ ਦੀ ਡੇਟ ਦੇ ਵਿੱਚ ਤੁਸੀਂ ਦੇਖੋ ਤੇ ਬਾਕੀ ਸਾਰੇ ਕੰਮ ਪਿੱਛੇ ਰਹਿ ਗਏ ਤੇ ਆਪਣੇ ਪ੍ਰੋਡਕਟ ਚਾਹੇ ਲੂਣ ਤੇਲ ਆਟੇ ਤੋਂ ਲੈ ਕੇ ਹਰੇਕ ਚੀਜ਼ ਬੰਦਾ ਬਣਾ ਕੇ ਤੇ ਉਹ ਦੁਨੀਆ ਭਰ ਦੇ ਵਿੱਚ ਸੇਲ ਕਰਨ ਲੱਗ ਪਿਆ। ਹੈ ਤੇ ਗਰੋਸਰੀ ਆਈਟਮਾਂ ਹੀ, ਪਰ ਮਾਰਕਾ ਉਹਨਾਂ ਨੇ ਆਪਣਾ ਲਾ ਲਿਆ। ਹੁਣ ਗੁਜਰਾਤ ਤੋਂ ਚੱਲ ਕੇ ਅਮੁੱਲ ਜਿਹੜਾ ਉਹਨੇ ਪੰਜਾਬ 'ਚ ਪੈਰ ਐਸੇ ਲਾਏ ਤੇ ਹੁਣ ਪਸਾਰਦਾ ਲੋਕ ਆਮ ਹੀ ਅਮੁੱਲ ਵਾਲੇ ਪਾਸੇ ਆ ਗਏ। ਲੋਕਾਂ ਨੂੰ ਇਹ ਲੱਗਣ ਲੱਗ ਪਿਆ ਵੀ ਹਾਂ ਵੀ ਇਹ ਦੁੱਧ ਵਧੀਆ। ਹਾਲਾਂਕਿ ਮੱਝ ਉਹੀ ਹੈ, ਕਿਉਂਕਿ ਡੇਅਰੀਆਂ ਵੀ ਉਹਨਾਂ ਦੀਆਂ ਇੱਥੋਂ ਨੇ। ਹੁਣ ਇਹ ਥੋੜ੍ਹਾ ਵੀ ਗੁਜਰਾਤ ਵਾਲੀ ਮੱਝ ਦਾ ਦੁੱਧ ਇੱਥੇ ਪੰਜਾਬ ਆਉਂਦਾ, ਡੇਅਰੀਆਂ ਵੀ ਪੰਜਾਬ 'ਚ ਨੇ, ਮੱਝਾਂ ਵੀ ਪੰਜਾਬ 'ਚ ਨੇ। ਉਹ ਜਿਹੜਾ ਕੋਈ ਕਿਸਾਨ ਹੋ ਸਕਦਾ ਪਹਿਲਾਂ ਵੇਰਕੇ ਵਾਲਿਆਂ ਨੂੰ ਪਾਉਂਦਾ ਸੀ, ਅਮੂਲ ਵਾਲੀ ਡੇਅਰੀ 'ਤੇ ਪਾਉਣ ਲੱਗ ਪਿਆ ਹੋਊਗਾ ਦੁੱਧ। ਉਹ ਪੈਕਟ ਸਿਰਫ ਮਾਰਕਾ ਉਹ ਲਾ ਕੇ ਆਉਣ ਲੱਗ ਪਿਆ। ਨੈਸਲੇ ਦੇ ਆਪਾਂ ਪਲਾਂਟ ਕਦੋਂ ਦਾ ਲੱਗਾ ਦੇਖਦੇ ਹਾਂ। ਹੁਣ ਵੇਰਕਾ, ਜੇ ਆਪਾਂ ਇਹਦੇ ਬ੍ਰਾਂਡ ਦੀ ਗੱਲ ਕਰੀਏ ਤੇ ਇਹਦੇ ਨਾਲ ਜਿਹੜੇ ਮਾਰਕਫੈਡ ਤੇ ਹੋਰ ਸੋਹਣਾ ਬ੍ਰਾਂਡ ਤੇ ਇੰਨਾ ਕੁਛ ਬਣਦਾ, ਚਾਹੇ ਆਪਾਂ ਉਹ 'ਚ ਸਬਜ਼ੀਆਂ ਦੀ ਗੱਲ ਕਰ ਲਈਏ, ਚਾਹੇ ਖੀਰ ਦੀ ਗੱਲ ਕਰ ਲਈਏ, ਪੰਜੀਰੀ ਦੀ ਗੱਲ ਕਰ ਲਈਏ, ਕੁਲਫੀਆਂ, ਕਈ ਕੁਛ ਬਣਦਾ। ਪਰ ਮੈਨੂੰ ਲੱਗਦਾ ਵੀ ਜੇ ਬਾਕੀ ਜਿੱਦਾਂ ਮੈਂ 2-3 ਚੀਜ਼ਾਂ ਦਾ ਨਾਂ ਲਿਆ ਕਿ ਨੈਸਲੇ ਦੀ ਮਸ਼ਹੂਰੀ, ਅਮੂਲ ਦੀ ਮਸ਼ਹੂਰੀ, ਬਾਬੇ ਰਾਮਦੇਵ ਦੀਆਂ ਉਹਨਾਂ ਚੀਜ਼ਾਂ ਦੀ ਮਸ਼ਹੂਰੀ ਤੁਸੀਂ ਲਗਾਤਾਰ ਦੇਖਦੇ ਹੋਵੋਗੇ ਤੇ ਲੋਕਾਂ ਦਾ ਇੱਕ ਵਿਸ਼ਵਾਸ ਵੱਧ ਜਾਂਦਾ ਵੀ ਇਹ ਟੈਲੀਵਿਜ਼ਨ 'ਤੇ ਨਜ਼ਰ ਆਉਂਦੀ ਹੈ ਚੀਜ਼ ਤੇ ਇਹ ਠੀਕ ਹੈ। ਇਹ ਪਿਛਲੇ ਸਮੇਂ ਦੇ ਵਿੱਚ ਜੇ ਸਰਕਾਰਾਂ ਦੇ ਕੋਲ ਐਡੀ ਵੱਡੀ ਚੀਜ਼ ਸੀਗੀ ਤਾਂ ਫਿਰ ਕੀ ਪ੍ਰਚਾਰਕ ਹੁਣ ਉਹ ਚੀਜ਼ ਨਹੀਂ ਕੀਤੀ ਗਈ, ਜਾਂ ਫਿਰ ਜਿਹੜੀਆਂ ਉਹਨਾਂ ਨੂੰ ਲੋੜਾਂ ਸੀਗੀਆਂ ਉਹ ਪੂਰੀਆਂ ਨਹੀਂ ਕੀਤੀਆਂ ਗਈਆਂ। ਤੇ ਅੱਜ ਦੀ ਡੇਟ ਦੇ ਵਿੱਚ ਇੱਕ ਕਮਾਊ ਪੁੱਤ, ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਇਹ ਸ਼ਬਦ ਹੁਣ ਵੀ ਵਰਤਿਆ, ਪਹਿਲਾਂ ਵੀ ਵਰਤੇ ਰਹੇ, ਕਿ ਪੰਜਾਬ ਦੇ ਕਈ ਅਦਾਰੇ ਜਿਹੜੇ ਕਮਾਊ ਪੁੱਤ ਸੀਗੇ ਉਹਨਾਂ ਵਾਲੇ ਪਾਸੇ ਧਿਆਨ ਨਹੀਂ ਦਿੱਤਾ ਗਿਆ। ਤੇ ਜੇ ਸਰਕਾਰ ਹੁਣ ਧਿਆਨ ਦੇ ਕੇ ਇਸ ਪਾਸੇ ਤੋਰ ਲਵੇ ਤੇ ਗੱਲ ਤੁਹਾਡੀ ਠੀਕ ਹੈ ਵੀ ਜਿੰਨੀਆਂ ਚੀਜ਼ਾਂ ਪ੍ਰੋਸੈਸ ਕਰਕੇ ਬਣਾਉਣੀਆਂ ਨੇ, ਹੁਣ ਬਜਾਏ ਦੇ ਕਿ ਬਾਹਰੋਂ ਕੋਈ ਇੰਡਸਟਰੀ ਲਾਉਣੀ ਤੇ ਉਹ ਆਣ ਕੇ ਪ੍ਰੋਸੈਸ ਕਰੇ। ਜੇ ਸਰਕਾਰ ਕੋਲ ਅਦਾਰੇ ਹੈਗੇ ਜਿਹੜੇ ਪ੍ਰੋਸੈਸ ਕਰ ਸਕਦੇ ਆ, ਕੱਚਾ ਫੂਡ ਫਸਲਾਂ ਦੇ ਰੂਪ ਦੇ ਵਿੱਚ ਸਾਡੇ ਕੋਲੇ ਵਾਧੂ ਆ, ਪ੍ਰੋਸੈਸ ਕਰਕੇ ਸਰਕਾਰ ਵੇਚੇ, ਨਾਲ ਤੇ ਉਹਨਾਂ ਨੂੰ ਕੋਈ ਇਹ ਹੋਊਗਾ ਵੀ ਕੋਈ ਬਾਹਰੋਂ ਆ ਗਿਆ ਤੇ ਨਾਲੇ ਉਹਨਾਂ ਦੇ ਅਦਾਰੇ ਦੀ ਆਮਦਨ ਤੇ ਨਾਲੇ ਸਰਕਾਰ ਦੀ ਆਮਦਨ ਤੇ ਨਾਲੇ ਲੋਕਾਂ ਨੂੰ ਫਾਇਦਾ। ਜੀ ਸੰਧਾਲੀਆ ਸਾਹਿਬ, ਬਹੁਤ ਜ਼ਰੂਰੀ। ਮੈਂ ਤੁਹਾਨੂੰ 20 ਸਾਲ ਪਹਿਲਾਂ ਦੀ ਇੱਕ ਘਟਨਾ ਕਾਹਦੀ ਹੈ ਕਹਾਣੀ ਦੱਸ ਦੇਣਾ, ਕਿਉਂਕਿ ਆਪਾਂ ਤਾਂ ਪਿੰਡਾਂ ਵਾਲੇ ਸੀ। ਆਪਣੇ ਲਈ ਪਿੰਨੀਆਂ ਘਰ ਬਣਦੀਆਂ, ਦੁੱਧ ਆਪਣੇ ਕੋਲੇ ਘਰਾਂ ਦੇ ਵਿੱਚ ਹੁੰਦਾ। ਇਹਦੇ ਤੋਂ ਇਲਾਵਾ ਜੇ ਆਪਾਂ ਕੁਲਫੀ ਵੀ ਜਮਾਉਣੀ, ਹੁਣ ਤਾਂ ਨਹੀਂ ਮੈਨੂੰ ਲੱਗਦਾ ਉੱਦਾਂ ਦਾ ਬਹੁਤਾ ਰਿਹਾ ਹੋਣਾ। ਆਪਾਂ ਤਾਂ ਕੁਲਫੀ ਜਮਾਉਣ ਦੇ ਲਈ ਵੀ ਘਰ ਦੇ ਵਿੱਚ ਹੀ ਕੌਲੀਆਂ ਦੇ ਵਿੱਚ ਡੋਂਗੇ ਦੇ ਵਿੱਚ ਦੁੱਧ ਪਾ ਕੇ ਚੱਲ ਵੀ ਫਰੀਜ਼ਰ 'ਚ ਰੱਖਦੇ। ਫਿਰ ਉਹ ਕੁੱਪੀਆਂ ਜਿਹੀਆਂ ਬਾਜ਼ਾਰ ਦੇ ਵਿੱਚੋਂ ਆਉਣ ਲੱਗ ਪਈਆਂ, ਡੱਖਾ ਜਿਹਾ ਵਿੱਚ ਹੋਣਾ, ਦੁੱਧ ਦੇ ਵਿੱਚ ਖੰਡ ਪਾ ਕੇ ਉਹਨਾਂ 'ਚ ਰੱਖ ਕੇ ਤਾਂ ਡੱਖਾ ਜਾਣਾ, ਫਿਰ ਮੁੜ ਕੇ ਕੱਢ ਲੈਣੀ, ਅੱਧੀ ਟੁੱਟ ਜਾਣੀ। ਆਪਣੇ ਲਈ ਤਾਂ ਇਹ ਕੁਛ ਹੀ ਹੁੰਦਾ ਸੀ। ਮੈਂ 20 ਸਾਲ ਪਹਿਲਾਂ ਜਦੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪੜ੍ਹਨ ਲੱਗਿਆ ਤੇ ਉੱਥੇ ਯੂਨੀਵਰਸਿਟੀ ਦੇ ਅੰਦਰ ਜਿਹੜੀ ਮਾਰਕੀਟ ਹੈ, ਕਿਉਂਕਿ ਪੰਜਾਬ ਦੇ ਬੱਚੇ ਵੀ ਜਾਂਦੇ ਆ, ਹਰਿਆਣਾ, ਹਿਮਾਚਲ, ਕਿੱਥੋਂ ਤੱਕ ਆਉਂਦੇ ਵੱਖ-ਵੱਖ ਸੂਬਿਆਂ ਤੋਂ ਬੱਚੇ ਨਾ ਉੱਥੇ, ਆਪਣੇ ਪੰਜਾਬ ਦੇ ਤਾਂ ਥੋੜ੍ਹੇ ਹੁੰਦੇ ਆ। ਉੱਥੇ ਵੇਰਕਾ ਵਾਲਿਆਂ ਦਾ ਬੂਥ ਲੱਗਾ ਹੋਇਆ ਸੀਗਾ, ਜਾਣੀ ਕਿ ਦੁਕਾਨ ਇੱਕ ਪੂਰੀ ਦੀ ਪੂਰੀ। ਉੱਥੇ ਮਾਰ-ਮਾਰ ਬੱਸ ਰਹਿਣੀ ਕਿ ਉਹਨਾਂ ਨੇ ਨਿਆਣੇ ਨੂੰ ਉੱਥੋਂ ਪੰਜੀਰੀ ਵੀ ਲੈਣੀ, ਵੇਰਕਾ ਵਾਲਿਆਂ ਦੀਆਂ ਪਿੰਨੀਆਂ ਵੀ ਉੱਥੋਂ ਵਿਕਣੀਆਂ, ਉਹਨਾਂ ਦੀਆਂ ਕੁਲਫੀਆਂ ਜੀਆਂ ਵਿਕਣੀਆਂ। ਜਾਣੀ ਕਈ ਚੀਜ਼ਾਂ ਮੈਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਭਾਈ ਆਪਣੇ ਵੇਰਕਾ ਵਾਲੇ ਇਹ ਸਾਰਾ ਕੁਝ ਬਣਾਉਂਦੇ ਆ, ਪਰ ਉੱਥੇ ਵਾਰਫੇਅਰ ਨਹੀਂ ਸੀ ਆਉਂਦਾ ਹੁੰਦਾ, ਲੋਕਾਂ ਦਾ ਯਕੀਨ ਵੱਜਦਾ ਸੀ। ਜਾਣੀ ਕਿਤੇ ਨਾ ਕਿਤੇ ਲੱਗਦਾ ਕਿ ਉਹ ਚੀਜ਼ਾਂ ਬਣਾ ਕੇ ਜੇ ਲੋਕਾਂ ਤੱਕ ਈਜ਼ੀ, ਆਸਾਨੀ ਦੇ ਨਾਲ, ਘਰ ਦੇ ਨੇੜੇ ਅੱਪੜਦੀਆਂ ਕਰ ਦਈਏ, ਜਿੱਥੇ ਪ੍ਰਾਈਮ ਲੋਕੇਸ਼ਨਸ ਨੇ, ਜਿੱਥੇ ਆਮ ਤੌਰ ਦੇ ਉੱਤੇ ਸਵੇਰ ਸ਼ਾਮ ਲੋਕ ਜਾਂਦੇ ਆ, ਜੇ ਉੱਥੇ ਕਿਤੇ ਵੇਰਕਾ ਦੇ ਬੂਥ ਵਧੀਆ ਤਰੀਕੇ ਦੇ ਨਾਲ ਦੂਰ ਦਰਾਜ ਤੱਕ ਖੁੱਲਣ, ਯਕੀਨ ਹੈਗਾ ਲੋਕਾਂ ਨੂੰ, ਲੋਕ ਮੰਨ ਕੇ ਚੱਲਦੇ ਆ ਕਿ ਭਾਈ ਇਹ ਚੀਜ਼ ਚੰਗੀ ਹੁੰਦੀ ਹੈ। ਬਸ ਰੌਲਾ ਤਾਂ ਸਿਰਫ ਇਹ ਹੈ ਕਿ ਜਿੱਦਾਂ ਆਪਾਂ ਆਪਣੇ ਨਿੱਜੀ ਕੰਮ ਲੀਡਰ ਆਪਣੀਆਂ ਫੈਕਟਰੀਆਂ ਚਲਾਉਂਦੇ, ਆਪਣੀ ਖੇਤੀ ਚਲਾਉਂਦੇ, ਆਪਣੇ ਪੱਠੇ ਚਲਾਉਂਦੇ ਆ, ਆਪਣੇ ਜਿਹੜੇ ਆ ਉਹ ਸ਼ੈਲਰ ਚਲਾਉਂਦੇ ਆ, ਉਹਦੇ ਲਈ ਗਾਂਹ ਤੋਂ ਗਾਂਹ ਕੋਸ਼ਿਸ਼ ਕਰਦੇ ਆ, ਆਪਣੇ ਬਾਗਾਂ ਦਾ ਕੰਮ ਕਰਦੇ ਆ, ਉਸੇ ਤਰੀਕੇ ਜੇ ਸਰਕਾਰ ਦੇ ਇਹਨਾਂ ਅਦਾਰਿਆਂ ਨੂੰ ਅੱਗੇ ਲੈ ਕੇ ਜਾਣਗੇ ਤਾਂ 4 ਪੈਸੇ ਆਉਣਗੇ ਜੀ। ਜੀ ਬਿਲਕੁਲ ਆਉਣਗੇ। ਮੈਂ ਤਾਂ ਨਾ ਵੀ ਸਗੋਂ ਇਹਦੇ 'ਚੋਂ ਰੋਜ਼ਗਾਰ ਕਿੰਨਾ ਵੱਡਾ ਨਿਕਲ ਸਕਦਾ। ਆਪਾਂ ਕਈ ਵਾਰਾਂ ਜ਼ਿਕਰ ਕਰਦੇ ਹੁੰਦੇ ਹਾਂ ਵੀ ਪਿੰਡਾਂ ਥਾਵਾਂ 'ਤੇ ਜਾਂ ਛੋਟੇ ਕਸਬਿਆਂ ਜਾਂ ਈਵਨ ਸ਼ਹਿਰਾਂ ਦੇ ਵਿੱਚ ਵੀ ਉਹਨਾਂ ਏਰੀਆਜ਼ ਦੇ ਵਿੱਚ ਜਿੱਥੇ ਉਹਨਾਂ ਨੂੰ ਲੱਗਦਾ ਵੀ ਹਾਂ ਯਾਰ ਕੋਈ ਬੰਦਾ ਚਾਹਵਾਨ ਹੈ, ਕੋਈ ਨੌਜਵਾਨ ਪੜ੍ਹਿਆ ਲਿਖਿਆ, ਉਹ ਜੇ ਕੋਈ ਮੰਨ ਲਓ ਕੋਈ ਇਸ ਤਰ੍ਹਾਂ ਦਾ ਵੇਰਕਾ ਦਾ ਆਪਣੇ ਕੋਈ ਫਰੈਂਚਾਈਜ਼ ਲੈ ਕੇ ਤੇ ਉਹ ਉੱਥੇ ਖੋਲ੍ਹਣਾ ਚਾਹੇ, ਕੋਈ ਉਹਦਾ ਫਰੈਂਚਾਈਜ਼ ਜਿੱਥੋਂ ਕਿ ਸਾਰੇ ਪ੍ਰੋਡਕਟ ਮਿਲਦੇ ਹੋਣ, ਉਸ ਪਾਸੇ ਵੀ ਤੁਰਨਾ ਚਾਹੀਦਾ। ਉਹਦੇ ਨਾਲ ਇੱਕ ਤਾਂ ਕੋਈ ਸ਼ਰਤ ਰੱਖ ਦਿੱਤੀ ਜਾਵੇ ਕਿ ਵੀ ਇਸ ਤਰ੍ਹਾਂ ਦਾ ਸੋਹਣਾ ਜਾਂ ਤੁਸੀਂ ਬੂਥ ਜਾਂ ਦੁਕਾਨ ਜਿਹੜੀ ਸ਼ੋਰੂਮ ਬਣਾ ਕੇ ਰੱਖਣਾ ਤੇ ਇੱਕ ਲੋਕਾਂ ਦੀ ਪਹੁੰਚ ਹੋਊਗਾ। ਇਹ ਵੀ ਮੇਰਾ ਖਿਆਲ ਕਿਤੇ ਵਿਚਾਰਨ ਵਾਲੀ ਚੀਜ਼ ਹੈ ਕਿ ਬਹੁਤ ਹੱਦ ਤੱਕ ਇਹ ਸਾਰਾ ਕੁਝ ਸਰਕਾਰੀ ਕੰਟਰੋਲ ਦੇ ਹਿਸਾਬ ਨਾਲ ਚੱਲਦਾ। ਉਹਦੇ 'ਚ ਕੀ ਹੁੰਦਾ ਵੀ ਜੇ ਕੋਈ ਬੂਥ ਹੈ ਤੇ ਉਹ ਵੀ ਉਹਦੇ ਵਿੱਚ ਸਰਕਾਰ ਦਾ ਕੁਛ ਨਾ ਕੁਛ ਨਿਯਮ ਨੇ ਫੋਲੋ ਕਰਨੇ ਪੈਂਦੇ ਆ। ਜੇ ਕਿਤੇ ਨਾ ਕਿਤੇ ਕੋਈ ਦੁਕਾਨ ਸ਼ੋਰੂਮ ਆ ਤੇ ਉਹਦੇ ਵਿੱਚ ਵੀ ਸਰਕਾਰ ਦਾ ਹਿਸਾਬ ਕਿਤਾਬ ਹੁੰਦਾ, ਸਰਕਾਰੀ ਬੰਦੇ ਆਮ ਤੌਰ 'ਤੇ ਹੁੰਦੇ ਆ। ਪਰ ਜੇ ਥੋੜ੍ਹਾ ਜਿਹਾ ਇਸ ਪਾਸੇ ਪ੍ਰਾਈਵੇਟਾਈਜੇਸ਼ਨ ਹੋ ਜੇ ਵੀ ਤੁਸੀਂ ਫਰੈਂਚਾਈਜ਼ੀ ਮੰਨ ਲਓ ਵੀ ਉਸ ਅਦਾਰੇ ਦੀ ਲੈ ਲਓ ਜੀ ਵੇਰਕਾ ਦੀ, ਤੇ ਵੇਰਕਾ ਦੇ ਪ੍ਰੋਡਕਟ ਤੁਹਾਡੇ ਕੋਲੇ ਮਿਲਣਗੇ ਜੇ ਗਲੀਆਂ ਮੁਹੱਲਿਆਂ ਸ਼ਹਿਰਾਂ ਤੱਕ। ਫਿਰ ਮੈਂ ਉਹਨਾਂ 'ਤੇ ਆ ਜਾਵਾਂ ਜਿਹੜੇ ਮੈਂ ਪਹਿਲਾਂ ਬ੍ਰਾਂਡਸ ਦੀ ਗੱਲ ਕੀਤੀ 2-3 ਦੀ, ਵੀ ਉਹ ਆਮ ਦੁਕਾਨਾਂ ਤੱਕ, ਆਮ ਘਰਾਂ ਤੱਕ, ਆਮ ਲੋਕਾਂ ਤੱਕ ਪਹੁੰਚਦੇ ਨੇ
ਤੇ ਫਿਰ ਇਹਦੇ 'ਚੋਂ ਵੀ ਥੋੜ੍ਹਾ ਜਿਹਾ ਉਸ ਤਰ੍ਹਾਂ ਦਾ ਐਂਗਲ ਸੋਚਣਾ ਚਾਹੀਦਾ ਤਾਂ ਜੋ ਲੋਕਾਂ ਤੱਕ ਉਹ ਚੀਜ਼ ਉਹਨਾਂ ਦੇ ਘਰ ਦੇ ਨੇੜੇ ਪਹੁੰਚ ਜਾਵੇ। ਜਿੰਨੀ ਘਰ ਦੇ ਨੇੜੇ ਹੋਊਗੀ ਉਹਨਾਂ ਲੋਕਾਂ ਨੂੰ ਉਹ ਚੀਜ਼ ਅਵੇਲੇਬਲ ਹੋਊਗੀ ਤੇ ਨਾਲੇ ਵਿਸ਼ਵਾਸ ਵੱਧ ਜੂ। ਹੁਣ ਜੇ ਅਗਲੇ ਨੂੰ ਆਪਾਂ ਆਖੀਏ ਵੀ ਹਾਂ ਵੀ ਚੀਜ਼ ਤਾਂ ਤੂੰ ਫਲਾਨੀ ਖਾ ਲੇਗਾ ਪਰ ਮਿਲਣੀ ਤੈਨੂੰ ਅੱਡੇ ਦੇ ਲਾਗੋਂ ਆ, ਤੇ ਅੱਡਾ 1.5 ਕਿਲੋਮੀਟਰ ਹੈ ਜਾਂ 2 ਕਿਲੋਮੀਟਰ, ਅਗਲਾ ਕਹਿੰਦਾ ਦਫਾ ਕਾ ਯਾਰ ਆ ਲਾਲੇ ਕੋਲ ਲੈ ਨੁੱਕਰ ਤੋਂ, ਉਹ ਵੀ ਇੱਕ ਚੱਕਰ ਹੈਗਾ। ਇੱਕ ਜੀ ਗੱਲ ਤੁਹਾਡੀ ਠੀਕ ਹੈ ਸੰਧਾਲੀਆ ਸਾਹਿਬ। ਦੂਜਾ ਨਾ ਸਾਨੂੰ ਇੱਕ ਜਿਹੜਾ ਸਟੇਟਸ ਸਿੰਬਲ ਹੁੰਦਾ ਉਧਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਹੁਣ ਕੁੜਤਾ ਪਜਾਮਾ, ਹੁਣ ਕਿਤੇ ਤਾਂ ਇਦਾਂ ਹੁੰਦਾ ਕਿ ਕੁੜਤੇ ਪਜਾਮੇ ਨੂੰ ਪਤਾ ਨਹੀਂ ਕੀ ਹੁਣ ਅੱਜ ਕੱਲ੍ਹ ਕੁੜਤਾ ਪਜਾਮਾ ਸ਼ਾਨ ਮੰਨਿਆ ਜਾਂਦਾ। ਇਸ ਪੰਜਾਬ ਦੇ ਕੁਝ ਇੱਕ ਸ਼ਹਿਰ ਬੜੇ ਮਸ਼ਹੂਰ ਨੇ ਕਿ ਕਈ ਕਿਸੇ ਕਿਸਮ ਦਾ ਕੁੜਤਾ ਪਜਾਮਾ ਉਹ ਬੜਾ ਵਧੀਆ ਮੰਨਿਆ ਜਾਂਦਾ। ਹੁਣ ਜਹਾਜ਼ ਆ ਗਏ ਨੇ ਪਰ ਇਹਦੇ ਬਾਵਜੂਦ ਵੀ ਕੋਈ ਬੰਦਾ ਘੋੜੀ ਰੱਖ ਲੈਂਦਾ, ਉਹ ਘੋੜੀਆਂ ਦੇ ਸ਼ੌਕੀਨ ਹੁੰਦੇ ਆ ਬੰਦੇ। ਇਹ ਜਾਣੀ ਕਹਿਣ ਦਾ ਭਾਵ ਹੈ ਕਿ ਸਾਨੂੰ ਇਹ ਚੀਜ਼ਾਂ ਸਟੇਟਸ ਸਿੰਬਲ ਬਣਾਉਣੀਆਂ ਪੈਣਗੀਆਂ। ਸਾਨੂੰ ਇਹ ਮਾਣ ਮਹਿਸੂਸ ਕਰਨਾ ਪਊਗਾ ਕਿ ਇਹ ਸਾਡੇ ਘਰਾਂ ਦੇ ਵਿੱਚੋਂ ਦੁੱਧ ਪੈਦਾ ਹੋਇਆ, ਸਾਡੇ ਘਰਾਂ 'ਚੋਂ ਬਾਕੀ ਚੀਜ਼ਾਂ ਪੈਦਾ ਹੋਈਆਂ। ਸਾਡਾ ਆਮ ਲੋਕਾਂ ਦਾ ਤੇ ਸਾਡੀਆਂ ਸਰਕਾਰਾਂ ਦਾ ਸਾਂਝਾ ਜਿਹੜਾ ਉਹ ਉਦਯੋਗ ਹੈ, ਫੈਕਟਰੀ ਹੈ, ਵੇਰਕਾ ਵਾਲੀ ਜਾਂ ਮਾਰਕਫੈੱਡ ਦੇ ਜੋ ਵੀ ਹੈਗੇ ਸਾਰੇ, ਉਹਦੇ ਵਿੱਚੋਂ ਆ ਚੰਗੀ ਚੀਜ਼ ਬਣ ਕੇ ਆਈ ਹੈ। ਅਸੀਂ ਆਪਣੇ ਘਰਾਂ ਦੇ ਵਿੱਚੋਂ ਵਰਤੀਏ। ਅਸੀਂ ਮਹਿਮਾਨਾਂ ਦੇ ਰੂਪ ਦੇ ਵਿੱਚ ਜਦੋਂ ਕਿਤੇ ਜਾਣਾ ਹੈ ਅਸੀਂ ਕੋਈ ਚੀਜ਼ ਲੈ ਕੇ ਜਾਂਦੇ ਹਾਂ। ਅਸੀਂ ਜ਼ਰੂਰੀ ਥੋੜ੍ਹੀ ਹੈ ਕਿ ਉਹ ਮਾੜੀ ਚੀਜ਼ ਜਿਹੜੀ ਸਿਹਤ ਲਈ ਹਾਨੀਕਾਰਕ ਹੈ ਪਰ ਉਹਦੇ ਉੱਤੇ ਚਮਕਦਾ ਕਾਗਜ਼ ਜੇ ਚੜਿਆ ਅਸੀਂ ਉਹੀ ਲੈ ਕੇ ਜਾਣੀ ਹੈ। ਅਸੀਂ ਇਹ ਚੀਜ਼ਾਂ ਕਿਉਂ ਨਾ ਲੈ ਕੇ ਜਾਈਏ? ਜੇ ਕੋਈ ਬੰਦਾ ਇਦਾਂ ਦੀਆਂ ਚੀਜ਼ਾਂ ਲੈ ਕੇ ਆਉਂਦਾ ਹੈ ਮੋਰੇ ਉਹ ਖਿੜੇ ਬੱਥੇ ਉਹਨਾਂ ਕੋ ਵਾਹ ਮੈਨੂੰ ਤਾਂ ਚਾਹੀਦਾ ਸੀ ਇਹ, ਮੈਂ ਤਾਂ ਇੰਤਜ਼ਾਰ ਕਰ ਰਹਾ ਥਾ ਜਾਂ ਕਰ ਰਹੀ ਥੀ ਕਿ ਐਸੀ ਚੀਜ਼ਾਂ ਹੀ ਖਾਣੇ, ਹਮ ਤਾਂ ਖਾਤੇ ਹੀ ਹੈ। ਅਗਲਾ ਵੀ ਖੁਸ਼ ਹੋਏ, ਤੁਸੀਂ ਵੀ ਖੁਸ਼ ਹੋਏ, ਪੰਜਾਬ ਸੂਬਾ ਉੱਪਰਲੇ ਪਾਸੇ ਨੂੰ ਜਾਵੇ। ਜਾਣੀ ਜੇ ਅਸੀਂ ਕਿਤੇ ਘਰਾਂ ਦੇ ਵਿੱਚ ਜਾਣੀ ਕੋਈ ਆਇਆ ਜਾਂ ਅਸੀਂ ਕਿਤੇ ਗਏ ਆ ਉਹ ਮਾਹੌਲ ਇਦਾਂ ਦਾ ਬਣਾ ਲਈਏ। ਤੁਸੀਂ ਦੇਖਿਓ ਸਹੀ ਸੰਧਾਲੀਆ ਸਭ ਕਹਾਣੀ ਜਾਣੀ ਕਿੱਥੇ ਹੈ, ਬਸ ਥੋੜਾ ਜਿਹਾ ਦਿਮਾਗ ਵਾਲੀ ਕੁੰਡੀ ਜਿਹੜੀ ਹੈ ਉਹਨੂੰ ਮਰੋੜਨ ਦੀ ਲੋੜ ਹੈ। ਨਹੀਂ ਬਿਲਕੁਲ ਠੀਕ ਹੈ। ਬਾਕੀ ਇੱਥੇ ਆਪਾਂ ਜ਼ਰੂਰ ਇੰਨੀ ਕੁ ਬੇਨਤੀ ਕਰ ਦਈਏ ਵੀ ਜਿੰਨੀਆਂ ਕੁ ਵੀ ਗੱਲਾਂ ਆਪਾਂ ਡਿਸਕਸ ਕਰਦੇ ਹਾਂ ਇਸ ਵਕਤ ਜਿਹੜਾ ਮਾਹੌਲ ਹੈ ਨਾ ਉਹਦੀ ਹਰੇਕ ਚੀਜ਼ ਦੇ ਵਿੱਚ ਗੰਧਲਾਪਨ ਜ਼ਰੂਰ ਹੋਊਗਾ। ਉਹ ਚਾਹੇ ਸਿਆਸੀ ਤੌਰ 'ਤੇ ਹੋਵੇ, ਚਾਹੇ ਕਿਸੇ ਦੀ ਆਪਣੀ ਕੋਈ ਨਿੱਜੀ ਚਾਹ ਨਾ ਹੋਵੇ ਉਹਦਾ ਕਰਕੇ ਹੋਵੇ, ਚਾਹੇ ਕਿਸੇ ਨੂੰ ਵੈਸੇ ਹੀ ਹੋਵੇ ਵੀ ਯਾਰ ਸਿੱਧ ਪੱਧਰੀ ਜੀ ਗੱਲ ਕਾਹਨੂੰ ਜਾਣ ਦੇਣੀ। ਜਿੰਨੀਆਂ ਵੀ ਗੱਲਾਂ ਭਾਵੇਂ ਅਸੀਂ ਕਰਦੇ ਹੋਈਏ ਭਾਵੇਂ ਕੋਈ ਹੋਰ ਕਰਦਾ ਹੋਵੇ ਉਹਨੂੰ ਦੂਸਰੇ ਥਾਂ ਤੋਂ ਇੱਕ ਵਾਰ ਦੁਬਾਰਾ ਵੈਰੀਫਾਈ ਕਰ ਲਿਆ ਕਰੋ। ਉਸ ਤੋਂ ਬਾਅਦ ਉਹਦੇ 'ਤੇ ਆਪਣਾ ਦਿਮਾਗ ਲਾਇਆ ਕਰੋ ਵੀ ਅੱਛਾ ਹੁਣ ਇਹਦੇ 'ਚ ਕੀ ਚੀਜ਼ ਠੀਕ ਜਾਪਦੀ। ਜਦੋਂ ਆਪਾਂ ਨਿੱਕੀ ਜਿਹੀ ਗੱਲ ਕਿਸੇ ਹੈਡਿੰਗ ਤੋਂ, ਕਿਸੇ ਲਾਈਨ ਤੋਂ, ਕਿਸੇ ਛੋਟੀ ਜਿਹੀ ਵੀਡੀਓ ਕਲਿੱਪ ਤੋਂ, ਕਿਸੇ WhatsApp ਮੈਸੇਜ ਤੋਂ ਇੱਕ ਰਾਏ ਬਣਾ ਕੇ ਤੁਰਨ ਲੱਗ ਪੈਂਦੇ ਹਾਂ, ਉਹ ਕਿਤੇ ਨਾ ਕਿਤੇ ਬਹੁਤ ਮਾੜੀ ਹੈ। ਮੈਨੂੰ ਲੱਗਦਾ ਇਹੋ ਹੀ ਕਾਰਨ ਆ WhatsApp ਕਿ ਵੀ ਪੰਜਾਬੀਆਂ ਦੇ ਉੱਪਰ ਕਈ ਵਾਰ ਦੋਸ਼ ਈਵਨ ਜਹੇਦਾਰ ਸਾਹਿਬ ਨੇ ਪਿਛਲੇ ਸਮੇਂ 'ਚ ਕਿਹਾ ਵੀ ਅਸੀਂ ਪੜ੍ਹਨੋਂ ਹਟ ਗਏ, ਖਾਸ ਕਰਕੇ ਕਿਤਾਬਾਂ ਤਾਂ ਅਸੀਂ ਪੜ੍ਹਨੀਆਂ ਹੀ ਛੱਡਤੀਆਂ। ਤੇ ਉਹ ਵੀ ਇੱਕ ਕਾਰਨ ਆ ਵੀ ਅੱਜ ਦੀ ਡੇਟ ਦੇ ਵਿੱਚ IELTS ਹੀ ਸਾਨੂੰ ਡਿਗਰੀ ਲੱਗਣ ਲੱਗ ਪਈ, ਬਾਕੀ ਕੰਮਾਂ ਦੀ ਦਫਾ ਕਰ ਯਾਰ, ਉਹਨਾਂ ਪੜ੍ਹਾਈਆਂ 'ਚ ਕੀ ਰੱਖਿਆ। ਨਹੀਂ ਜ਼ਰੂਰੀ ਹੈ ਸੰਧਾਲੀਆ ਸਾਹਿਬ। ਦੇਖੋ ਅਸੀਂ ਤਾਂ ਇੱਕੋ ਬੇਨਤੀ ਕਰਦੇ ਹਾਂ ਕਿ ਸਾਰੀ ਦੁਨੀਆ ਦੇ ਲੋਕ ਜਿਹੜੇ ਹੈ ਉਹ ਆਰਾਮ ਨਾਲ ਰਹਿਣ, ਵਧੀਆ ਤਰੀਕੇ ਨਾਲ ਰਹਿਣ। ਅਸੀਂ ਕੋਈ ਵੰਡੀ ਨਹੀਂ ਪਾਉਂਦੇ, ਪਰ ਅਸੀਂ ਹਮੇਸ਼ਾ ਇੱਕ ਗੱਲ ਦਾ ਖਿਆਲ ਰੱਖੀਏ ਕਿ ਬਾਕੀ ਭਾਈਚਾਰੇ ਨੇ, ਬਾਕੀ ਭਾਸ਼ਾਵਾਂ ਬੋਲਣ ਵਾਲੇ ਲੋਕ ਨੇ, ਦੂਜੇ ਪਾਸੇ ਅਸੀਂ ਪੰਜਾਬੀ ਭਾਸ਼ਾ ਬੋਲਣ ਵਾਲੇ ਲੋਕ ਹਾਂ। ਮੈਨੂੰ ਸੰਧਾਲੀਆ ਸਾਹਿਬ ਕਦੇ ਕਦੇ ਲੱਗਦਾ, ਰੱਬ ਕਰੇ ਮੈਂ ਗਲਤ ਹੋਵਾਂ, ਕਿ ਜਿੰਨਾ ਅਸੀਂ ਆਪਸ ਦੇ ਵਿੱਚ ਲੜਦੇ ਹਾਂ, ਜਿੰਨਾ ਅਸੀਂ ਇੱਕ ਦੂਜੇ ਦਾ ਵਿਰੋਧ ਕਰਦੇ ਹਾਂ, ਸਾਨੂੰ ਐਂ ਲੱਗਦਾ ਹੁੰਦਾ ਕਿ ਭਾਈ ਜਾਂ ਤਾਂ ਕੋਈ ਸਾਡਾ ਦੋਸਤ ਹੈ ਜਾਂ ਕੋਈ ਸਾਡਾ ਦੁਸ਼ਮਣ। ਅਸੀਂ ਸਧਾਰਨ ਰੂਪ ਦੇ ਵਿੱਚ ਕਿਸੇ ਨਾਲ ਰਹਿੰਦੇ ਹੀ ਨਹੀਂ। ਜੇ ਕਿਸੇ ਨਾਲ ਵਿਚਾਰ ਨਹੀਂ ਮਿਲਦੇ ਤਾਂ ਅਸੀਂ ਉਹਦੀ ਪੰਜਾਬੀ 'ਚ ਕਹੀਏ ਕੁੱਤੇ ਖਾਣੀ ਕਰਨ ਤੱਕ ਜਾਂਦੇ ਹਾਂ। ਅਸੀਂ ਇਹ ਨਹੀਂ ਕਹਿੰਦੇ ਕਿ ਠੀਕ ਹੈ ਭਾਈ ਤੇਰੇ ਵਿਚਾਰ ਨੇ, ਮੈਂ ਇਹਦੇ ਨਾਲ ਸਹਿਮਤ ਨਹੀਂ, ਪਰ ਕੋਈ ਗੱਲ ਨਹੀਂ, ਤੇਰੇ ਵਿਚਾਰਾਂ ਦਾ ਵੀ ਸਤਿਕਾਰ, ਤੂੰ ਮੇਰੇ ਵਿਚਾਰਾਂ ਦੀ ਰਿਸਪੈਕਟ ਕਰ। ਜਾਣੀ ਸਾਨੂੰ ਕਿਤੇ ਲੜਾਇਆ ਤਾਂ ਨਹੀਂ ਜਾ ਰਿਹਾ, ਅਸੀਂ ਕਿਤੇ ਆਪਸ ਦੇ ਵਿੱਚ ਲੜ ਕੇ ਆਪਣੀ ਸ਼ਕਤੀ ਘਟਾ ਤਾਂ ਨਹੀਂ ਰਹੇ, ਸਾਨੂੰ ਉਹ ਚੀਜ਼ਾਂ ਪਰੋਸੀਆਂ ਤਾਂ ਨਹੀਂ ਜਾ ਰਹੀਆਂ, ਸਾਡੇ ਅੰਦਰੋਂ ਚੀਜ਼ਾਂ ਇੰਜੈਕਟ ਤਾਂ ਨਹੀਂ ਕੀਤੀਆਂ ਜਾ ਰਹੀਆਂ ਕਿ ਭਾਈ ਇਹ ਤਰੱਕੀ ਕਰਨ ਵਾਲੇ ਪਾਸੇ ਵਧਣ ਹੀ ਨਾ, ਇਹ ਦੂਜੇ ਪਾਸੇ ਜਾਣ ਹੀ ਨਾ, ਇਹਨਾਂ ਨੂੰ ਇਧਰਲੇ ਪਾਸੇ ਆਪਸ ਵਿੱਚ ਲੜਾ ਕੇ ਇਹਨਾਂ ਨੂੰ ਕਮਜ਼ੋਰ ਕਰ ਦਈਏ। ਸੋ ਥੋੜਾ ਜਿਹਾ ਸੰਕੋਚ ਕੇ, ਥੋੜਾ ਜਿਹਾ ਧਿਆਨ ਦੇ ਨਾਲ ਅਗਲੇ ਪਾਸੇ ਨੂੰ ਚਲੀਏ ਤਾਂ ਚੰਗਾ। ਭੱਟ ਸਾਹਿਬ ਬੜਾ ਧੰਨਵਾਦ ਜੀ ਤੁਹਾਡਾ ਸਮਾਂ ਦੇਣ ਲਈ। ਬਹੁਤ ਸ਼ੁਕਰੀਆ ਸੰਧਾਲੀਆ ਸਾਹਿਬ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।